ਠੀਕ ਹੈ ਜੀ। ਵੈਸੇ ਜਦੋਂ ਦਾ ਮੈਨੂੰ ਦੱਸਿਆ ਨਾ ਤੁਸੀਂ ਰਿਕਾਰਡ ਕਰ ਰਹੇ ਹੋ ਮੀਟਿੰਗਾਂ, ਹਾਂ ਮੈਨੂੰ ਥੋੜਾ ਡਰ ਲੱਗਣ ਲੱਗ ਪਿਆ। ਅੱਛਾ, ਉਹ ਰਿਕਾਰਡ ਕਰਨਾ ਤੇ ਖੈਰ ਰਿਕਾਰਡ ਕਰਨਾ, ਉਹ ਉਹਨਾਂ ਨੇ ਪਾਲਿਸੀ ਤੇ ਇਹਦੇ ਬਾਰੇ ਗੱਲ ਕਰਾਂਗੇ ਕਿ ਕੋਈ ਆਮ ਤੌਰ ਤੇ ਕਰਨੀ ਜਿਹੜੀ ਚਾਹੀਦੀ ਹੈ, ਕਲਾਸ ਉਹ ਤੇ ਨਹੀਂ ਹੁੰਦੀ, ਉਹਨਾਂ ਨੇ ਉਹ YouTube ਕਰਨੀ ਤੇ ਚਾਹੀਦੀ। ਲਾਣੀਆਂ ਸ਼ੁਰੂ ਕਰ ਦਿੱਤੀਆਂ ਨੇ, ਉਹ ਲਾਣੀਆਂ ਵੀ ਸ਼ੁਰੂ ਕਰਤੀਆਂ। ਮੇਰਾ ਨਹੀਂ ਸੀ ਖਿਆਲ ਕਿ ਉਹ ਇਸ ਤਰ੍ਹਾਂ ਲਾਣਗੇ। ਡਾਕਟਰ ਸਾਹਿਬ ਨੂੰ ਰੋਕ ਕੇ ਤੁਸੀਂ ਕਰਨਾ ਗੱਲ। ਹਾਂ, ਮੈਂ ਕੋਈ ਉਹਨਾਂ ਨਾਲ ਮਿਹਨਤ ਕਰਾਂਗਾ। ਤੇ ਸੌਰੀ ਥੋੜਾ ਜਿਹਾ ਫਿਰ ਡਿਲੇ ਹੋ ਗਿਆ। ਉੱਥੇ ਕੀ ਕੋਵਿਡ ਦੀ ਕੀ ਸਿਚੁਏਸ਼ਨ ਹੈ ਆਪਣਾ ਬਾਦ ਸਾਹਿਬ ਲਾਹੌਰ? ਤੁਸੀਂ ਲਾਹੌਰ ਹੀ ਹੋ? कोविड, हाँ मैं लाहौर हूँ। कोविड मौजूद है और इन्फेक्शंस हो रहे ने और कैजुअलिटीज भी हो रही ने, लेकिन अगर ਤੁਸੀਂ ਇੱਕ ਪ੍ਰੋਟੋਕੋਲ ਤੈਅ ਹੋਇਆ ਕਿ ਵੀ ਜਿੱਥੇ ਅਗਰ ਕੋਵਿਡ ਦੀ ਡੈਥ ਹੋਈ ਹੋਵੇ ਉੱਥੇ ਜਾਓ ਕਿ ਨਾ ਜਾਓ, ਕੋਈ ਰਿਸ਼ਤੇਦਾਰਾਂ ਚ ਮਰਿਆ ਹੋਵੇ? ਇਹ ਤੇ ਲੋਕ ਆਪਣਾ ਹੀ ਖੁਦ ਕਰ ਰਹੇ ਨੇ, ਕੋਈ ਮਤਲਬ ਹੈ ਕਿ ਕੰਪਲਾਈਂਸ ਬਾਹਰੋਂ ਕੋਈ ਨਹੀਂ ਹੈ ਅਥਾਰਟੀਜ਼ ਵੱਲੋਂ। ਇਹ ਲੋਕਾਂ ਦੀ ਆਪਣੀ ਹੈ ਔਰ ਅਮੂਮਨ ਲੋਕ ਨਹੀਂ ਜਾ ਰਹੇ, ਨਹੀਂ ਜਾਂਦੇ। ਬਾਹਰ ਤੁਸੀਂ ਸ਼ਹਿਰ ਚ ਨਿਕਲ ਕੇ ਦੇਖੋ ਤੇ ਹਰ ਚੀਜ਼ ਨॉर्मल चल रही है, सब कुछ नॉर्मल चल रहा है। और बस कुछ लोगों ने मास्क पाए ने और मास्क भी नहीं लोग पा रहे, नहीं पाते। कोविड ਜਿਹੜਾ ਉਹ ਡੈਡ ਬੋਡੀਜ਼ ਦੇ ਅੰਦਰ ਜਿੱਥੇ ਲਾਈਵ ਬਲੱਡ ਨਹੀਂ ਹੈਗਾ, ਉਹਦੀ ਲਾਈਫ ਫਿਊ ਸੈਕਿੰਡਸ ਹੈ। खैर दूसरा सिर्फ SOPs कुछ रेस्टोरेंट्स और बिल्डिंग्स ਦੇ ਵਿੱਚ ਉਹ ਫੋਲੋ ਹੋ ਰਹੇ ਨੇ ਕਿ ਰੈਸਟੋਰੈਂਟਸ ਜਿਹੜੇ ਨੇ ਉਹ ਓਪਨ ਚ ਬਿਠਾਣ, ਉਹ ਤੁਸੀਂ ਬੰਦ ਨਹੀਂ ਚਲਾ ਸਕਦੇ। ਬਸ ਇੰਨਾ ਕਿ ਨਹੀਂ, ਉਹ ਤੇ ਠੀਕ ਹੈ। ਮੈਂ ਵੀ ਹੁਣੇ ਕਿਤੋਂ ਤਾਜ਼ੀਅਤ ਕਰਕੇ ਹੁਣੇ ਪਹੁੰਚਿਆ ਤੇ ਮੇਰਾ ਖਿਆਲ ਸੀ ਕਿ ਚਲੋ ਠੀਕ ਹੈ, ਹੋ ਗਈ, ਤੁਸੀਂ ਬਹਿ ਜਾਓ ਹੁਣ। ਇਹ ਹੁਣ ਜਿਹੜੇ ਨਹੀਂ ਪਹਿਲੇ ਵੀ ਦੇਖੋ ਜਿਸ ਘਰ ਚ ਹੋਈ ਹੈ ਉਸ ਮਤਲਬ ਉਹ ਇੱਕ ਬੰਦੇ ਨੂੰ ਤੇ ਨਹੀਂ ਹੈ ਨਾ, ਫਿਰ ਉਹ ਬਾਕੀ ਨਹੀਂ ਹਾਂ, ਉਹਦੇ ਦੋ ਹੋਰ ਬੰਦਿਆਂ ਨੂੰ ਵੀ ਹੋਇਆ। ਤੇ ਮੈਂ ਉਹ ਕਾਫੀ ਉਹ ਮਤਲਬ ਤਰੀਕਾ ਜਿਹੜਾ ਹੈ ਕਿ ਬੰਦੇ ਅੱਗੋਂ ਹੱਥ ਵਧਾਵੇ ਜਾਂ ਅੱਗੋਂ ਕੋਈ ਬਜ਼ੁਰਗ ਤੁਹਾਨੂੰ ਫੜੇ ਤੇ ਤੁਸੀਂ ਕੀ ਕਰੋ? ਸੁਕਾਣੀ ਮਾਰ ਕੇ ਮੈਨੂੰ ਲੱਗਾ ਉਹਦੇ ਤੇ ਤਾਜ਼ੀਅਤ ਨਹੀਂ ਹੈ, ਕਬੱਡੀ ਖੇਡ ਰਿਹਾ ਕਦੀ ਇੱਧਰ। ਉਹ ਇੱਕ ਕਾਫੀ ਲੋਕਾਂ ਨੇ ਐਕਸੈਪਟ ਵੀ ਕਰ ਲਿਆ ਹੈ ਕਿ ਕੁਝ ਠੀਕ ਨਹੀਂ ਹੈ, ਅੱਗੇ ਨਾ ਕਰੋ ਤੇ ਉਹ ਇਸ ਕਰਕੇ ਮਤਲਬ ਹੋ ਜਾਂਦੇ ਨੇ। ਫੋਨ ਤੇ ਗੱਲ ਕਰ ਲਵੋ। ਹਾਂ, ਇਹੀ ਚੱਲ ਰਿਹਾ ਜ਼ਿਆਦਾ ਕਿ ਫੋਨ ਤੇ ਗੱਲ ਕਰ ਲਓ। ਲੋਕ ਫਿਜ਼ੀਕਲੀ ਅਵੋਇਡ ਕਰਦੇ ਨੇ, ਨਹੀਂ ਵਿਜ਼ਿਟ ਕਰਨਾ ਚਾਹੀਦਾ। ਨੀਫ ਸਾਹਿਬ ਮੈਂ ਅੱਜ ਗਿਆ ਸੀ ਜ਼ਾਹਿਦ ਡਾਰ ਸਾਹਿਬ ਦੇ ਜਨਾਜ਼ੇ ਤੇ ਜ਼ਾਹਿਦ ਸਾਹਿਬ ਤੇ ਲਾਹੌਰ ਨਹੀਂ ਹੁੰਦੇ ਸਨ? ਹਾਂਜੀ, ਮੈਂ ਲਾਹੌਰ ਤੋਂ ਹੀ ਹਾਂ। ਤਾਹਿਰ। ਅੱਛਾ ਨਹੀਂ, ਸੌਰੀ, ਮੈਂ ਸਮਝਿਆ ਕੌਣ ਬੋਲ ਰਿਹਾ? ਮੈਂ ਤਾਹਿਰ ਬੋਲ ਰਿਹਾ। ਅੱਛਾ ਜੀ ਤਾਹਿਰ। ਅੱਛਾ ਮੈਂ ਤੁਸੀਂ ਕੋਵਿਡ ਦਾ ਪੁੱਛ ਰਹੇ ਹੋ ਤੇ ਮੈਂ ਸ਼ੇਅਰ ਕਰ ਰਿਹਾ ਸੀ ਕਿ ਉੱਥੇ ਵੀ ਕੋਈ SOPs ਫੋਲੋ ਨਹੀਂ ਹੋ ਰਹੇ ਸੀ। ਤਦਫੀਨ ਜਨਾਜ਼ੇ 'ਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਮਾਸਕ ਵੀ ਯੂਜ਼ ਨਹੀਂ ਕਰ ਰਹੇ ਤੇ ਮਤਲਬ ਹੈਂਡਸ਼ੇਕ ਵੀ ਹੋ ਰਿਹਾ, ਲੋਕ ਬਗਲਗੀਰ ਵੀ ਹੋ ਰਹੇ ਨੇ। ਬਸ ਉਸ ਤਰ੍ਹਾਂ ਹੀ ਨਾਰਮਲ ਇੱਥੇ ਤੇ SOPs ਬਿਲਕੁਲ ਫੋਲੋ ਨਹੀਂ ਹੋ ਰਹੇ। ਬਸ ਮੀਡੀਆ ਔਰ ਹਸਪੀਟਲ 'ਚ ਜਾਓ ਤੇ ਕੋਵਿਡ ਦਾ ਪਤਾ ਚੱਲਦਾ ਹੈ ਔਰ ਕੈਜੂਅਲਿਟੀਜ਼ ਦਾ। ਅੱਛਾ ਹਾਂਜੀ, ਸਾਡੇ ਇੱਧਰ ਪਹਿਲਾਂ ਤਾਂ ਜੀ ਬੜਾ ਲੋਕਾਂ ਨੇ ਟਾਈਟ ਕੀਤਾ ਵੀ ਇਹ ਨਾ ਕਰੋ, ਹੁਣ ਕੋਈ ਕੁਝ ਵੀ ਫੋਲੋ ਨਹੀਂ ਕਰ ਰਿਹਾ। ਤੇ ਮੈਨੂੰ ਇਹ ਲੱਗਦਾ ਵੀ ਕਰੋਨਾ ਕੁਛ ਇਹ ਸਮਝ ਨਹੀਂ ਆ ਰਿਹਾ। ਲੋਕ ਇਕੱਠੇ ਹੁੰਦੇ ਨੇ, ਰੈਲੀਆਂ ਹੁੰਦੀਆਂ ਨੇ ਵੀ, ਇਹ ਮੈਨੂੰ ਇਹ ਲੱਗਦਾ ਵੀ ਐਵੇਂ ਹੀ ਸੀ ਕੋਈ ਕਰੋਨਾ। ਨਹੀਂ, ਜਿਹਨਾਂ ਦੇ ਘਰ ਬੈਠਾ ਮੈਂ ਤਾਜ਼ੀਅਤ ਕਰਕੇ ਆਇਆ, ਉੱਥੇ ਕੋਵਿਡ ਤੋਂ ਮਰਿਆ ਨੇ, 2 ਨੂੰ ਹੋਰ ਹੋਇਆ, ਉਹ ਵੀ ਨਹੀਂ ਮੰਨਦੇ ਪਏ। ਉਹ ਕਹਿੰਦੇ ਨਹੀਂ ਹੈ ਨਹੀਂ। ਨਹੀਂ, ਉਹ ਮੇਰਾ ਖਿਆਲ ਫਲੂ ਹੈ, ਸਿੰਪਲ ਫਲੂ ਹੈ। ਇਹਦੇ ਵਿੱਚ ਕੋਈ ਨਾ ਕੋਈ ਸ਼ਾਇਦ ਹਿਡਨ ਜ਼ਰੂਰ ਹੈ। ਮੈਨੂੰ ਕਰੋਨਾ ਹੋਇਆ ਸੀ ਤੇ ਮੈਂ ਜਿਸ ਆਫਿਸ 'ਚ ਬੈਠਦਾ, ਇਤਫਾਕਨ ਮੇਰੇ ਭਾਈ ਆਏ ਦੇ ਸੀ ਤੇ ਉਹ 8 ਦਿਨ ਮੇਰੇ ਨਾਲ ਉਸੇ ਆਫਿਸ 'ਚ 4 ਫੁੱਟ ਦੇ ਫਾਸਲੇ ਤੇ ਮੇਰੇ ਕੋਲ ਬੈਠੇ। ਮੇਰਾ ਡਰਾਈਵਰ ਜਿਹੜਾ ਇੱਕ ਗੱਡੀ ਦੇ ਵਿੱਚ ਸ਼ੀਸ਼ੇ ਬੰਦ ਹੋਣ, ਉਹ ਕਾਫੀ ਚਾਂਸ ਹੈ ਕਿ ਉਹਨੂੰ ਹੋ ਸਕਦਾ। ਉਹ 15 ਦਿਨ ਮੇਰੇ ਨਾਲ ਚੱਲਦਾ ਰਿਹਾ। ਮੈਨੂੰ ਤਾਂ ਪਤਾ ਜਿਸ ਮੈਨੂੰ ਕਰੋਨਾ, ਮੈਂ ਫਲਾਈਟ ਲੈਣ ਲੱਗਾ ਤਾਂ ਪਤਾ ਲੱਗਿਆ ਕਿ ਕਰੋਨਾ, ਤੇ ਉਹਦੇ 15-16 ਦਿਨ ਤੱਕ ਪੋਜ਼ਿਟਿਵ ਵੀ ਰਿਹਾ। ਮਗਰ ਸਾਰੇ ਬੰਦੇ ਮੇਰੇ ਕਰੀਬ ਉਸ ਤੋਂ ਮਤਲਬ ਜੇ ਕਰੋਨਾ ਤੇ ਅੱਜ ਡਿਸਕਵਰ ਹੋਇਆ ਨਾ, ਉਸ ਤੋਂ ਪਿਛਲੇ ਦਿਨ 3 ਦਿਨ 4 ਦਿਨ ਅਸੀਂ ਮੀਟਿੰਗ ਕਰਦੇ ਹਾਂ, 2 ਫੁੱਟ ਦੇ ਫਾਸਲੇ ਤੇ ਅਸੀਂ ਸ਼ਾਊਟ ਕਰਦੇ ਹਾਂ। ਕਿਸੇ ਇੱਕ ਬੰਦੇ ਨੂੰ ਇਨਫੈਕਸ਼ਨ ਨਹੀਂ ਹੋਈ ਮੇਰੇ ਤੋਂ।
ठीक है, वो बगैर सिम्टम्स तो भी है जी, एसिम्प्टोमेटिक और बहुत मैंने माइल्ड एक सिम्टम्स रिक्वेस्ट वाला भी की है ते सीवियर सिम्टम्स चलो अल्लाह खैर करे। खैर करे, ਸਾਇੰਸ अल्लाह ਦੀ खैर ਕਲਾਸ ਬਣਦੀ ਜਾ ਰਹੀ, ਸਾਇੰਸ ਦੀ ਕਲਾਸ ਬਣਦੀ ਜਾ ਰਹੀ ਤੇ ਅਸੀਂ ਉਹ ਆਪਣਾ ਪੜ੍ਹ ਰਹੇ ਸਾਂ। ਜ਼ੁਬੈਰ ਸਾਹਿਬ ਨੇ ਆਪਣਾ ਕਹਾਣੀ ਰਿਕਮੈਂਡ ਕੀਤੀ ਸੀ ਤੂੜੀ ਦੀ ਪੰਡ। ਉਹ ਇੱਕ ਮਿੰਟ ਮੈਂ नहीं ਖੋਲ ਲਵਾਂ, ਤੁਸੀਂ ਜਰਾ ਖੋਲ ਲਵੋ ਤੁਹਾਡੇ ਕੋਲ। ਨਹੀਂ खब्बल कहानी ਨਹੀਂ ਕਿਤਾਬ ਖੇਲ ਉਹਦਾ ਨਾਂ ਹੈ। खब्बल 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 हाँ जी हाँ खब्बल। ਉਹ ਜ਼ਰਾ ਖੋਲ ਲਓ ਤੁਸੀਂ। ਇੱਥੇ ਮੇਰੇ ਕੋਲ ਖੁੱਲੀ ਸੀ। ਕਿਹਦੇ ਕੋਲ ਖੁੱਲੀ ਹੈ? ਮੇਰੇ ਕੋਲ ਖੁੱਲੀ ਹੈ ਕਿਤਾਬ ਦਾ ਨਾਂ ਹੈ ਤੂੜੀ ਦੀ ਪੰਡ ਜੀ। ਕਿਤਾਬ ਦਾ ਨਾਂ ਤੂੜੀ ਦੀ ਪੰਡ। ਉਹਦੇ ਤੋਂ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਉਹ ਕਦੀ ਕਦੀ ਲੋਕਾਂ ਨੂੰ ਸ਼ੌਕ ਹੁੰਦਾ ਨਾ ਆਪਣਾ ਫੈਸ਼ਨ ਵਿੱਚ ਪੰਜਾਬੀ ਬੋਲਣ ਦਾ। ਤੇ ਮੇਰਾ ਇੱਥੇ ਵਿਆਹ ਹੋਣਾ ਸੀ ਕਰਾਚੀ। ਮੈਂ ਕਰਾਚੀ ਹੀ ਰਿਹਾ ਕਾਫੀ ਸਾਰੀ ਜ਼ਿੰਦਗੀ ਇੱਥੇ ਗੁਜ਼ਾਰੀ। ਤੇ ਕਿਸੇ ਦੋਸਤ ਨੇ ਕਿਹਾ ਕਿ ਸ਼ਾਦੀ ਦਾ ਕਾਰਡ ਪੰਜਾਬੀ ਚ ਹੋਣਾ ਚਾਹੀਦਾ। ਮੈਂ ਆ ਗਿਆ ਜ਼ਬਰਦਸਤ, ਤੇ ਬਹੁਤ ਅਖੀਰ ਹੋ ਗਿਆ। ਤੇ ਮੈਂ ਕਾਰਡ ਲੈ ਕੇ ਗਿਆ ਆਪਣਾ ਪਿੱਛੇ ਸ਼ਹਿਰ ਆਪਣੇ ਪਿੰਡ। ਤੇ ਉੱਥੇ ਸਾਡੇ ਖਾਨ ਸਾਹਿਬ ਹੁੰਦੇ ਸਨ, ਇੰਤਕਾਲ ਹੋ ਗਿਆ ਉਹਨਾਂ ਦਾ। ਉਹਨਾਂ ਨੂੰ ਕਾਰਡ ਦਿੱਤਾ। ਉਹਨਾਂ ਨੇ ਕਿਹਾ ਇਹ ਕੀ? ਮੈਂ ਕਿਹਾ ਸਾਡੀ ਸ਼ਾਦੀ ਦਾ ਕਾਰਡ ਹੈ। ਤੇ ਉਹਨਾਂ ਨੇ ਕਿਹਾ ਉਹ ਤੈਨੂੰ ਤੇ ਅਸੀਂ ਭੇਜਿਆ ਸੀ ਕਰਾਚੀ, ਤੂੰ ਅੱਗੇ ਤਰੱਕੀ ਕਰੇਗਾ ਤੇ ਤੂੰ ਪਿੱਛੇ ਤੂੜੀ ਵਾਲੇ ਅੰਦਰ ਤੂੜੀ ਵਾਲੇ ਮੰਦਰ ਜਾ ਰਿਹਾ, ਤੂੰ ਪਿੱਛੇ ਨੂੰ ਤੁਰਿਆ ਜਾ ਰਿਹਾ। ਤੇ ਉਹਦੇ ਤੋਂ ਮੈਨੂੰ ਤੂੜੀ ਦੀ ਪੰਡ ਤੋਂ ਮੈਨੂੰ ਯਾਦ ਆਇਆ ਕਿ ਤੂੜੀ ਵਾਲਾ ਕਮਰਾ ਹੁੰਦਾ ਸੀ ਪਿੱਛੇ ਜਿਹਾ, ਜਿਹੜਾ ਹਨੇਰਾ ਹੁੰਦਾ ਸੀ। ਤੇ ਇਹਦੇ ਚੋਂ ਕੋਈ ਕਿਹੜਾ ਪਹਿਲੇ ਪੜੇਗਾ? ਹਾਂ ਜੀ, ਕੋਈ ਮੈਨੂੰ ਇਹ ਦੱਸੋ ਕਿ ਮੈਂ ਕੋਈ ਖਰਾਬ ਕਰ ਦਿੱਤਾ ਆਪਣਾ ਕੰਮ। ਇਹਦੇ ਤੇ ਤੁਸੀਂ ਸਕਰੀਨ ਸ਼ੇਅਰ ਕਰਤੀ ਹੈ? ਬਿਲਕੁਲ ਠੀਕ ਹੈ, ਸਾਹਮਣੇ ਆ ਗਈ। ਠੀਕ ਤੇ ਕੀਤਾ ਮੈਂ ਖਿਆਲ ਸਾਰਿਆਂ ਨੂੰ ਨਜ਼ਰ ਆ ਰਹੀ ਹੋਏਗੀ। बिल्कुल ठीक है। ਹਾਂ ਬਿਲਕੁਲ ਠੀਕ ਹੈ। ਹਾਂ ਤੇ ਕੌਣ? ਅਬਾਸ ਸਾਹਿਬ ਤੁਸੀਂ ਅਗਰ मैं शुरू कर देना जी। कहानी का नाम है जी खब्बल और कहानी शुरू होती है कि ਇਹ ਕਹਾਣੀ ਪਾਕਿਸਤਾਨ ਦੀ ਹੈ। ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ। ਉੱਥੇ ਹਰ ਸ਼ੈ ਉਖੜੀ ਲੱਗਦੀ ਸੀ। ਥਾਣਿਆਂ ਚੌਂਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਗ, ਪੰਘੂੜੇ, ਮੇਜ਼, ਸੋਫਾ ਸੈੱਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ? ਕਦੀ ਇਹਨਾਂ ਦੇ ਘਰਾਂ ਵਿੱਚ ਕੋਈ ਖਾਸ ਥਾਂ ਹੋਣੀ ਹੈ। ਇਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਇਸ ਥਾਂ ਤੋਂ ਬਿਨਾਂ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੁਝੇ ਲੱਗਣ। ਪਰ ਇਸ ਵੇਲੇ ਇਹ ਇੱਥੇ ਇੱਕ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪਰਛੱਤੀਆਂ ਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ। ਇਹਨਾਂ ਨੂੰ ਹੁਣ ਕਦੀ ਕਿਸੇ ਮਾਂਜਿਆਂ ਲਿਸ਼ਕਾਇਆ ਨਹੀਂ ਸੀ, ਗਿਣਿਆ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ। ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਸੀ। ਮਨੁੱਖ ਦਾ ਕੀ ਮਤਲਬ ਹੋਇਆ? ਖਾਤੂਨ ਕੋਈ? ਇਸਤਰੀ ਤੇ ਹੈ ਜੀ ਔਰਤ। ਇਹ ਲਫ਼ਜ਼ ਤਰੀ ਔਰ ਸ ਤੋਂ ਬਣਿਆ ਹੈ। ਤਰੀ ਦਾ ਮਤਲਬ ਹੈ ਫੀਮੇਲ ਔਰ ਸ ਲਾ ਕੇ ਸੁਪਰਲੇਟਿਵ ਡਿਗਰੀ, ਮਤਲਬ ਬਹੁਤ ਅੱਛੀ, ਆਲਾ। ਤੇ ਇਸਤਰੀ ਔਰ ਮਨੁੱਖ ਹੈ ਇੱਕ ਮਤਲਬ ਇੱਕ ਜਨਰਿਕ ਹੈ, ਬੰਦਾ, ਇਨਸਾਨ, ਬੰਦਾ। ਹਾਂ, ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ। ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਸੀ। ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ। ਤਰੱਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਵੇਖਦੇ ਤੇ ਓਪਰੀਆਂ ਥਾਵਾਂ ਤੇ ਡਰ ਕੇ ਪੈਰ ਧਰਦੇ। ਇਸ ਉਥਲ ਪਥਲ ਵਿੱਚ ਕੇਵਲ ਧਰਤੀ ਹੀ ਆਪਣੇ ਥਾਂ ਪੱਕੀ ਸੀ ਤੇ ਇਸ ਧਰਤੀ ਤੇ ਅਨੇਕਾਂ ਉਖੜੇ ਹੋਏ ਸ਼ਰਨਾਰਥੀ ਰਿੜਦੇ ਫਿਰਦੇ। ਵਾਘੇ ਦੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾਂਹ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜ਼ਿਲ੍ਹਿਓਂ ਜ਼ਿਲ੍ਹੇ ਤੇ ਪਿੰਡੋਂ ਪਿੰਡ ਪੈਦਲ ਜਾਂ ਗੱਡੀਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭੌਣ ਲੱਗ ਪੈਂਦੇ। ਠੀਕ
ਬਹੁਤ ਸ਼ੁਕਰੀਆ। ਇੱਥੇ ਰੁਕੋ, ਇੱਕ ਦੋ ਮੈਂ ਇਹਦੇ ਚ ਗੱਲਾਂ ਇਹਦੇ ਚ ਪੁੱਛਣੀਆਂ ਨੇ ਜਿਹੜਾ ਅਸੀਂ ਪੜ੍ਹਿਆ ਹੁਣ ਤੱਕ। ਇੱਕ ਤੇ ਗੱਲ ਦੱਸੋ ਕਿ ਜਾਨਵਰ ਜਿਹੜੇ ਨੇ ਉਹਨਾਂ ਨੇ ਜ਼ਿਕਰ ਕੀਤਾ, ਤੇ ਉਹ ਜਾਨਵਰ ਕਿਉਂ ਡਰੇ ਨੇ? ਇਹਦੀ ਕੋਈ ਤੁਸੀਂ ਹੋਰ ਵੀ ਪਾਰਟੀਸ਼ਨ ਦੇ ਬਾਰੇ ਕਿਤਾਬਾਂ ਪੜ੍ਹੀਆਂ ਹੋਣਗੀਆਂ ਜਾਂ ਗੱਲਾਂ ਸੁਣੀਆਂ ਹੋਣਗੀਆਂ, ਤੇ ਜਾਨਵਰ ਕਿਉਂ ਡਰੇ ਨੇ? ਮੈਂ ਤੇ ਇੱਥੇ ਗੱਲ ਕਰ ਸਕਣਾ, ਤੁਸੀਂ ਅਗਰ ਮੈਨੂੰ ਪੁੱਛ ਰਹੇ ਹੋ ਜਾਂ ਬਾਕੀ ਸਾਰਿਆਂ ਤੋਂ ਪੁੱਛ ਰਹੇ ਹੋ ਤੇ ਦੋਸਤ ਹੋਰ ਵੀ ਗੱਲ ਕਰ ਸਾਰੇ ਇਹਦੇ ਤੇ ਗੱਲ ਕਰੋ। ਜਾਨਵਰਾਂ ਦਾ ਜਿਹੜੇ ਘਰਾਂ ਦੇ ਵਿੱਚ ਜਾਨਵਰ ਅਸੀਂ ਰੱਖਨੇ ਆ ਨਾ, ਉਹਨਾਂ ਦਾ ਉਸ ਘਰ ਵਾਲਿਆਂ ਦੇ ਨਾਲ, ਉਹਨਾਂ ਇਨਸਾਨਾਂ ਦੇ ਨਾਲ ਇੱਕ ਜਾਣਨ ਦਾ, ਪਹਿਚਾਨਣ ਦਾ ਰਿਸ਼ਤਾ ਉਹ ਬਣ ਚੁੱਕਿਆ ਹੁੰਦਾ ਹੈ। ਤੇ ਉਹਨਾਂ ਦੇ ਹੁਣ ਜਿਨ੍ਹਾਂ ਨਾਲ ਉਹ ਰਹਿੰਦੇ ਸਨ, ਉਹ ਘਰ ਵਾਲੇ, ਉਹ ਜਨਾਨੀਆਂ, ਉਹ ਬੱਚੇ ਔਰ ਉਹ ਮਰਦ ਜਿਹੜੇ ਉਹਨਾਂ ਨੂੰ ਪੱਠੇ ਪਾਉਂਦੇ ਸਨ, ਨਵਾਉਂਦੇ ਸਨ, ਪਾਣੀ ਪਿਆਉਂਦੇ ਸਨ, ਚੋਂਦੇ ਸਨ ਜਾਂ ਬਾਹਰ ਹਲ ਚਲਵਾਉਂਦੇ ਸਨ ਜਾਂ ਉਹਨੂੰ ਜੋ ਕੁਛ ਕਰਦੇ ਸਨ, ਇੱਕ ਅਸੀਂ ਬੋਲਨੇ ਆ ਲਫ਼ਜ਼ ਕਿ ਹਿਲੇ ਹੋਏ, ਮਤਲਬ ਇਹ ਕਿ ਮੱਝ ਕਿਸੇ ਹੋਰ ਤੋਂ ਨਹੀਂ ਚਵੇਂਦੀ, ਉਸੇ ਕੋ ਉਹੀ ਚੋਂਦਾ ਹੈ ਜਿਹੜਾ ਅਮੂਮਨ ਚੋਂਦਾ ਰਵੇ। ਅੱਛਾ, ਉਹ ਦੂਸਰਾ ਕੋਈ ਉਹ ਬੜੀ ਅਜਨਬੀ ਚਲੇ ਜਾਵੇ ਤੇ ਜਾਨਵਰ ਉਹਦੇ ਤੋਂ ਥੋੜਾ ਜਿਹਾ ਤਰ੍ਹਾਂ ਵੀ ਨੇ। ਇਹ ਸ਼ਾਇਦ ਉਹਨਾਂ ਦੀ ਆਪਣੀ ਸਰਵਾਈਵਲ ਇਨਸਟਿੰਕਟ ਹੈ ਜਾਂ ਕੀ ਹੈ, ਤੇ ਉਹ ਹੁਣ ਇਕੱਲੇ ਰਹਿ ਗਏ ਨੇ। ਉਹ ਇਕੱਲੇ ਰਹਿ ਗਏ ਨੇ, ਉਹਨਾਂ ਦੇ ਘਰ ਵਾਲਾ ਕੋਈ ਉਹਨਾਂ ਨੂੰ ਦਿਸਦਾ ਨਹੀਂ ਹੈ, ਜਿਹੜਾ ਹਰ ਵੇਲੇ ਜਿਨ੍ਹਾਂ ਨਾਲ ਉਹ ਗੁਜ਼ਾਰਦੇ ਸਨ, ਜਾਨਵਰ ਇਨਸਾਨ ਮਿਲ ਕੇ ਉਹ ਇੱਕ ਪਾਰਟੀ ਵਿੱਚੋਂ ਨਿਕਲ ਗਈ ਹੈ। ਉਹ ਇਕੱਲੇ ਹੋ ਗਏ ਨੇ, ਉਹਨਾਂ ਨੂੰ ਪਤਾ ਨਹੀਂ ਚੱਲਦਾ ਹੁਣ ਸਾਡਾ ਕੌਣ ਹੈ, ਜਿਹੜਾ ਸਾਡੇ ਨਾਲ ਰਹਿੰਦਾ ਸੀ, ਮਾਲਕ ਹੈ, ਸਾਈਂ ਹੈ, ਜੋ ਵੀ। ਸਹੀ। ਹੋਰ ਕੋਈ ਐਕਸਪਲੇਨੇਸ਼ਨ ਕਿਸੇ ਕੋਲ ਹੋਵੇ ਕਿ ਕੀ ਜਾਨਵਰਾਂ ਦਾ ਇੱਥੇ ਜ਼ਿਕਰ ਜਿਹੜਾ ਹੈ ਉਹ ਕਿਉਂ ਇੰਪੋਰਟੈਂਟ ਹੈ, ਜਾਂ ਕੀ ਦੱਸਦੇ ਨੇ ਸਾਨੂੰ ਜਾਨਵਰ, ਡਰੇ ਉਜੜੇ ਜਾਨਵਰ ਨੇ? ਇੱਕ ਇਹ ਵੀ ਤੇ ਹੋ ਸਕਦਾ ਹੈ ਕਿ ਜਦੋਂ ਬੰਦਾ ਆਪ ਡਰਿਆ ਹੋਇਆ ਹੁੰਦਾ ਹੈ, ਉਹ ਫਿਰ ਆਪਣਾ ਅੰਦਰ, ਜਦੋਂ ਬੰਦਾ ਆਪ ਡਰਿਆ ਹੋਇਆ ਹੁੰਦਾ ਹੈ, ਉਹਦੇ ਅੰਦਰ ਦਾ ਡਰ ਵੀ ਤੇ ਬਾਹਰ ਉਹਨੂੰ ਨਜ਼ਰ ਆਉਂਦਾ ਹੈ। ਇੱਕ ਜਿਵੇਂ ਮਤਲਬ ਉਹ ਨਾਸਿਰ ਕਾਜ਼ਮੀ ਨੇ ਵੀ ਆਖਿਆ ਕਿ ਉਹ ਆਪਣੀ ਉਦਾਸੀ ਨੂੰ ਪੂਰਾ ਬਾਹਰ ਹੀ ਪ੍ਰੋਜੈਕਟ ਕਰ ਦਿੱਤਾ ਕਿ ਦਿਲ ਤੋਂ ਮੇਰਾ ਉਦਾਸ ਹੈ ਨਾਸਿਰ, ਸ਼ਹਿਰ ਕਿਉਂ ਸਾਈਂ ਸਾਈਂ ਕਰਤਾ ਹੈ। ਸਹੀ ਉਸ ਤਰ੍ਹਾਂ ਲੱਗ ਰਿਹਾ। ਸਹੀ। ਹੋਰ ਕੋਈ ਇਹਦੀ ਐਕਸਪਲੇਨੇਸ਼ਨ? ਦੇਖੋ, ਇੱਕ ਤੇ ਐਕਸਪਲੇਨੇਸ਼ਨ ਹੈ, ਦੂਸਰਾ ਹੈ ਇਹਦੀ ਵਰਤੋਂ। ਰਾਈਟਰ ਜੀ ਮੈਂ ਵਰਤ ਰਿਹਾ ਹੈ ਕਿ ਇਹ ਜੋ ਵਰਤੀ ਹੈ, ਜੋ ਬੀਤੀ ਹੈ, ਉਹ ਸਿਰਫ ਇਨਸਾਨਾਂ ਨਾਲ ਹੀ ਨਹੀਂ ਉਹਨੇ ਇਹ ਕੀਤਾ ਕੰਮ, ਉਹਨੇ ਆਪਣੇ ਮਾਹੌਲ ਤੇ ਇਰਦ ਗਿਰਦ ਦੀ ਲਾਈਫ ਫਾਰਮਸ ਹੋਰ ਵੀ ਜਿਹੜੀਆਂ ਨੇ ਉਹਨਾਂ ਤੇ ਵੀ ਅਸਰ ਪਾਇਆ ਹੈ। ਜਾਨਵਰ ਵੀ ਇਫੈਕਟ ਹੋਏ ਨੇ। ਉਹਦੇ ਚ ਕਿੰਨੇ ਜਾਨਵਰ ਮਾਰੇ ਗਏ ਹੋਣਗੇ, ਕਿੰਨੇ ਉਹਨਾਂ ਦੇ ਮਤਲਬ ਇੱਕ ਮੱਝ ਹੈ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਿਧਰ ਚਲੇ ਗਏ ਨੇ, ਉਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ, ਉਹ ਵੀ ਵਿਛੜ ਗਏ ਨੇ, ਉਹ ਵੀ ਬੇਘਰ ਹੋ ਗਏ। ਸਿਰਫ ਇਨਸਾਨਾਂ ਦੇ ਨਹੀਂ ਬਲਕਿ ਡੀਪਰ ਇਹਦਾ, ਇਸ ਕਲੈਮਿਟੀ ਦਾ, ਇਸ ਡੀਪਰ ਇੰਪੈਕਟ ਹੈਗਾ ਇਸ ਕ੍ਰਾਈਸਿਸ ਦਾ। ਅੱਛਾ, ਮੈਨੂੰ ਇੱਕ ਚੀਜ਼ ਜਿਹੜੀ ਲੱਗੀ, ਮੈਂ ਕਿਸੇ ਪਾਰਟੀਸ਼ਨ ਦੇ ਬਾਰੇ ਜੀ ਕਿਸੇ ਨੋਵਲ 'ਚ ਹੀ ਪੜ੍ਹਿਆ ਸੀ, ਔਰ ਮੈਨੂੰ ਇਹਦੇ 'ਚ ਉਹਦੀ ਥੋੜੀ ਜਿਹੀ ਝਲਕ ਨਜ਼ਰ ਆਈ ਕਿ ਜਾਨਵਰਾਂ ਨੇ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਕੋਈ ਹਿਲੇ ਨੇ, ਘਰ ਦੇ ਜਾਨਵਰ ਨੇ, ਘਰ ਦੇ ਉਸ ਜ਼ਮਾਨੇ 'ਚ ਵੀ ਹੁਣ ਵੀ ਘਰ ਦੇ ਫਰਦਾਂ ਦੀ ਤਰ੍ਹਾਂ ਹੀ ਰਹਿੰਦੇ ਨੇ ਇੱਕ ਤਰੀਕੇ ਨਾਲ, ਠੀਕ ਹੈ ਨਾ। ਤੇ ਲੇਕਿਨ ਜਾਨਵਰ ਨੇ ਪਹਿਲੀ ਦਫਾ ਦੇਖਿਆ ਕਿ ਇਨਸਾਨ ਦੇ ਨਾਲ ਕੀ ਕਰ ਸਕਦਾ, ਠੀਕ ਹੈ ਨਾ। ਤੇ ਉਹ ਜਾਨਵਰਾਂ ਨੇ ਉਹ ਚੀਜ਼ ਜਿਹੜੀ ਹੈ ਉਹ ਪੂਰਾ ਜਿਹੜੀ ਮਤਲਬ ਕਤਲੋਗਾਰਤ ਹੋਇਆ, ਜਿਹੜਾ ਉਹ ਮਾਰ ਕੁੱਟ ਹੋਈ, ਉਹ ਜਾਨਵਰਾਂ ਨੇ ਉਹ ਵੇਖੀ। ਤੇ ਉਹ ਪਹਿਲੀ ਦਫਾ ਉਹਨਾਂ ਨੂੰ ਲੱਗਾ ਕਿ ਇਹ ਜਿਹੜਾ ਇਨਸਾਨ ਹੈ ਇਹ ਇੱਕ ਦੂਸਰੇ ਦੇ ਨਾਲ ਕੀ ਕਰ ਸਕਦਾ। ਤੇ ਉਹਨਾਂ ਦੇ ਅੰਦਰ ਇੱਕ ਇਨਸਾਨ ਦਾ ਜਿਹੜਾ ਉਹ ਖੌਫ ਪੈਦਾ ਹੋ ਗਿਆ। ਮਤਲਬ ਇਹ ਹੈ ਰੋਮਾਂਟਿਕ ਸਾਡੇ ਮਤਲਬ ਫੋਕਲੋਰ ਦਾ ਹਿੱਸਾ ਹੈ ਕਿ ਬਈ ਨਹੀਂ ਠੀਕ ਹੈ, ਜਾਨਵਰ ਆਪਣੇ ਮਾਲਕ ਨੂੰ ਪਛਾਣਦੇ, ਠੀਕ ਹੈ, ਕੁਝ ਜਾਨਵਰ ਪਛਾਣਦੇ ਨੇ, ਘੋੜੇ ਪਛਾਣਦੇ ਨੇ, ਮੱਝ ਜਿਹੜਾ ਚੂਣ ਵਾਲੇ ਦੇ ਹੱਥ ਨੂੰ ਪਛਾਣਦੀ ਹੋਏਗੀ, ਲੇਕਿਨ ਮੇਰਾ ਨਹੀਂ ਖਿਆਲ ਬੱਕਰੀਆਂ ਪਛਾਣਦੀਆਂ ਨੇ, ਮੇਰਾ ਨਹੀਂ ਖਿਆਲ। ਮਤਲਬ ਇਹ ਬਹੁਤ ਜ਼ਿਆਦਾ ਅਸੀਂ ਇਹਨੂੰ ਰੋਮਾਂਟਿਸਾਈਜ਼ ਵੀ ਕੀਤਾ। ਜਾਨਵਰ ਤੇ ਜਾਨਵਰ ਹੁੰਦਾ, ਉਹਨੂੰ ਥੋੜਾ ਜਿਹਾ ਕੰਫਰਟ ਦੇਗਾ, ਹੱਥ ਫੇਰੇਗਾ ਤੇ ਜਾਨਵਰ ਉਹਦੇ ਨਾਲ ਟੁਰ ਪਏਗਾ। ਤੇ ਮੈਨੂੰ ਇਹਦੇ 'ਚ ਉਹਦੀ ਇੱਕ ਹੋਰ ਇਹ ਝਲਕ ਵੀ ਨਜ਼ਰ ਆਈ ਕਿ ਜਾਨਵਰ ਜਿਹੜਾ ਹੈ ਉਹਨਾਂ ਨੇ ਉਹ ਪੂਰੀ ਸ਼ੈ ਵਿਟਨੈਸ ਕੀਤੀ ਔਰ ਉਹਨਾਂ ਨੇ ਇਨਸਾਨ ਨੂੰ ਇੱਕ ਨਵੇਂ ਤਰੀਕੇ ਨਾਲ ਵੇਖਿਆ। ਲੇਕਿਨ ਜਿਸ ਤਰ੍ਹਾਂ ਮੇਰਾ ਖਿਆਲ ਹੈ ਮਰੀਮ ਕਹਿ ਰਹੇ ਸਨ ਕਿ ਬਿਲਕੁਲ ਇਹ ਵੀ ਹੋ ਸਕਦਾ ਕਿ ਲਿਖਣ ਵਾਲਾ ਜਿਹੜਾ ਆਪ ਹੈ, ਉਹ ਆਪ ਜਿਹੜਾ ਬੰਦਾ ਹੈ
ਉਹ ਆਪ ਡਰਿਆ ਹੋਇਆ ਤੇ ਉਹਨੂੰ ਜਿਹੜੀ ਸ਼ਾਇਦ ਦੇਖੇਗਾ ਉਹ ਲੱਗੇਗਾ ਕਿ ਇਹ ਸਾਰੇ ਡਰੇ ਨੇ। ਇਹ ਵੀ ਐਕਸਪਲੇਨੇਸ਼ਨ ਹੋ ਸਕਦੀ ਹੈ। ਇੱਕ ਮੈਂ ਹੋਰ ਚੀਜ਼ ਜਿਹੜੀ ਪਹਿਲੇ ਸਫੇ ਤੇ ਹੈ, ਸਰ ਪਹਿਲਾ ਸਫਾ ਵਾਪਸ ਲਾਓ आगे जी। ਕਹਾਣੀ ਦੇ ਸ਼ੁਰੂ ਚ ਹੀ ਨਾ ਮੈਂ ਕਾਲ ਉਹ ਇੱਕ ਮੰਜ਼ਰ ਤੁਹਾਨੂੰ ਦੱਸਣ ਲਈ ਕਿ ਕੀ ਹੋਇਆ ਕੀ ਹੈ, ਬਜਾਏ ਕੋ ਤੁਹਾਨੂੰ ਵੱਡੀ ਸ਼ਾਇਦ ਦੱਸਣ ਦੇ, ਉਹਨੇ ਘਰ ਦਾ ਸਮਾਨ ਜਿਹੜਾ ਹੈ, ਕਿਉਂਕਿ ਕੀ ਵੱਡਾ ਕੰਮ ਕੀ ਹੋਇਆ ਸੀ ਕਿ ਲੋਕ ਉਜੜੇ ਸਨ, ਠੀਕ ਹੈ, ਕਿ ਮਤਲਬ ਲੋਕ ਘਰਾਂ 'ਚ ਰਹਿੰਦੇ ਸਨ ਪਹਿਲੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਘਰ ਛੱਡਣੇ ਪਏ। ਕੋਈ ਸਮਾਨ ਕੁਝ ਲੋਕ ਸਨ, ਉਹ ਮੇਰਾ ਖਿਆਲ ਹੈ ਖੁਸ਼ਕਿਸਮਤ, ਇੱਕ ਦਫਾ ਇੱਕ ਬਜ਼ੁਰਗ ਨੂੰ ਮੈਂ ਮਿਲਿਆ ਸਾਂ, ਉਹਨੇ ਕਿਹਾ ਮੈਂ ਤੇ ਘਰ ਦੀ ਖੂਬੀ ਛੱਡੀ, ਮੈਂ ਜਿਹੜਾ ਨਾ ਗੱਡੇ ਤੇ ਸਾਰਾ ਸਮਾਨ ਲੱਦਿਆ ਘਰ ਦਾ, ਤੇ ਮੈਂ ਲੈ ਕੇ ਆਪਣਾ ਇੱਥੇ ਕਾਲੇ ਪਤਾ ਨਹੀਂ ਕਿਹੜੇ ਉਧਰੋਂ ਪਿੰਡ ਤੋਂ, ਕਿ ਕੋਈ ਬਹੁਤ ਖੁਸ਼ਕਿਸਮਤ ਲੋਕ ਸਨ ਜਿਹੜੇ ਆਪਣਾ ਪੂਰਾ ਘਰ ਦਾ ਸਮਾਨ, ਜਾਂ ਕੁਝ ਵੱਡੇ ਲੋਕ ਹੋਣਗੇ ਜਾਂ ਕੁਝ ਮਤਲਬ ਜ਼ਿਆਦਾ ਸਿਆਣੇ ਹੋਣਗੇ ਜਾਂ ਲੱਕੀ ਹੋਣਗੇ ਜਿਹੜੇ ਲੈ, ਉਹ ਲੋਕਾਂ ਦਾ ਸਮਾਨ ਜਿਹੜਾ ਸੀ ਉਹ ਖੁੱਸਿਆ, ਉਜਾੜਾ ਉਹਦਾ ਇੱਕ ਪਹਿਲੂ ਇਹ ਵੀ ਹੁੰਦਾ। ਤੇ ਇਹਦੇ 'ਚ ਰਾਈਟਰ ਸਾਹਿਬ ਨੇ ਵਿਖਾਉਣ ਲਈ ਇੱਕ ਸਮਾਨ ਦੀ ਛੋਟੀ ਜਿਹੀ ਲਿਸਟ ਦਿੱਤੀ ਹੈ, ਛੋਟੀ ਹੈ, ਕੀ ਹੈ, ਟਰੰਕ, ਠੀਕ ਹੈ ਨਾ, ਪਲੰਗ, ਪੰਗੂੜੇ, ਮੇਜ਼, ਸੋਫਾ ਸੈਟ, ਤਸਵੀਰਾਂ। ਅੱਛਾ, ਇਹ ਲਿਸਟ ਜਿਹੜੀ ਹੈ ਇਹ ਇੱਕ ਬੜੀ ਜਿਹਨੂੰ ਕਹਿੰਦੇ ਨੇ ਇਹਦੇ ਬੜੇ ਫਾਇਦੇ ਹੁੰਦੇ ਕਹਾਣੀ ਵਿੱਚ, ਕਿਉਂਕਿ ਤੁਸੀਂ ਘਰ ਦੀ ਸਮਾਨ, ਘਰ ਦੀ ਅਗਰ ਸਾਰੇ ਸਮਾਨ ਦੀ ਲਿਸਟ ਬਣਾਉਣੀ ਸ਼ੁਰੂ ਕਰੋ ਤਾਂ ਸ਼ਾਇਦ ਸਫੇ ਪੂਰੇ ਹੋ ਜਾਣ। ਕਿ ਉਹਦੇ 'ਚ ਇਹ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਕੀ ਰੱਖਿਆ ਔਰ ਕੀ ਕੱਢ ਦਿੱਤਾ। ਇਹਦੇ 'ਚ ਉਹਨੇ 5-7 ਚੀਜ਼ਾਂ ਰੱਖੀਆਂ ਨੇ, ਠੀਕ ਹੈ ਨਾ, ਟਰੰਕ, ਪਲੰਗ, ਪੰਗੂੜੇ, ਮੇਜ਼, ਸੋਫਾ ਸੈਟ ਕਿਸੇ ਕੋਲ ਹੋਣਾ ਉਸ ਜ਼ਮਾਨੇ 'ਚ, ਤੇ ਤਸਵੀਰਾਂ ਜਿਹੜੀਆਂ ਲੱਗੀਆਂ ਨੇ। ਤੇ ਮੈਂ ਖਿਆਲ ਇੱਥੇ ਰੋਕ ਕੇ ਅਗਰ 2 ਮਿੰਟ ਲਈ ਸਿਰਫ ਇੱਕ ਐਕਸਰਸਾਈਜ਼ ਕਰੀਏ, ਔਰ ਇਹ ਅੱਛੀ ਚੀਜ਼ ਵੀ ਹੋ ਸਕਦੀ ਹੈ, ਭੈੜੀ ਚੀਜ਼ ਵੀ ਹੋ ਸਕਦੀ ਹੈ, ਕਿ ਬਜਾਏ ਤੁਸੀਂ ਦੱਸਣ ਦੇ ਪੂਰੀ ਚੀਜ਼ ਇੱਕ ਤੁਸੀਂ ਇੱਕ ਚੀਜ਼ਾਂ ਦੀ ਲਿਸਟ ਬਣਾ ਕੇ ਉਹਦੀ ਮੰਜ਼ਰਕਸ਼ੀ ਕਰਨ ਦੀ ਕੋਸ਼ਿਸ਼ ਕਰੋ ਕਿ ਵੀ ਇਹ ਚੀਜ਼ਾਂ ਨੇ, ਔਰ ਉਹਦੇ 'ਚ ਜ਼ਾਹਿਰ ਹੈ ਇੰਪੋਰਟੈਂਟ ਹੈ ਕਿ ਤੁਸੀਂ ਕੀ ਵਿਖਾਉਣਾ ਚਾਹੁੰਦੇ ਹੋ ਤੇ ਕੀ ਨਹੀਂ ਵਿਖਾਉਣਾ ਚਾਹੁੰਦੇ, ਕਈ ਨਹੀਂ ਦੱਸਣਾ ਚਾਹੁੰਦੇ। ਤੇ ਬਾਕੀ ਕਿਉਂਕਿ ਇਹਨਾਂ 4-5 ਚੀਜ਼ਾਂ ਨਾਲ ਤੁਹਾਨੂੰ ਇੱਕ ਪੂਰਾ ਮਿਡਲ ਕਲਾਸ ਉਸ ਜ਼ਮਾਨੇ 'ਚ ਹੋਏਗਾ ਕਨਸੈਪਟ, ਉਸ ਘਰ ਦਾ ਤਸੱਵੁਰ ਜਿਹੜਾ ਹੈ ਉਹ ਤੁਹਾਡੇ ਜ਼ਿਹਨ 'ਚ ਪੂਰੇ ਦਾ ਪੂਰਾ ਘਰ ਉਹਨੇ ਇਹ ਛੋਟੀ ਜਿਹੀ ਇੱਕ ਲਿਸਟ ਨਾਲ ਬਣਾ ਦਿੱਤਾ। ਤੇ ਮੈਂ ਚਾਹੁੰਦਾ ਕਿ ਅਸੀਂ ਇੱਕ ਲਿਸਟ ਬਣਾਈਏ, ਛੋਟੀ ਬਣਾਈਏ, ਵੱਡੀ ਬਣਾਈਏ, ਲੇਕਿਨ ਮਤਲਬ 5-4 ਲਾਈਨਾਂ ਤੋਂ ਜ਼ਿਆਦਾ ਦੀ ਨਹੀਂ। ਆਪਣੇ ਜ਼ਿਹਨ 'ਚ ਕੋਈ ਵੀ ਮੰਜ਼ਰ ਸੋਚੋ, ਕੋਈ ਵੀ ਵਾਕਿਆ ਸੋਚੋ, ਤੇ ਉਹਦੇ 'ਚ ਜਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ, ਜਾਂ ਜਿਹੜੀਆਂ ਚੀਜ਼ਾਂ ਦੇ ਥਰੂ ਤੁਹਾਡੇ ਖਿਆਲ ਵਿੱਚ ਉਹ ਵਿਖਾਇਆ ਜਾ ਸਕਦਾ ਮੰਜ਼ਰ ਜਾਂ ਕੋਈ ਵਾਕਿਆ, ਤੇ ਉਹਦੀ ਇੱਕ ਲਿਸਟ ਬਣਾਈਏ। ਕੋਈ ਰੈਂਡਮ 5-7-8 ਚੀਜ਼ਾਂ ਕੋਈ ਸੋਚੋ, ਕੋਈ ਵੀ ਆਪਣੇ ਜ਼ਿਹਨ 'ਚ ਕੋਈ ਮੰਜ਼ਰ ਸੋਚੋ, ਕੋਈ ਵਾਕਿਆ ਸੋਚੋ, ਕਿ ਉਹ ਸਾਨੂੰ ਉਹ ਲਿਸਟ ਦੇ ਥਰੂ ਜਾਂ ਤੇ ਮੰਜ਼ਰ ਸਮਝ ਆਵੇ ਜਾਂ ਵਾਕਿਆ ਸਮਝ ਆਵੇ, ਜਾਂ ਕਮ ਸੇ ਕਮ ਤੁਸੀਂ ਲਿਸਟ ਪੜ੍ਹੋ ਤੇ ਉਹਦੀ ਇੱਕ ਕੈਫੀਅਤ ਜਿਹੜੀ ਹੈ ਉਹ ਸਾਡੇ ਜ਼ਿਹਨ ਵਿੱਚ ਉਹ ਬਣੇ। ਉਹ ਰੰਗ ਹੋ ਸਕਦੇ ਨੇ, ਉਹ ਚੀਜ਼ਾਂ ਹੋ ਸਕਦੀਆਂ ਨੇ, ਉਹ ਕੋਈ ਮੰਜ਼ਰ ਹੋ ਸਕਦੇ ਨੇ, ਉਹ ਕੋਈ ਮਤਲਬ ਖਿਆਲਾਤ ਹੋ ਸਕਦੇ ਨੇ, ਉਹ ਕੋਈ, ਤੇ ਮਤਲਬ ਜ਼ਿਹਨ ਨੂੰ ਖੁੱਲਾ ਛੱਡ ਕੇ ਤੇ 3 ਮਿੰਟ ਲਵੋ, ਠੀਕ ਹੈ ਨਾ, ਤੇ ਉਹ ਲਿਸਟ ਬਣਾਓ, ਫਿਰ ਅੱਗੇ ਟੁਰਨੇ ਕਹਾਣੀ। I'll be back in exactly 2.5 minutes. Okay. ਸਾਰੇ ਬਣਾਓ। ਸੁਖਵਿੰਦਰ ਸਾਹਿਬ ਤੁਸੀਂ ਵੀ ਬਣਾਓ, ਤੁਸੀਂ ਕੋਈ ਕਰਦੇ ਨਹੀਂ ਕੰਮ ਸ਼ਮ ਕਲਾਸ।
जी सर, लिस्ट किहदे कोल तैयार है? मेरे कोल। जी सर। मैं शुरू करा जी? जी सर। ਇਹ ਲਿਸਟ ਜਾਂ ਇੱਕ ਸੀਨ ਜਿਹੜਾ ਹੈ ਇਹ ਮੇਲੇ ਦਾ ਨਿੱਕੇ ਹੁੰਦਿਆਂ ਦਾ ਉਹਦੀਆਂ ਜਿਹੜੀਆਂ ਅੱਛਾ ਇੰਜ ਕਰੋ, ਜਿਹੜਾ ਵੀ ਹੁਣ ਅੱਗੇ ਦੱਸੇ ਉਹ ਪਹਿਲੇ ਇਹ ਨਾ ਦੱਸੇ ਕਿ ਸੀਨ ਕਿਹੜਾ ਹੈ, ਉਹ ਬਸ ਲਿਸਟ ਬਣਾਵੇ, ਉਸ ਤੋਂ ਬਾਅਦ ਫਿਰ ਅਸੀਂ ਠੀਕ ਹੈ ਜੀ। ਮਜ਼ਾਰ ਹੈ, ਢੋਲਾਂ ਵਾਲੇ ਨੇ, ਮਿਠਾਈਆਂ ਦੇ ਤੰਬੂ ਨੇ, ਮਨਿਆਰੀ ਦੀਆਂ ਦੁਕਾਨਾਂ ਨੇ, ਭੰਗੂੜਾ ਵੀ ਹੈ, ਪਕੌੜਿਆਂ ਵਾਲਾ ਵੀ ਹੈ, ਔਰ ਘੋਲ ਦਾ ਮੁਕਾਬਲੇ ਵੀ ਹੁੰਦੇ ਪਏ ਨੇ, ਸੱਪਾਂ ਦਾ ਤਮਾਸ਼ਾ ਵੀ ਹੈ, ਔਰ ਮਲੰਗ ਵੀ ਨੇ। ਫਿਰ ਰਾਤ ਨੂੰ ਰਾਸ ਧਾਰੀਏ ਡਰਾਮਾ ਵੀ ਹੋ ਰਿਹਾ, ਗਾਉਣ ਵਜਾਉਣ ਵੀ ਹੋ ਰਿਹਾ, ਚੂੜੀਆਂ ਵਾਲੀਆਂ ਨੇ, ਤੇ ਪੋਸਟਰ ਵੇਚਣ ਵਾਲਾ ਵੀ ਉੱਥੇ ਖਲੋਤਾ ਹੈ। ਉਹ ਪੋਸਟਰ ਉਹਦੇ ਕੋਲ 65 ਦੀ ਜੰਗ ਤੇ ਦਰਵੇਸ਼ਾਂ ਦੀਆਂ ਫੋਟੋਆਂ ਦੇ ਨੇ। ਉਹ 65 ਦੀ ਜੰਗ ਦੇ ਹੁੰਦੇ ਸਨ ਕਿ ਜਹਾਜ਼ ਤੇ ਟੈਂਕ ਆਪਸ ਵਿੱਚ ਲੜਦੇ ਪਏ ਨੇ, ਬੰਮ ਜਿਹੜੇ ਕੈਚ ਕਰਦੇ ਨੇ। ਹਾਂਜੀ, ਤੇ ਇਸ ਤਰ੍ਹਾਂ ਇਹ ਲਿਸਟ ਬਣਦੀ ਪਈ ਸੀ ਤੇ ਹੋਰ ਵੀ ਹੋ ਸਕਦੀ ਹੈ, ਲੇਕਿਨ ਇਹ ਕਾਫੀ ਹੈ। ਕਤਲਮੇ ਪਾ ਦਿੰਦੇ ਤੇ ਲਿਸਟ ਜਿਹੜੀ ਮੁਕੰਮਲ ਉਹ ਉਦੋਂ ਸਾਡੇ ਪਿੰਡਾਂ 'ਚ ਨਹੀਂ ਸੀ ਆਏ। ਇਹ ਕਤਲਮੇ ਅਸੀਂ ਸ਼ਹਿਰ 'ਚ ਆ ਕੇ ਵੇਖੇ, ਪਿੰਡਾਂ 'ਚ ਨਹੀਂ ਸੀ ਉਦੋਂ ਆਏ। ਹੋਰ ਫਰੀਦ ਸਾਹਿਬ, ਤੁਸੀਂ ਲਿਸਟ ਬਣਾਈ? ਮੇਰੀ ਸਰ ਕਾਲ ਆ ਗਈ ਸੀ ਵਿੱਚ, ਮੈਂ ਅਵਾਇਡ ਕਰਦਿਆਂ ਵੀ ਮੈਂ ਤੁਹਾਡੀ ਗੱਲ ਪੂਰੀ ਸਮਝ ਨਹੀਂ ਸੀ ਸਕਿਆ। ਚਲੋ ਕੋਈ ਗੱਲ ਐਟਲਾਂਟਾ 'ਚ ਹੁੰਦਾ ਰਹਿੰਦਾ ਹੈ ਨਾ, ਉੱਥੇ ਰਹਿ ਕੇ। ਅਫਤਾਬ ਸਾਹਿਬ, ਤੁਸੀਂ ਬਣਾਈ ਜੀ? ਇੱਕ ਡਰਾਇੰਗ ਰੂਮ, ਦੋਵਾਂ ਪਾਸੇ ਸੋਫੇ ਤੇ ਇੱਕ ਡਬਲ ਬੈੱਡ, ਇੱਕ ਸੋਫੇ ਦੇ ਅੱਗੇ ਇੱਕ ਮੇਜ਼, ਦੋਵਾਂ ਸੋਫਿਆਂ ਦੇ ਵਿਚਕਾਰ ਸਾਹਮਣੀ ਦੀਵਾਰ ਤੇ ਇੱਕ ਵੱਡੀ ਜਿਹੀ ਸ਼ੀਸ਼ੇ ਦੀ ਅਲਮਾਰੀ ਤੇ ਵਿੱਚ ਰੱਖੇ ਮਹਿੰਗੇ ਖਿਡੌਣੇ, ਸ਼ੋਅ ਪੀਸ ਤੇ ਤਸਵੀਰਾਂ। ਠੀਕ, ਇਹਦੇ 'ਚ ਮੈਂ ਕਿਹਾ ਡਰਾਇੰਗ ਰੂਮ ਦੀ ਲੋੜ ਨਹੀਂ ਸੀ। ਅਗਰ ਤੁਸੀਂ ਬਾਕੀ ਚੀਜ਼ਾਂ ਦੱਸ ਦਿੰਦੇ ਤਾਂ ਸਾਨੂੰ ਡਰਾਇੰਗ ਰੂਮ ਨਜ਼ਰ ਆ ਜਾਣਾ ਸੀ। ਠੀਕ ਹੈ, ਜਾਸਿਰ ਸਾਹਿਬ? ਚਾਦਰ, ਅੰਗੂਠਾ, ਪੈਰ ਦਾ ਅੰਗੂਠਾ ਹੈ, ਬਰਾਂਦਾ ਹੈ, ਬੈਂਚ ਪਏ ਹੋਏ ਨੇ, ਇੱਕ ਜਿਹੜਾ ਉਹ ਸਟ੍ਰੈਚਰ ਪਿਆ ਹੋਇਆ ਹੈ। बस यही लिस्ट हाले तक बनी है। आगे सुखविंदर साहब? जी सुखविंदर, थोड़ी आवाज गायब हो गई, मैं थोड़े कोल वापस आना। मरियम? हाँ सुखविंदर साहब, थोड़ी आवाज गायब हो गई बिल्कुल। मरियम साहब? प्लेट्स ने, चम्मच, कफगीर, देगचे, चूल्हे जल रहे ने ते उत्ते बहुत सारा खाना पक है। सोफे ने, डाइनिंग टेबल है, पेंटिंग्स ने, एश ट्रे वे, बहुत सारियां कुछ कुर्सियां भी उत्थे पईयां होईयां ने। ठीक, बाज़ दफा वो ਵੱਡੀਆਂ ਚੀਜ਼ਾਂ ਛੋਟੀ ਸ਼ੈ ਜਿਹੜੀ ਹੁੰਦੀ ਨਾ, ਉਹ ਜ਼ਿਆਦਾ ਉਹ ਇੱਕ ਸੀਨ ਨੂੰ ਵਿਜ਼ੂਅਲ ਬਣਾ ਦਿੰਦੀ। ਜਿਸ ਤਰ੍ਹਾਂ ਤੁਸੀਂ ਇਹਦੇ ਸਾਰਿਆਂ ਵਿੱਚ ਇੱਕ ਐਸ਼ਟਰੇ ਪਾਈ ਹੈ ਤੇ ਉਹਦੇ ਨਾਲ ਮੰਜ਼ਰ ਜਿਹੜਾ ਹੈ ਉਹ ਬਾਜ਼ ਦਫਾ ਜ਼ਿਆਦਾ ਵਾਜ਼ਿਹ ਹੋ ਜਾਂਦਾ। ਸ਼ੁਐਬ ਸਾਹਿਬ, ਤੁਸੀਂ ਵੀ ऑन कर लो अपना ऑडियो। हाँ जी, वाशिंगटन पोस्ट दा स्टॉल, पुलिस दी गड्डी, कैश रजिस्टर, शीशे दे अवन दे विच हॉट डॉग रोल ओवर हो रहे ने, मुख्तलिफ किस्म दियां कॉफियां दे वड्डे मग, अपने थर्मस। हुनी में इन्ने लिखिया सी। ठीक नहीं आ गया, सीन बन गया। ठीक, ताहिर साहब? जी बस्ता है, कुर्सी मेज है, किताबां ने, रंग है, चार्ट पेपर है। सही आला। ते अच्छा चलो ठीक है, बस ये थोड़ा जा एवें ही एक छोटा जिहा मेरा ख्याल सी कि
हाँ सुखविंदर ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ, ਬਾਕੀ ਲੋਕਾਂ ਨੂੰ ਆ ਰਹੀ ਹੈ? नहीं जी, नहीं प्रॉब्लम है ना ऑडियो। हाँ जी एक मिनट ਸੁਖਵਿੰਦਰ ਹਾਂ ਤੁਹਾਡੇ ਆਡੀਓ ਨਾਲ ਕੋਈ ਪ੍ਰੋਬਲਮ ਹੈ। ਹਾਂਜੀ ਹੈਲੋ हाँ जी हुण ठीक है। ਹਾਂਜੀ ਹੁਣ ਠੀਕ ਹੈ। ਹਾਂ ਜਿਹੜਾ ਜਿਹੜੀ ਮੈਂ ਲਿਸਟ ਬਣਾਈ ਹੈ ਉਹ ਹੈ ਜੀ ਬਾਂਸ ਦਾ ਘਰ, ਬੱਕਰੀ, ਮੁਰਗਾ, ਸੂਰ ਤੇ ਇੱਕ ਛੋਟਾ ਨਾਗਾ ਬੱਚਾ ਬੰਦੂਕ ਚ, ਬੰਦੂਕ ਵਾਲਾ ਕੋਈ ਆਰਮਡ ਮੈਨ। ਹਾਂਜੀ ਠੀਕ 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 ਨਹੀਂ ਅੱਛੀ ਲਿਸਟ ਹੋ ਗਈ। ਅੱਛਾ ਕਹਾਣੀ ਥੋੜੀ ਜਿਹੀ ਅੱਗੇ ਆਪਣਾ ਲੈ ਕੇ ਇਹਨੂੰ ਚੱਲਨੇ ਆ। ਅਬਾਸ ਸਾਹਿਬ ਅਗਲਾ ਸਫਾ ਇਹਦਾ ਲਾਓ। लो जी इत्थों से आ गए हैं। ठीक है पढ़िए। अच्छा ਇਹਦੇ ਚ ਹਾਂ ਅੱਗੇ ਅਗਲਾ ਜਿਹੜਾ ਹੋਰ ਕੌਣ ਪੜੇਗਾ? ਕਿਸੇ ਕੋਲ ਹੈ ਆਪਣਾ ਅਫਤਾਬ ਸਾਹਿਬ? ਤੁਸੀਂ ਹਾਂ ਫਰੀਦ ਸਾਹਿਬ ਤੁਸੀਂ ਪੜੋ। ਸ਼ਰਨਾਰਥੀ ਤੇ ਸ਼ਰਨਾਰਥੀ ਵਾਲਾ ਪਹਿਲਾ ਸ਼ਰਨਾਰਥੀ ਤੇ ਸ਼ਰਨਾਰਥੀ ਇਹ ਮੈਨੂੰ ਲਫ਼ਜ਼ ਦਾ ਮਤਲਬ ਨਹੀਂ ਆਉਂਦਾ। ਮਾਜਰ ਪੁਰਾਣੇ ਲੋਕ ਵੀ ਉਖੜ ਗਏ ਸਨ। ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟੁਰ ਗਈਆਂ ਸਨ ਤੇ ਯਾਰਾਂ ਦੇ ਯਾਰ। ਮਜ਼ਦੂਰਾਂ ਦੇ ਮਿਲ ਮਾਲਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੇ ਮਜ਼ਦੂਰ, ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ? ਗੰਦੇ ਜੇ ਬੌਂਤਰੇ ਹੋਏ। ਪੁਰਾਣੇ ਲੋਕਾਂ ਵਿੱਚ ਘੁਲ ਮਿਲ ਨਹੀਂ ਸੀ ਸਕਦੇ। ਸਲਾਮ ਅਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ, ਸਗੋਂ ਬੂਹੇ ਵਿੱਚੋਂ ਖਲੋ ਕੇ ਝਾਕਦੇ ਰਹਿੰਦੇ ਸਨ। ਜੇ ਕਹੋ ਵੀ ਤੇ ਤਾਂ ਵੀ ਨਾ ਕੂੰਦੇ। ਇਹਨਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਪੁਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਓਪਰੇ ਲੱਗਣ ਲੱਗ ਪਏ ਸਨ, ਕਿਉਂਕਿ ਉਹ ਇਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿੱਚ ਉਹ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜੋਏ ਵੀ ਬਗਾਨੇ ਹੋ ਗਏ ਸਨ। ਉਹ ਇੱਥੋਂ ਹੁਣ ਵਜ਼ੂ ਨਹੀਂ ਸੀ ਕਰ ਸਕਦੇ। ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜਦੇ ਆਉਂਦੀਆਂ ਰਹੀਆਂ ਸਨ। ਇਸ ਪਾਣੀ ਨਾਲ ਹੁਣ ਵਜ਼ੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ? ਠੀਕ, ਇਹਦੇ ਚ ਮੈਨੂੰ ਜਿਹੜੀ ਇੱਕ ਗੱਲ ਪਸੰਦ ਆਈ ਇਹਦੇ ਚ, ਉਹ ਬਾਕੀ ਲਾਸ਼ਾਂ ਤੇ ਖੂਨ ਤੇ ਉਹ ਤੇ ਅਕਸਰ ਪਾਰਟੀਸ਼ਨ ਦੀਆਂ ਸਟੋਰੀਆਂ ਚ ਮਿਲਦਾ, ਲੇਕਿਨ ਇਹ ਕਿ ਜਿਹੜੇ ਨਵੇਂ ਆਉਣ ਵਾਲੇ ਲੋਕ ਨੇ ਉਹਨਾਂ ਦਾ ਬਿਹੇਵੀਅਰ ਜਿਹੜਾ ਠੀਕ ਹੈ ਨਾ, ਕਿ ਇਹ ਇੱਕ ਤੇ ਉਹਨਾਂ ਨੂੰ ਬਾਹਰ ਵਾਲੇ ਵੈਸੇ ਹੀ ਹਰ ਬਾਹਰ ਵਾਲਾ ਗੰਦਾ ਜਿਹਾ ਬੌਂਤਰਾ ਹੋਇਆ ਲੱਗਦਾ, ਲੇਕਿਨ ਅੱਗੇ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਸਲਾਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਸਨ ਕਰ ਸਕਦੇ। ਕਿ ਮਤਲਬ ਇੱਕ ਜਿਹੜਾ ਇੱਕ ਜਿੱਥੇ ਦਾ ਰਿਹਾਇਸ਼ੀ ਹੁੰਦਾ ਹੈ, ਜਿੱਥੇ ਦਾ ਬੰਦਾ ਰਹਿੰਦਾ ਹੁੰਦਾ ਹੈ, ਉਹ ਇੱਕ ਉਹਨੂੰ ਇੱਕ ਆਸਾਨੀ ਹੁੰਦੀ ਹੈ, ਤੁਸੀਂ ਜਿੱਥੇ ਵੀ ਰਹਿਣ ਵਾਲੇ ਹੋ ਉੱਥੇ ਟੁਰਦੇ ਫਿਰਦੇ ਰਹੋਗੇ, ਮਤਲਬ ਲੋਕਾਂ ਦੀਆਂ ਗੱਲਾਂ ਸੁਣੋਗੇ, ਰਸਤੇ 'ਚ ਕਿਸੇ ਨਾਲ ਸਲਾਮ ਕਰ ਲਓਗੇ, ਕਿਤੇ ਬਹਿ ਜਾਓਗੇ। ਲੇਕਿਨ ਇੱਕ ਜਿਹੜਾ ਓਪਰਾ ਬੰਦਾ ਹੈ, ਉਹਦਾ ਜਿਹੜਾ ਇੱਕ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਕੌਨਫੀਡੈਂਸ, ਜਿਹੜੇ ਅਸੀਂ ਸਾਡੇ ਜੋ ਕਈ ਜਿਹੜੇ ਲੋਕ ਨੇ ਉਹਨਾਂ ਨੇ ਜ਼ਾਹਿਰ ਹੈ ਪਿੰਡਾਂ 'ਚੋਂ ਸ਼ਹਿਰ ਮਾਈਗ੍ਰੇਟ ਕੀਤਾ ਹੈ ਜਾਂ ਸ਼ਹਿਰਾਂ 'ਚੋਂ ਦੂਸਰੇ ਮੁਲਕਾਂ 'ਚ ਮਾਈਗ੍ਰੇਟ ਕੀਤਾ, ਉਹ ਪ੍ਰੋਬੇਬਲੀ ਇਸ ਫੀਲਿੰਗ ਦੇ ਨਾਲ ਆਇਡੈਂਟੀਫਾਈ ਕਰ ਸਕਦੇ ਨੇ ਕਿ ਇੱਕ ਓਪਰੀ ਜਗ੍ਹਾ ਤੇ ਆ ਕੇ ਇੱਕ ਬੰਦੇ ਨੂੰ ਥੋੜਾ ਜਿਹਾ ਜਿਹੜਾ ਇੱਕ ਉਹ ਈਜ਼ ਔਰ ਇੱਕ ਕੌਨਫੀਡੈਂਸ ਹੁੰਦਾ ਉਹ ਤੁਹਾਡਾ ਉੱਡਿਆ ਜਾਂਦਾ ਹੈ। ਤੇ ਇਹਦੇ 'ਚ ਉਹ ਮੇਰਾ ਖਿਆਲ ਹੈ ਕਾਫੀ ਉਹਨੇ ਉਹ ਜਿਹੜੀਆਂ ਦੋ ਲਾਈਨਾਂ ਨੇ ਉਹ ਮੈਨੂੰ ਉਹਦੇ 'ਚ ਚੰਗੀਆਂ ਲੱਗੀਆਂ। ਅੱਗੇ ਆਵਾਜ਼ ਸਾਹਿਬ ਸਫਾ ਅੱਗੇ ਕਰੋ। ਹਨੀਫ ਸਾਹਿਬ, ਇਹ ਗੰਦੇ ਜਿਹੇ ਦਾ ਜੁਮਲਾ ਜਿਹੜਾ ਇਹ ਕਿਉਂ ਇਸਤੇਮਾਲ ਕੀਤਾ? ਮੇਰਾ ਖਿਆਲ ਹੈ ਕਿ ਇਹ ਇੱਕ ਕਾਮਨ ਫੀਲਿੰਗ ਹੈ ਇੱਥੇ ਕਰਾਚੀ ਜਿਹੜੇ ਹੈ ਅਸੀਂ, ਠੀਕ ਹੈ ਨਾ, ਉਹ ਇੱਥੇ ਲੋਕਾਂ ਨੂੰ ਪਠਾਨ ਗੰਦੇ ਜਿਹੇ ਲੱਗਦੇ ਨੇ, ਅਮਰੀਕਾ ਜਿਹੜੇ ਨੇ ਉਹਨਾਂ ਨੂੰ ਪਾਕਿਸਤਾਨੀ ਗੰਦੇ ਜਿਹੇ ਲੱਗਦੇ ਨੇ। ਮੇਰਾ ਖਿਆਲ ਹੈ ਇੱਥੇ ਲਾਹੌਰ ਵਾਲਿਆਂ ਨੂੰ ਕੋਈ ਪਿੰਡ ਵਾਲਾ ਟੁਰ ਕੇ ਆ ਜਾਏ ਉਹ ਜਿਹੜਾ ਹੈ ਉਹ ਗੰਦਾ ਜਿਹਾ ਬੰਤਰਾ ਜਿਹਾ ਲੱਗਦਾ। ਤੇ ਇਹ ਮੇਰੇ ਖਿਆਲ ਹੈ ਜਿਹੜੇ ਇੱਕ ਕਾਮਨ ਹੈ, ਮਤਲਬ ਦੁਨੀਆ 'ਚ ਮਸਲਾ ਹੈ ਕਿ ਜਿਹੜਾ ਵੀ ਬਾਹਰੋਂ ਬੰਦਾ ਆਇਆ ਹੋਇਆ ਥੋੜਾ ਜਿਹਾ ਵਿਛੜਿਆ ਹੋਇਆ ਵੀ ਹੈ, ਉਹਨਾਂ ਨੂੰ ਉਹਨਾਂ ਦੀ ਮੇਰਾ ਖਿਆਲ ਹੈ ਕਿ ਮੇਰਾ ਆਈਡੀਆ ਹੈ ਕਿ ਇਸ ਲਈ ਉਹਨੇ ਇਹ ਗੱਲ ਕੀਤੀ। ਨਾਲੇ ਉਹ ਜਿਸ ਹਾਲਤ 'ਚ ਆਏ ਨੇ, ਉਹ ਜਿੱਥੋਂ ਆਏ ਨੇ
ਔਰ ਜਿਸ ਹਾਲਤ 'ਚ ਆਏ ਨੇ ਉਹਨਾਂ ਕੋਲ ਤੇ ਹੈ ਹੀ ਕੁਛ ਨਹੀਂ, ਉਹ ਕਿੱਥੋਂ ਆਪਣੇ ਆਪ ਨੂੰ ਸਾਫ਼ ਕਰਨ ਤੇ ਕਿੱਥੋਂ ਆਪਣੇ ਆਪ ਨੂੰ ਉਹ ਇਨਸਾਨਾਂ ਵਰਗੇ ਹੁਲੀਏ ਬਣਾਉਣ। ਜੋ ਵੇਖ ਕੇ ਜੋ ਉਹਨਾਂ ਨਾਲ ਬੀਤੀ ਹੈ ਉਹਦੇ 'ਚ ਇਹੋ ਹੀ ਹਾਲ ਹੋਇਆ ਨਾ, ਉਹ ਬੁਰਾ ਹਾਲ ਹੈ ਉਹਨਾਂ ਦਾ। हाँ नहीं, इंसान दा हाँ बिल्कुल सही गल है, कोई जिस हालात चाहे नहीं वो भी जाहिर है, वो भी करदा ओदी उन्हां नूं लगदा है कि उन्हां दी आउण नाल अरे है सारे इत्थे बैठे अपना बाहर यूरोप बैठे कहंदे ने कि बाहरों गंदे लोग आ गए ने साडा मशरा बिगाड़ता है। इत्थे कराची च बैठे ने मेरे ख्याल बैठे भी लोग गल्लां करदे होणगे कि कित्थों उठ के आ गए सराइकी आ गए ने, इन्हां ने डिफेंस कर लै रहे ने। ते इह मतलब एक ओदी वजह तो भी है, एक पर्टिकुलर कंडीशन भी वजह तो भी है। दूसरा है कि जो बाहरला बंदा होंदा है वो वाकई उन्होंने जो है ना अपना वो बाहरला ही वो लोगों को बाहरला ही लगता है। ते अच्छा कहानी हुण अगे टुरदी है ते अगे अजे तक ये नहीं सानू पता लगा कि कहानी दस कौन रहा, ठीक है ना। वो विच एक जट दी भी गल उन्हें पाई है कि ये तो गराही नहीं फड़ के अपने मुंह विच पाण जोगे, ठीक है ना। नहीं वो कमलिया इवें जापदा है, वो वेखा खब्बल हुंदा पहली विच जदों वाहीदी है तो कोई फर्क नहीं कहंदा ना उहदे नाल, सारा जड़ों पुट पुट के पहलियों बाहर सुट्टीदा है, पर 10 दिनां मगरों कोई ना कोई तड़ फुट आउंदी है तो महीने मगरों इस तरह जापदा जिवें पहली कदी किसे वाही नहीं, ठीक है ना। एक वो विच फिलासफी वाली गल शुरू कीती है ते मैनू भी अद्धी तुहाडी तरह समझ आई, अद्धी नहीं समझ आई, लेकिन यह हुंदा है कि ठीक है कि खेतां च ते मतलब हिस्टरी जिहड़ी है वो चर्न करदी है, वेला बदलदा ते वो पुरानियां चीज़ां जिहड़ियां ने। ते अगला सफे ते आओ। आ गया, ठीक है ना। ਇਹਦੇ ਚ ਆ ਕੇ ਇੱਥੇ ਉਹਨੇ ਆ ਕੇ ਆਪਣਾ ਜਿਹੜਾ ਹੈ ਆਪਣੇ ਆਪ ਨੂੰ ਇੰਟਰੋਡਿਊਸ ਕਰਾਇਆ, ਠੀਕ ਹੈ ਨਾ। ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲਿਜ਼ਾਨ ਅਫਸਰ ਮੁਕਰਰ ਹੋਇਆ, ਠੀਕ ਹੈ ਨਾ। ਮੇਰਾ ਕੰਮ ਮਤਲਬ ਉਸ ਤੋਂ ਪਹਿਲੇ ਤੱਕ ਜਿਹੜੀ ਹੈ ਗੱਲ ਹੋ ਰਹੀ ਸੀ ਇੱਕ ਕਿ ਬਾਹਰ ਇਹ ਮਾਹੌਲ ਹੈ ਉਹਦੇ ਥਾਣਿਆਂ 'ਚ ਜਿਹੜੇ ਨੇ ਉਹ ਘਰਾਂ ਦਾ ਸਮਾਨ ਪਿਆ ਹੈ, ਲੋਕੀ ਜਿਹੜੇ ਨੇ ਉਹ ਆਏ ਨੇ ਮਹਾਜਰ ਬਣ ਕੇ, ਉਹ ਗੰਦੇ ਨੇ ਬੌਂਤਰੇ ਨੇ, ਉਹਨਾਂ ਨੂੰ ਸਲਾਮ ਕਰਨਾ ਨਹੀਂ ਆਉਂਦਾ, ਗੱਲਬਾਤ ਕਰਨੀ ਨਹੀਂ ਆਉਂਦੀ। ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਆ ਕੇ ਇਹ ਏਡਾ ਮਾਹੌਲ ਬਣਾ ਕੇ ਉਹਦੇ ਵਿੱਚ ਫਿਰ ਮੇਨ ਕਰੈਕਟਰ ਜਿਹੜਾ ਹੈ ਉਹ ਆਪ ਆਉਂਦਾ ਔਰ ਫਿਰ ਉਹ ਸਿੱਧੀ ਸਿੱਧੀ ਆਪਣੀ ਅੱਗੋਂ ਕਹਾਣੀ ਦੱਸਦਾ। ਅੱਗੇ ਅੱਗੇ ਟੁਰੋ। ਮੈਂ ਪੜਾਂ ਜੀ ਸਰ, ਇੱਥੋਂ ਪੜੋ। ਜਿਸ ਵੇਰ ਦੀ ਇਹ ਗੱਲ ਹੈ ਉਸ ਵੇਲੇ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਉਹ ਉਦਾਲੀ ਔਰਤ ਨੂੰ ਅਗਵਾ ਜਿਹੜੀਆਂ ਔਰਤਾਂ ਹੋਈਆਂ ਸਨ ਉਹ ਇੱਕ ਔਰਤ ਨੂੰ ਅਗਲੇ ਪੇਜ ਹਾਂਜੀ ਪੜੋ ਸਰ। पेज मुझे नहीं समझ आ रहा जी। जिस वेर दी ये गल है, जिस वेर दी उस वेर इलाके दा थानेदार ना केवल मेरे नाल ही तो सगों उधाली हुई औरत दा पता भी मैनू उसे नहीं दसिया। इस ए भी दसिया कि औरत ऐसे थाने दे एक पिंड दे नंबरदार दी नूंह सी। जिस पिंड असां जाना सी वो पिंड पक्की सड़क तो बड़ी दूर सी। ढेर चिर असी कच्चियां सड़कां ते पे ते खजल ਹੁੰਦੇ ਰਹੇ। जद ਅਸੀਂ ਪਿੰਡ अपने ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ। ਪਾਕਿਸਤਾਨ ਵਿੱਚ ਇਸ ਵੇਲੇ ਸਰਕਾਰ ਦਾ ਬੜਾ ਰੋਬ ਸੀ। ਥਾਣੇਦਾਰ ਨੇ ਉਸ ਔਰਤ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸ ਨੂੰ ਇੱਕ ਕੋਠਾ ਦਿਖਾ ਦਿੱਤਾ। ਇਹ ਛੋਟਾ ਜਿਹਾ ਕੋਠਾ ਇੱਕ ਵੱਡੇ ਸਾਰੇ ਵਲਗਣ ਦੇ ਸਿਰੇ ਉੱਤੇ ਛੱਤਿਆ ਹੋਇਆ ਸੀ। ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ। ਇਹ ਕੋਈ 3 ਕੁ ਮੰਜੀਆਂ ਦਾ ਕੱਚਾ ਕੋਠਾ ਸੀ। ਇੱਕ ਪਾਸੇ ਲੱਕੜ ਦੀ ਇੱਕ ਪਰਛੱਤੀ ਤੇ ਥੋੜੇ ਜਿਹੇ ਗਲਾਸ ਕੋਲੀਆਂ ਥਾਲੀਆਂ ਪਈਆਂ ਹੋਈਆਂ ਸੀ। ਕਮਰੇ ਦੀ ਇੱਕ ਗੱਠੇ ਕੁਝ ਬਿਸਤਰੇ ਥੋੜਾ ਬਹੁਤ ਹੋਰ ਸਮਾਨ ਵੀ ਸੀ। ਇੱਥੇ ਵੇਖੋ ਇੱਕ ਹੋਰ ਇੱਕ ਮਿੰਟ ਸਿਰਫ ਇੰਟਰਪਟ ਕਰਾਂਗਾ ਇੱਕ ਮਿੰਟ। ਇੱਥੇ ਇੱਕ ਹੋਰ ਲਿਸਟ ਆ ਗਈ ਛੋਟੀ ਜਿਹੀ, ਉਹਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਕਿ ਉਹਦੀ ਕਲਾਸ ਕੀ ਹੈ, ਲੋਕ ਜਿਹੜੀ ਉੱਥੇ ਰਹਿ ਰਹੀ ਔਰ
ਔਰ ਨਾਲ ਇੱਕ ਚੀਜ਼ ਦਾ ਤੁਹਾਨੂੰ ਤੁਸੀਂ ਸਾਈਜ਼ ਵੀ ਵਿਖਾਣਾ ਹੁੰਦਾ ਕਿ ਕਿਹੜੀ ਸ਼ੈ ਕਿੰਨੀ ਵੱਡੀ ਹੈ ਕਿੰਨੀ ਛੋਟੀ ਹੈ, ਮਤਲਬ ਤਾਂ ਕਿ ਤੁਸੀਂ ਉਹਨੂੰ ਵੇਖ ਸਕੋ। ਤੇ ਉਹਦੇ 'ਚ ਉਹਨੇ ਕਿਹਾ ਹੈ ਕਿ ਵੀ 3 ਮੰਜ਼ੀਆਂ ਦਾ ਕੋਠਾ ਸੀ, ਕਿ ਉਹਦੇ 'ਚ ਆ ਕੇ 3 ਮੰਜ਼ੀਆਂ ਜਿਹੜੀਆਂ ਨੇ ਉਹਦੇ 'ਚ ਉਹ ਪੈਂਦੀਆਂ ਸਨ। ਤੇ ਆਪ ਸਾਰਿਆਂ ਨੇ ਮੰਜੀ ਵੇਖੀ ਹੋਣੀ, ਤੇ ਉਹਦੇ ਨਾਲ ਤੁਹਾਨੂੰ ਉਹਦਾ ਜਿਹੜਾ ਹੈ ਨਾ ਸਾਈਜ਼ ਔਰ ਮਾਹੌਲ, ਔਰ ਬਾਕੀ ਉਹਨੇ ਛੋਟੀ ਜਿਹੀ ਇੱਕ ਸਾਨੂੰ ਲਿਸਟ ਦਿੱਤੀ ਹੈ ਵੀ ਗਲਾਸ ਤੇ ਕੌਲੀਆਂ ਤੇ ਥਾਲੀਆਂ ਤੇ ਇੱਕ ਪਾਸੇ ਕੁਝ ਬਿਸਤਰੇ ਪਏ ਹੋਏ ਸੀ। ਅੱਗੇ ਜਾਰੀ ਰੱਖੋ, ਪੜੋ। ਉਹ ਤੀਵੀਂ ਮੰਜੀ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ। ਉਸ ਦੇ ਇੱਕ ਹੱਥ ਤੇ ਪੱਟੀਆਂ ਵੱਜੀਆਂ ਹੋਈਆਂ ਸਨ। ਸ਼ਾਇਦ ਕੋਈ ਠਾਠਈਆ ਹੋਇਆ ਸੀ। ਇਸ ਵੇਲੇ ਉਹ ਡਾਢੀ ਨਿਢਾਲ ਜਾਪਦੀ ਸੀ ਤੇ ਅਸਲੋਂ ਹੌਲੀ ਹੌਲੀ ਬੋਲਦੀ ਸੀ। ਮੈਂ ਇਸ ਦੇ ਕੋਲ ਮੰਜੀ ਤੇ ਬੈਠ ਗਿਆ। ਕੀ ਗੱਲ ਹੈ, ਮੈਂ ਇਸ ਦਾ ਹਾਲ ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ। ਤਾਪ ਚੜ੍ਹਦਾ ਹੈ 4-5 ਦਿਨ ਦਾ। ਇੱਥੇ ਤੇਰੇ ਕੋਲ ਕੋਈ ਜ਼ਨਾਨੀ ਨਹੀਂ? ਨਹੀਂ, ਨੇੜੇ ਕੋਈ ਨਹੀਂ। ਪਹਿਲੇ ਜੋ ਖੋਈਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖੀਆਂ ਸਨ, ਉਹਨਾਂ ਨਾਲੋਂ ਇਸ ਦਾ ਚੌਗਰ ਦਾ ਬਿਲਕੁਲ ਵੱਖਰਾ ਸੀ। ਹੁਣ ਚੌਗਰ ਦਾ ਮੈਨੂੰ ਪਤਾ ਨਹੀਂ ਜੀ। ਆਲ ਦਵਾਲ ਚੌਗਰ ਦਾ ਘਰ ਇਰਦ ਗਿਰਦ। ਅੱਛਾ, ਸਰਾਊਂਡਿੰਗਸ। ਉਹਨਾਂ ਦੇ ਦੁਆਲੇ ਬੰਦੇ ਜ਼ਨਾਨੀਆਂ ਹੁੰਦੇ ਸਨ। ਉਹ ਕਿਸੇ ਦੀ ਨਜ਼ਰ ਹੇਠ, ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਦਿਖਾਈਆਂ ਜਾਂਦੀਆਂ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ, ਜਿਵੇਂ ਲੋਕਾਂ ਨੇ ਇਸ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਹੋਇਆ ਸੀ। ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਇਸ ਦੀ ਸਹਾਇਤਾ ਕੀਤੀ ਸੀ। ਇਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ, ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸਾਂ। ਫਿਰ ਦੂਸਰੀ ਵੇਰ ਇਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ। ਮੈਂ ਦੂਸਰੀ ਵਾਰੀ ਇਹਦਾ ਮਤਲਬ ਸ਼ਾਇਦ ਮੈਨੂੰ ਵਧੇਰੀ ਦਿਲਚਸਪੀ ਇਸ ਦੀ ਮੌਜੂਦਾ ਹਾਲਤ ਵਿੱਚ ਸੀ। ਇੱਥੇ ਇੱਕ ਮਿੰਟ, ਇਹ ਪੈਰਾ ਇੱਥੇ ਜੋੜੋ ਕਿ ਉਹਨੇ ਜਿਹੜਾ ਕਿਹਾ ਹੈ ਵਿੱਚ ਕਿ ਮੈਂ ਪਹਿਲਾਂ ਹੀ ਸੁਣ ਚੁੱਕਿਆ ਸਾਂ ਕਿ ਕੀ ਹੋਇਆ, ਇਸ ਲਈ ਦੁਬਾਰਾ ਸੁਣਨ ਦਾ ਕੋਈ ਫਾਇਦਾ ਨਹੀਂ। ਤੇ ਇਹਦੇ ਨਾਲ ਇੱਕ ਤਰੀਕੇ ਨਾਲ ਜਿਹੜੇ ਤੁਸੀਂ ਹੋ ਪੜ੍ਹ ਰਹੇ ਹੋ, ਜਿਹੜੇ ਉਹਦੇ ਨਾਲ ਵੀ ਡਾਇਰੈਕਟ ਗੱਲ ਕਰ ਰਿਹਾ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਵਾਕਿਆ ਪਹਿਲੇ ਬਹੁਤ ਸੁਣ ਚੁੱਕੇ ਹੋ। ਠੀਕ ਹੈ ਨਾ, ਇਹਨੂੰ ਦੁਹਰਾਉਣ ਦਾ ਕੋਈ ਫਾਇਦਾ ਹੈ ਨਹੀਂ, ਕਿਉਂਕਿ ਇਹ ਮਤਲਬ ਕਹਾਣੀ ਜਿਹੜੀ ਹੈ ਇਹ ਬਹੁਤ ਦਫਾ ਕਹੀ ਜਾ ਚੁੱਕੀ ਹੈ। ਚਲੋ ਅੱਗੇ ਚਲੋ। ਇੱਥੇ ਰਹਿੰਦੇ ਕਿੰਨਾ ਚਿਰ ਹੋ ਗਿਆ? ਜਿਸ ਦਿਨ ਦਾ ਪਿੰਡ ਉਜੜਿਆ ਹੈ ਉਸ ਦਿਨ ਤੋਂ ਇੱਥੇ ਹੀ ਆ। ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਦਿੱਤੇ ਨੇ? ਤੁਸੀਂ ਤਾਂ ਅਸਲੋਂ ਕਮਲੇ ਹੋ। ਮੈਂ ਸਮਝ ਗਿਆ ਉਹ ਇਕੱਲੀ ਨਹੀਂ ਰਹਿੰਦੀ ਸੀ ਤੇ ਨਾ ਹੀ ਇੱਥੇ ਪਿਆ ਸਮਾਨ ਉਸਦਾ ਆਪਣਾ ਸੀ। ਇਸ ਕੋਠੇ ਸਮਾਨ ਤੇ ਇਸ ਦੇ ਜਿਸਮ ਦਾ ਮਾਲਕ ਕੇਵਲ ਅੱਖੀਂ ਨਹੀਂ ਦਿਸ ਰਿਹਾ ਸੀ। ਇਹ ਗੱਲ ਇੱਥੇ ਲਿਖਣ ਲੱਗਿਆ ਤੇ ਮੈਂ ਸਹਿਜੇ ਹੀ ਲਿਖ ਗਿਆ, ਪਰ ਇਸ ਵੇਲੇ ਇਸ ਗਿਆਨ ਤੇ ਮੇਰੇ ਮਨ ਨੂੰ ਡਾਢਾ ਧੱਕਾ ਮਾਰਿਆ। ਪੁਲਿਸ ਤੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ, ਉਹ ਸਾਰੇ ਮੈਥੋਂ ਪੱਲਾ ਛਡਾ ਗਏ। ਮੇਰਾ ਮੱਥਾ ਕੂੜੀਆਂ ਅਸਲੀਤਾਂ ਨਾਲ ਹੋ ਗਿਆ ਸੀ। ਇਸ ਕੱਚੇ ਕੋਠੇ ਵਿੱਚ ਖੋਈ ਹੋਈ ਕਿਸੇ ਦੀ ਵੋਟੀ ਮੇਰੇ ਸਾਹਮਣੇ ਮੰਜੀ ਤੇ ਨਡਾਲ ਪਈ ਸੀ। ਮੇਰੀ ਨਜ਼ਰ ਵਿੱਚ ਇਨਸਾਨ ਤੇ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਾਨੂੰਨੀ ਤਸਵੀਰ ਸੀ। ਮਧੋਲੀ ਹੋਈ, ਖੁਆਰ ਕੀਤੀ ਹੋਈ ਉਹ ਇੱਥੇ ਬਿਮਾਰ ਪਈ ਸੀ। ਇਸ ਦੀ ਜ਼ਾਤ, ਬਰਾਦਰੀ, ਪਿੰਡ, ਧਰਮ ਦਾ ਕੋਈ ਸਾਂਝੀਵਾਲ ਇੱਥੇ ਨਹੀਂ ਸੀ। ਇਸ ਨੂੰ ਕਦੀ ਕਿਸੇ ਨਹੀਂ ਦੱਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ। ਜੇ ਇਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨੋ ਨਾ ਕਰ ਦੇਦੀ। ਆਖਰ ਐਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚ ਇਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ? ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ। ਇਸ ਨੂੰ ਇਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ। ਪੋਹ ਮਾਘ ਦੀ ਸਰਦੀ ਵਿੱਚ ਇਸ ਨੂੰ ਬਿਮਾਰੀ ਦੀ ਹਾਲਤ ਵਿੱਚ ਇੱਥੋਂ ਹਿਲਾਣਾ ਠੀਕ ਨਹੀਂ ਸੀ। ਉਹ ਲੋਕ ਹੁਣ ਇਸ ਨੂੰ ਗੁੰਮ ਨਹੀਂ ਕਰ ਸਕਦੇ ਸਨ, ਕਿਉਂਕਿ ਅਸਾਂ ਇਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ। ਚੰਗਾ ਬੀਬੀ, ਮੈਂ ਫਿਰ ਕਿਸੇ ਦਿਨ ਆਵਾਂਗਾ। ਫਿਰ ਆਉਣ ਤੋਂ ਮੇਰਾ ਮਤਲਬ ਇਸ ਨੂੰ ਇੱਥੋਂ ਵਾਪਸ ਲਿਜਾਣ ਤੋਂ ਹੀ ਸੀ, ਪਰ ਇਹ ਗੱਲ ਸ਼ਾਇਦ ਇਸ ਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ। ਤੂੰ ਹੁਣ ਚੱਲਿਆ, ਜ਼ਰਾ ਬਹਿ ਜਾ, ਮੇਰੀ ਇੱਕ ਗੱਲ ਸੁਣ ਜਾ। ਮੈਂ ਫਿਰ ਕੋਲ ਬਹਿ ਗਿਆ ਮੰਜੀ ਤੇ।
मेरी तेरे अगे एक अर्ज है जे तू पूरी करे। एक काम में तेरे गोचर की काम। अच्छा लास्ट वे तू मेरा सिख भरा है, मैं भी कदी सिख हुंदी सी, हुण ते मैं मुसलमान हो गई हुई हां। इस वेले इस दुनिया विच मेरा कोई नहीं हो, मैं बड़ी औखी हां, तू मेरी बांह फड़। मेरी एक ननाण है निक्की, रुड़ गए यार, रुड़ गए यारा ਚੱਕ ਵਾਲੇ ਲੈ ਗਏ ਹੋਏ ਸਨ। ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਤਾੜ ਉਹਨਾਂ ਦੀ ਹੀ ਸੀ ਤੇ ਉਹ ਹੀ ਉਸ ਨੂੰ ਲੈ ਗਏ ਨੇ। ਤੇਰੀ ਇਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਹੈ, ਤੂੰ ਉਹਨੂੰ ਇੱਥੋਂ ਮੇਰੇ ਕੋਲ ਲਿਆ ਦੇ। ਸਾਰਾ ਤੇਰਾ ਲਿਹਾਜ਼ ਕਰਦੇ ਨੇ, ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ, ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ। ਮੈਂ ਉਹਦੀ ਵੱਡੀ ਭਰਜਾਈ ਹਾਂ, ਮੈਂ ਉਹਨੂੰ ਹੱਥੀਂ ਪਾਲਿਆ ਹੈ, ਮਾਂ ਬਰਾਬਰ। ਉਹ ਮੇਰੇ ਕੋਲ ਆਵੇਗੀ, ਮੈਂ ਆਪਣੀ ਹੱਥੀ ਉਹਨੂੰ ਕਿਸੇ ਦੇ ਲੜ ਲਾਂਗੀ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹਾਂ ਬਣਨਗੀਆਂ, ਮੈਂ ਕਿਸੇ ਨੂੰ ਆਪਣੇ ਆਖਣ ਵਾਲੀ ਬਣਾਂਗੀ। ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਉਣ ਲੱਗ ਪਈ। ਆਹ ਵੇਖਿਆ ਖੱਬਲ ਹੁੰਦਾ ਹੈ ਪੈਲੀ ਵਿੱਚ, ਜਦੋਂ ਵਾਹੀਦੀ ਹੈ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ, ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲੀਓਂ ਬਾਹਰ ਸੁੱਟੇ ਦੇਈਦਾ। ਪਰ 10 ਦਿਨਾਂ ਮਗਰੋਂ ਫੇਰ ਕੋਈ ਤੜਫਿਟ ਆਉਂਦੀ ਹੈ, ਫਿਰ ਕੋਈ ਤੜ ਫੁੱਟ ਆਉਂਦੀ ਹੈ। ਉਹ ਸੌਰੀ ਤੜ ਫੁੱਟ ਆਉਂਦੀ ਹੈ। ਹਾਂ ਕੋਈ ਬੂਟੀ ਜਿਹੜੀ ਹੈ ਉਹ ਜੜ ਉੱਗ ਪੈਂਦੀ ਦੁਬਾਰਾ। ਹਾਂ ਇਹ ਜਿਹੜਾ ਕਹਾਣੀ ਦਾ ਮੁੱਖੀ ਹੈ ਜਿਵੇਂ ਕਹਾਣੀ, ਇਹਦੇ ਬਾਰੇ ਕਿਸੇ ਦਾ ਕੋਈ ਆਪਣਾ ਕੀ ਖਿਆਲ ਤਾਹਿਰ ਸਾਹਿਬ? जी इस कहानी बारे पूछ रहे हो या एदी किसी और ऐसे कहानी के बारे में? जिस तरह कहानी जी ਇਹਦਾ ਟਾਈਟਲ ਮਤਲਬ ਖੱਬਲ ਜਿਹੜਾ ਸੁਜੈਸਟ ਕਰਦਾ ਕਿ ਉਹਨੇ ਉਹ ਜਿਹੜੀ ਮਾਈਨੋਰਿਟੀਜ਼ ਜਿਹੜੀਆਂ ਉੱਥੇ ਰਹਿ ਗਈਆਂ ਨੇ ਉਹਨੂੰ ਰਿਲੇਟ ਕੀਤਾ ਖੱਬਲ ਨਾਲ। ਕਿ ਉਹ ਕਹਿੰਦੇ ਨੇ ਕਿ YPG ਚ ਮਤਲਬ ਇੱਕ ਸਟਾਇਰ ਹੈਗਾ ਆਈ ਥਿੰਕ ਗਵਰਨਮੈਂਟ ਵੱਲੋਂ ਜਾਂ ਕਲੋਨੀਅਲ ਜੋ ਵੀ ਐਡਮਿਨਿਸਟ੍ਰੇਸ਼ਨ ਸੀ ਕਿ ਉਹਨਾਂ ਨੇ YPG ਚ ਮੁਕੰਮਲ ਤੌਰ ਤੇ ਸਫਾਈ ਨਹੀਂ ਕਰ ਸਕੀ ਔਰ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ। ਤੇ ਮੈਂ ਇਹਨੂੰ ਇਸ ਤਰ੍ਹਾਂ ਸਮਝਿਆ। ਠੀਕ। ਹੋਰ ਕੋਈ ਕਿਸੇ ਦਾ ਕੋਈ ਆਪਣਾ ਇਹਦੇ ਬਾਰੇ ਚ? ਹਾਂਜੀ ਮੈਂ ਥੋੜਾ ਜਿਹਾ ਕਹਿਣਾ ਚਾਹੁੰਦਾ ਜੀ ਸੁਖਵਿੰਦਰ, ਤੁਹਾਡੀ ਆਵਾਜ਼ ਫਿਰ ਗਾਇਬ ਹੋ ਗਈ। The Bluetooth is not connected. हेलो जी आ रही होना आवाज साफ आ रही। ਹਾਂ ਤੇ ਇਹ ਜਿਹੜਾ ਖੱਬਲ ਮਤਲਬ ਘਾਹ ਵੀ ਕਹਿੰਦੇ ਆ ਇਹਨੂੰ, ਇਹ ਤਾਂ ਜਿਹੜਾ ਇਹਨਾਂ ਨੇ ਜ਼ਿਕਰ ਕਰ ਰੱਖਿਆ ਐਵੇਂ ਕਰ ਰੱਖਿਆ ਜਿਵੇਂ ਪਾਸ਼ ਜ਼ਿਕਰ ਕਰਦਾ ਹੈ। ਪਾਸ਼ ਇੱਕ ਕਵਿਤਾ ਦਾ ਜ਼ਿਕਰ ਕਰਦਾ ਹੈ ਵੀ ਮੈਂ ਘਾਹ ਹੈਗਾ ਤੁਹਾਡੇ ਹਰ ਕਰੇ ਹੋਏ ਕੰਮ ਤੇ ਉਗਾਵਾਂਗਾ। ਵੀ ਜਿਹੜਾ ਉਹਦੇ ਨਾਲ ਹੋਇਆ ਉਹ ਲੇਡੀਜ਼ ਨਾਲ ਵੀ ਜਿਵੇਂ ਮਤਲਬ ਵੀ ਉਹਨੇ ਜਿੱਦ ਕਰੀ ਹੈ ਦੁਬਾਰਾ ਫਿਰ ਉਹ ਪੁੰਗਰਨ ਦੀ, ਇਹ ਇੱਕ ਏਦਾਂ ਦਾ ਮੈਟਾਫੋਰ ਮੈਨੂੰ ਲੱਗਿਆ। ਸਹੀ, ਹਾਂ ਬਿਲਕੁਲ ਹੈ। ਔਰ ਇਹਦੇ 'ਚ ਇੱਕ ਉਦਾਸੀ ਵੀ ਹੈ ਕਿ ਉਹਨੇ ਮਤਲਬ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਏਗਾ ਕਿ ਤੁਸੀਂ ਉਮੀਦ ਕਰੋਗੇ ਕਿ ਉਹ ਉਹਦੇ ਕੋਲ ਕੋਈ ਬੰਦਾ ਪਹੁੰਚ ਗਿਆ ਹੈ ਕੋਈ ਅਥਾਰਟੀ ਵਾਲਾ ਤੇ ਉਹ ਕਹੇਗੀ ਕਿ ਮੈਨੂੰ ਆਪਣੇ ਘਰ ਵਾਲਿਆਂ ਨਾਲ ਮਿਲਾ ਦੇ, ਠੀਕ ਹੈ ਨਾ, ਜਾਂ ਕਿਤੇ ਮੈਨੂੰ ਲੈ ਜਾ ਪਿੱਛੋਂ ਛੱਡ ਕੇ ਮੈਨੂੰ ਗਿਆ ਨੇ ਉਹਨਾਂ ਦੇ ਨਾਲ ਮਿਲਾ ਦੇ। ਲੇਕਿਨ ਉਹਨੇ ਕਿਹਾ ਕਿ ਨਹੀਂ, ਮੇਰੀ ਇੱਕ ਛੋਟੀ ਹੈ ਉਹਨੂੰ ਵੀ ਇੱਥੇ ਲਿਆ ਦੇ ਤੇ ਤਾਂ ਕਿ ਸਾਡੀ ਇੱਕ ਜਿਹੜੀ ਹੈ ਨਾ ਉਹ ਸਾਥ ਬਣੇ, ਕਮਿਊਨਿਟੀ ਬਣੇ। ਕਿਸੇ ਹੋਰ ਦੀ ਕੋਈ ਇਹਦੇ ਬਾਰੇ ਚ ਆਪਣਾ ਰਾਏ ਕੁਝ ਬੋਲਣਾ ਚਾਹੇ? ਖੱਬਲ ਜਿਹੜਾ ਉਹ ਪੁਗਾਟ ਟਾਈਪ ਚੀਜ਼ ਨਹੀਂ ਜਿਹਨੂੰ ਤਲਫ ਕੀਤਾ ਜਾਂਦਾ ਹੈ, ਜਿਹਦੇ ਤੇ ਘਾਹ ਦੀ ਇੱਕ ਕਿਸਮ ਹੈ, ਘਾਹ ਦੀ ਕਿਸਮ ਹੈ। ਹਾਂ ਮਤਲਬ ਉਹੀ ਨੇ ਜਿਹੜੀਆਂ ਫਸਲਾਂ ਚ ਜਿਹੜੀਆਂ ਨੇ ਆਪਣਾ ਉਹ ਉਗਾਉਂਦੀਆਂ ਨੇ ਨਾ ਆਪਣਾ ਮੇਰਾ ਖਿਆਲ ਬੂਟੀਆਂ ਜਿਹਨੂੰ ਹਰਬੀਸਾਈਡ ਵਗੈਰਾ ਜਿਹਦੇ ਵਾਸਤੇ ਪਾਈ ਦੀ। ਹਾਂ ਜਿਹਦੇ ਵਾਸਤੇ ਹਾਂ ਉਹ ਪਾਈ ਜਾਂਦੀ ਹੈ। ਉਹ ਪਾਈਦੇ ਮਤਲਬ ਉਹਨੂੰ ਹਲ ਚਲਾ ਕੇ ਤੇ ਬਾਕੀ ਗੋਡੀ ਕਰਕੇ ਉਸ ਤਰੀਕੇ ਨਾਲ ਤੇ ਉਹੀ ਮੇਰੇ ਖਿਆਲ ਮੇਰੀ ਓਪੀਨੀਅਨ ਹੈ ਵੇ ਕਿ ਜਿਸ ਤਰ੍ਹਾਂ ਖੱਬਲ ਜਿਹੜੀ ਹੈ ਚੰਦ ਦਿਨਾਂ ਬਾਅਦ ਦੁਬਾਰਾ ਆ ਜਾਂਦੀ ਹੈ, ਇਹੀ ਜਿਹਨੂੰ ਇਹ ਕਹਿੰਦੇ ਨੇ ਕਿ ਸੈਟਲ ਡਾਊਨ ਹੋ ਗਏ ਅਸੀਂ। ਜੱਟ ਜਿਹੜਾ ਕਹਿੰਦਾ ਹੈਗਾ ਅਸੀਂ ਥੋੜੇ ਦਿਨਾਂ ਨੂੰ ਸੈਟਲ ਡਾਊਨ ਹੋ ਜਾਵਾਂਗੇ, ਐਕਚੁਅਲੀ ਉਹ ਖੱਬਲ ਹੋਣੀ ਹੈ ਕਿ ਉਹ ਟੈਂਪਰੇਰੀਲੀ ਤੇ ਸੈਟਲ ਡਾਊਨ ਹੋ ਜਾਣਗੇ, ਫਿਰ ਦੁਬਾਰਾ ਉਹ ਵੇਵ ਕਿਸੇ ਨਾ ਕਿਸੇ ਸ਼ਕਲ ਚ ਆਏਗੀ।
ठीक, हाँ ठीक है, गुड, थैंक यू। अच्छा हुण ये है कि एक फरीद साहब की कहानी पई है, एक मरियम साहबा ने भेजनी सी, बंद कर नहीं दिया? आई, नहीं आई। हाँ जी, ये बंद कर, थैंक यू वेरी मच। मरियम साहबा की कहानी आनी सी, वो नहीं आई। होर किहदी आनी सी, मेरे ख्याल एक होर भी रहिंदी ताहिर साहब ने भेज ਦਿੱਤੀ ਹੋਈ ਸੀ ਆਪਣੀ ਪਹਿਲੇ ਦੀ। ताहिर साहब ने भेजती हुई सी, ठीक है। पहले 2 मिनट की ब्रेक लेने, पहले फिर ताहिर साहब की पढ़ने कहानी, ते उस तो बाद फिर फरीद साहब की, उस तो बाद रह केड़ा गया, मरियम साहबा रह गई जी मैं लिखी है एक छोटी जी, लेकिन वो टाइप नहीं कर सकी इसलिए नहीं भेजी। मेरा ख्याल है टाइप अगर साफ साफ अगर लिखी है तो तुसी ओदा वो भी शेयर कर सकते हो कि मतलब फोटो लेके वो भी शेयर कर सकते हो। टाइप तुसी आप कर लेंदे हो या करवाना हुंदा तुसी भी किसी को? नहीं, आप ही करनी है। अच्छा, अगर टाइप कर सको तो वो भेज देना टाइप करके, अगर टाइप ना भी हो सके तो अपना वो वैसे शेयर कर लेना। ते शेब साहब ने भी कुछ भेजना सानू, भेजनी सी? नहीं भेजना है जी, मैं कहता हाँ नहीं, मेरा नहीं ख्याल है, मैनू मैं पंजाबी एब्सेंट सी मेरा ख्याल। अच्छा अच्छा, चलो 2 मिनट दी ब्रेक लेके वापस आने, पहले ताहिर साहब दी ते फिर फरीद साहब दी कहानी के बारे में, ठीक है? ओके। हाँ जी फरीद जी, की हाल है? क्लास तो सुनाओ जनाब। बस मैं कल एक प्रोग्राम सी, नैन सुख की किताब दी सी, अज मुक्को खाली उतों मैं फारग हो के हुण मैं वो 8 बजे सी। की हाल है खान साहब दा, नैन सुख साहब दा? ठीक, फर्स्ट क्लास है। वो फिर देखना तुसीं, बड़ा अच्छा प्रोग्राम होया, फेसबुक ते पिया, यूट्यूब ते भी है। मैं वैसे आ जाना बुध नूं। अच्छा, आ रहे हो? वेरी गुड, ठीक है। चलो मुलाकात, कोरोना काफी घट हो गया हुण, आलमोस्ट लोकी हुण कोई परवाह नहीं कर रहे। लोकी परवाह नहीं कर रहे, पर सुनने च यही आया कि घट कोई नहीं होया। घटन की कोई वजह भी तो नहीं ना लगदी। जुबैर साहब, कोरोना है ही नहीं, कुछ है, कोई शय है ही नहीं। मैं कौन बोल रहा है? मैं सुखविंदर बोल रहा। हाँ अच्छा, सुखविंदर सिद्धू परवाह नहीं करता। पता नहीं कि ਜ਼ਾਹਰ ਹੈ ਜਿਹਨੇ ਜਿਹੜਾ ਵਾਹ ਜਿਹਨੂੰ ਵਾਹ ਪੰਦਾ ਉਹਨੂੰ ਤਾਂ ਪਤਾ ਕਿ ਕੀ ਹੈਗਾ। ਹਾਂ, ਮੈਂ ਸਾਡੇ ਤੇ 2-3 ਦੋਸਤ ਹੈ ਬਾਹਰ ਫੌਤ ਹੋਏ ਨਾ, ਜਿਨ੍ਹਾਂ ਭਰਾਵਾਂ ਅਗਰ ਤੇ ਮਗਰ ਅਜੇ ਉਹਦੇ ਬਾਰੇ ਚ ਕੋਈ ਜਾਣਦੇ ਨਹੀਂ ਕੋਈ ਜ਼ਿਆਦਾ। ਮੈਂ ਆਪ ਵੀ ਕਨਵਿੰਸ ਨਹੀਂ। ਤਾਹਿਰ ਸਾਹਿਬ ਦੀ ਸਟੋਰੀ ਦਾ ਲਿੰਕ ਨਹੀਂ ਓਪਨ ਹੋ ਰਿਹਾ, ਕਿਸੇ ਕੋਲ ਹੋ ਰਿਹਾ ਐਕਸਪਾਇਰ ਹੈ, URL ਐਕਸਪਾਇਰ ਹੈ ਉਹਦਾ। ਜ਼ੁਬੈਰ ਸਾਹਿਬ ਤੇ ਮੇਰੇ ਨਾਲ ਬੈਠੇ ਸੀ ਕਰੋਨਾ ਦੇ ਵਿੱਚ, ਤੁਸੀਂ ਵੀ ਬਚ ਗਏ। ਤਾਹਿਰ ਸਾਹਿਬ ਨੇ ਈਮੇਲ ਕੀਤੀ ਹੋਈ ਸੀ। नहीं यार ग्रुप च पा दिया करो तो ज्यादा बेहतर है। अपना सारे लिंक इंफॉर्मेशन या PDF या जो भी है ग्रुप च पा दिया करो। ਤਾਹਿਰ ਸਾਹਿਬ ਦੇ ਮੈਨੂੰ ਵੀ ਮਿਲ
मैं ग्रुप ਵਿੱਚ ਅਪਲੋਡ ਕਰਤੇ ਉਹਨਾਂ ਦਾ। ਡਾਕਟਰ ਸਾਹਿਬ ਤੁਸੀਂ ਗਰੁੱਪ ਵਿੱਚ ਈਮੇਲ ਕੀਤੀ ਸੀ? ਨਹੀਂ, ਉਹ ਫਿਰ ਉਸ ਅਸੀਂ ਪੜ੍ਹ ਨਹੀਂ ਸਕੇ ਇਸੇ ਵਜ੍ਹਾ ਤੋਂ ਕਿ ਉਹ ਨਹੀਂ ਸੀ। ਹਾਂ ਨਹੀਂ ਮਿਲੀ। ਮੈਂ ਹੁਣ WhatsApp ਤੇ ਗਰੁੱਪ ਵਿੱਚ ਕਰਤੀ ਉਹਨਾਂ ਜੀ ਫਰੀਦ ਸਾਹਿਬ ਮੈਂ ਮੇਲ ਕੀਤੀ ਸੀ ਜੀਮੇਲ ਤੇ, ਬਸ ਆਪਣੇ ਇਮੇजेस ਕੀਤੇ ਸੀ, ਟਾਈਪ ਨਹੀਂ ਹੋਈ ਸੀ, PDF ਵਗੈਰਾ ਨਹੀਂ ਆਇਆ ਸੀ, ਸਕਰੀਨਸ਼ਾਟ ਲੈ ਕੇ ਇਮੇਜ ਦਾ। ਉਹ ਜਾਸਿਰ ਭਾਈ ਕਹਿ ਰਹੇ ਨੇ ਕਿ ਉਹਨਾਂ ਨੇ ਸ਼ਾਇਦ ਸ਼ੇਅਰ ਕੀਤਾ ਗਰੁੱਪ 'ਚ। ਜੀ ਮੈਂ WhatsApp ਵਾਲੇ ਗਰੁੱਪ ਵਿੱਚ ਕਰਤਾ ਸ਼ੇਅਰ। ਉਹ ਅੱਛਾ ਇਹ ਤੇ ਬਹੁਤ ਪੁਰਾਣੀ ਹੈਗੀ। ਆਪਣਾ ਫਰੀਦ ਸਾਹਿਬ ਕੀ ਹੋਇਆ ਐਕਟੀਵਿਟੀ ਕੋਈ ਦੱਸੋ ਮੈਨੂੰ। ਪਿਛਲੇ 1 ਘੰਟੇ ਦੀ ਜੀ? ਹਾਂ ਜੀ ਐਕਟੀਵਿਟੀ ਇਹ ਹੋਈ ਜੀ ਕਿ ਅਸੀਂ ਉਹ ਤੁਹਾਡੀ ਰეკਮੈਂਡਡ ਕਹਾਣੀ ਪੜ੍ਹੀ ਹੈ ਤੇ ਅੱਛਾ ਜੀ, ਉਸ ਕਹਾਣੀ ਦੇ ਉੱਤੇ ਥੋੜੀ ਜਿਹੀ ਡਿਸਕਸ਼ਨ ਹੋਈ ਹੈ ਔਰ ਅਜੇ ਤੱਕ ਤੇ ਅਸੀਂ ਇੱਥੇ ਪਹੁੰਚੇ। ਮੈਂ ਕਿਹਾ ਉਹ ਜਿਹੜੀਆਂ ਕੋਈ ਸਾਡੀਆਂ ਰਾਈਟਿੰਗਸ ਨੇ ਉਹ ਤੇ ਨਹੀਂ ਕੋਈ ਕਿਸੇ ਨੇ ਕੋਈ ਤੁਹਾਡੀ ਰਾਈਟਿੰਗ ਜਾਂ ਤੁਹਾਡੀ ਕੋਈ ਆਈ ਹੈ? ਨਹੀਂ ਹਾਲੇ ਨਹੀਂ ਕੋਈ। ਮੇਰੀ ਰਾਈਟਿੰਗ ਤੇ ਮੈਂ ਲਾਸਟ ਵੀਕ ਭੇਜ ਦਿੱਤੀ ਸੀ, ਤੁਸੀਂ ਸ਼ਾਇਦ ਪੜ੍ਹੀ ਹੋਵੇ ਦਵੈਰ ਸਾਹਿਬ। ਨਹੀਂ ਮੈਂ ਨਹੀਂ ਪੜ੍ਹ ਸਕਿਆ। ਅੱਛਾ ਮੈਨੂੰ ਵਕਤ ਨਹੀਂ ਮਿਲ ਸਕਿਆ, ਬੜਾ ਮੈਂ ਬਿਜ਼ੀ ਸੀ। ਪੜ੍ਹ ਲਾਂਗਾ ਸ਼ਾਇਦ, ਮੈਂ ਕਿਹਾ ਸੀ ਸ਼ਾਇਦ ਕਹਾਣੀ ਅੱਛੀ ਲੱਗੀ ਤੁਹਾਡੀ ਸਰ, ਕਲਾਸ 'ਚ ਪੜ੍ਹੀ ਜਾਏਗੀ। ਜ਼ੁਬੈਰ ਸਾਹਿਬ ਤੁਹਾਡਾ ਆਰਟੀਕਲ ਪੜਿਆ ਬੜਾ, ਤੁਸੀਂ ਤੇ ਤੁਹਾਨੂੰ ਕੀ ਲੋੜ ਹੈਗੀ ਕ੍ਰੀਏਟਿਵ ਰਾਈਟਿੰਗ, ਤੁਸੀਂ ਤੇ ਬੜੇ ਆਰਟੀਕਲ। ਕੀ ਹਾਲ ਹੈ ਬਾਬਾ ਜੀ? ਸਤਿ ਸ੍ਰੀ ਅਕਾਲ। ਚੀਜ਼ੇ ਲੈਣੇ ਨਹੀਂ ਅਸੀਂ ਤਾਂ ਹਨੀਫ ਸਾਹਿਬ ਨੂੰ ਵੇਖਣ ਆਉਂਦੇ ਆ। ਅੱਛਾ ਉਹ ਆਪਣਾ ਤਾਹਿਰ ਸਾਹਿਬ ਸਰ, ਅੱਛਾ ਉਹ ਖਬਰ ਪੜ੍ਹੀ ਅਸੀਂ, ਤੁਸੀਂ ਨਹੀਂ ਸੋ ਤੇ ਉਹ ਅੱਛੀ ਪਰੇਸ਼ਾਨ ਕੁਨ ਕਹਾਣੀ ਹੈ। ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਬਾਕੀ ਜਿਹੜੀਆਂ ਅਸੀਂ ਕਹਾਣੀਆਂ ਪੜ੍ਹੀਆਂ ਉਹਨਾਂ 'ਚ ਪਾਰਟੀਸ਼ਨ ਨਾ ਹੋਵੇ। ਪੰਜਾਬੀ ਦੀਆਂ ਕਹਾਣੀਆਂ 'ਚ ਪਤਾ ਨਹੀਂ ਪਾਰਟੀਸ਼ਨ ਕਿੱਥੋਂ ਆ ਜਾਂਦੀ। ਮੈਨੂੰ ਯਾਦ ਆਇਆ ਕਿ ਪਹਿਲੇ ਅਹਿਮਦ ਨਦੀਮ ਕਾਸਮੀ ਦੀ ਪੜ੍ਹੀ ਸੀ, ਪਹਿਲੀ ਪਾਰਟੀਸ਼ਨ ਸੀ। ਉਹ ਅਨਵਰ ਅਲੀ ਸਾਹਿਬ ਦੀ ਪੜ੍ਹੀ, ਉਹਦੇ 'ਚ ਵੀ ਪਾਰਟੀਸ਼ਨ ਆ ਗਈ। ਤੀਸਰੀ ਕਹਾਣੀ ਪੜ੍ਹੀ, ਮੈਂ ਕਿਹਾ ਉਹ ਅੱਗੇ ਵੀ ਟੁਰੀ ਹੈ ਕਿਤੇ। ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਕਹਾਣੀਆਂ 'ਚ ਪਾਰਟੀਸ਼ਨ ਨਾ ਹੋਵੇ। ਅਗਲੀ ਦਫਾ ਤੁਸੀਂ ਰੰਧਾਵੇ ਦੀ ਕਹਾਣੀ ਪੜ੍ਹੋ, ਰਣ ਤਲਵਾਰ ਤੇ ਘੋੜਾ। ਹਾਂ ਨਹੀਂ ਉਹ ਮੈਂ ਪੜ੍ਹੀ ਹੈ ਤੇ ਬਾਕੀ ਹੋਰ ਵੀ ਮੈਂ ਵੀ ਕੁਛ, ਤੁਸੀਂ ਵੀ ਹੋਰ ਵੀ ਕੋਈ ਸੁਜੈਸਟ ਕਰੋ ਤੇ ਮੈਂ ਕੋਸ਼ਿਸ਼। ਸਰ ਮੈਂ ਵੀ ਇੱਕ ਕਹਾਣੀ ਸ਼ੇਅਰ ਕੀਤੀ ਹੈ, ਇੱਕ ਯੰਗ ਰਾਈਟਰ ਹੈ, ਉਹਦੀ ਕਹਾਣੀ ਦਾ ਮੈਂ ਲਿੰਕ ਈਮੇਲ ਕੀਤਾ ਸੀ। ਅੱਛੀ ਕਹਾਣੀ ਹੈ, ਤੁਸੀਂ ਪੂਰਨੇ ਅਲੀ ਉਸਮਾਨ ਬਾਜਵਾ ਦੀ ਕਹਾਣੀ ਪੂਰਨੇ। ਅੱਛਾ ਠੀਕ, ਉਹ ਮੈਂ ਪੜ੍ਹ ਕੇ ਫਿਰ ਮੈਂ ਜਿਹੜਾ ਨਾ ਹਾਂਜੀ ਤੁਸੀਂ ਦੇਖ ਲੈਣਾ ਜੀ, ਮੈਂ ਉਹਦੇ ਬਾਰੇ ਚ ਆਪਣੀ ਰੂਲਿੰਗ। ਤੇ ਤੁਸੀਂ ਆਪਣਾ ਤਾਹਿਰ ਸਾਹਿਬ ਜੀ ਮੈਂ ਰੀਡਿੰਗ ਸਟਾਰਟ ਕਰਾਂ ਸਰ? ਜੀ ਸਰ ਬਿਲकुल। ਜੀ ਅੰਮੀ ਇੱਕ ਗੱਲ ਬੜੀ ਚਾਹ ਨਾਲ ਸਾਨੂੰ ਸੁਣਾਇਆ ਕਰਦੀ ਸੀ। ਸਾਡੇ ਨਿੱਕਿਆਂ ਹੁੰਦਿਆਂ ਇੱਕ ਦਿਨ ਭਰਾ ਨੇ ਅੰਮੀ ਕੋਲ ਪੁੱਛਿਆ, ਅੰਮੀ ਜੀ ਤੁਹਾਨੂੰ ਤਾਹਿਰ ਜ਼ਿਆਦਾ ਪਿਆਰਾ ਜਾਂ ਮੈਂ? ਅੰਮੀ ਲਈ ਇਹ ਸਵਾਲ ਗੈਰ ਮੁਤਵੱਕੇ ਸੀ। ਮਮਤਾ ਭਰੀ ਸ਼ਫਕਤ ਨਾਲ ਭਰਾ ਨੂੰ ਪਿਆਰ ਕਰਦਿਆਂ ਅੰਮੀ ਨੇ ਉਹ ਜਵਾਬ ਦਿੱਤਾ ਜਿਹੜਾ ਕੋਈ ਵੀ ਮਾਂ ਆਪਣੇ ਬੱਚੇ ਦੇ ਅਜਿਹੇ ਸਵਾਲ ਤੇ ਦਿੰਦੀ, ਤੁਸੀਂ ਦੋਵੇਂ ਮੈਨੂੰ ਬਹੁਤ ਪਿਆਰੇ ਹੋ। ਪਰ ਭਰਾ ਦੀ ਬੇਚੈਨੀ ਘੱਟ ਨਾ ਹੋਈ। ਜਵਾਬ ਵਿੱਚ ਉਹ ਇੱਕ ਨਾਮ ਸੁਣਨਾ ਚਾਹੁੰਦਾ ਸੀ, ਆਪਣਾ ਜਾਂ ਮੇਰਾ। ਸੋ ਉਸਨੇ ਜਵਾਬ ਜਾਣਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖੀ, ਨਹੀਂ ਅੰਮੀ ਜੀ ਜ਼ਿਆਦਾ ਪਿਆਰਾ ਕੌਣ ਹੈ ਤੁਹਾਨੂੰ? ਭਰਾ ਦੀ ਬੇਚੈਨੀ ਨੇ ਅੰਮੀ ਨੂੰ ਵੀ ਦਿਲਗੀਰ ਕਰ ਦਿੱਤਾ। ਜਵਾਬ ਤੇ ਉਹਨਾਂ ਦਾ ਉਹੀ ਸੀ, ਬਈ ਤੁਸੀਂ ਦੋਵੇਂ ਮੈਨੂੰ ਬਹੁਤ ਪਿਆਰੇ ਹੋ। ਲੇਕਿਨ ਜਵਾਬ ਦਿੰਦਿਆਂ ਉਹਨਾਂ ਨੇ ਭਰਾ ਨੂੰ ਆਪਣੇ ਹਾਂ ਨਾਲ ਲਾਇਆ, ਮੂੰਹ ਮੱਥਾ ਚੁੰਮਿਆ ਔਰ ਪੁੱਛਿਆ, ਬਈ ਤੂੰ ਅੱਜ ਇਹ ਕਿਉਂ ਪੁੱਛੀ ਜਾਂਦਾ ਹੈ? ਭਰਾ ਨੇ ਜਦੋਂ ਚੰਗੀ ਤਰ੍ਹਾਂ ਅੰਮੀ ਦੇ ਇੱਕੋ ਜਿਹੇ ਪਿਆਰ ਦਾ ਯਕੀਨ ਕਰ ਲਿਆ ਤੇ ਉਹਨੇ ਅਗਲਾ ਸਵਾਲ ਕੀਤਾ, ਜਿਹੜਾ ਕਿ ਪਹਿਲੇ ਪੁੱਛੇ ਗਏ ਸਵਾਲ ਨਾਲੋਂ ਵੀ ਗੈਰ ਮੁਤਵੱਕੇ ਸੀ। ਤੇ ਫਿਰ ਤੁਸੀਂ ਜਦੋਂ ਵੀ ਸਿਲਾਂ ਵਾਲੀ ਜਾਂਦੇ ਹੋ, ਤਾਹਿਰ ਨੂੰ ਕਿਉਂ ਲਿਜਾਂਦੇ ਹੋ, ਮੈਨੂੰ ਕਿਉਂ ਨਹੀਂ?
ਇਸ ਸਵਾਲ ਨਾਲ ਤੇ ਜਿਵੇਂ ਅੰਮੀ ਦੀ ਮਮਤਾ ਡੁੱਲਣ ਲੱਗ ਪਈ, ਭਰਾ ਨੂੰ ਪਿਆਰ ਕਰਦਿਆਂ ਉਹਨਾਂ ਉਸ ਨੂੰ ਸਮਝਾਇਆ, ਓਏ ਤੂੰ ਅੱਬੂ ਕੋਲ ਹਿਫਜ਼ ਜੋ ਕਰ ਰਿਹਾ ਹੈ, ਤੈਨੂੰ ਲੈ ਕੇ ਜਾਵਾਂ ਤੇ ਤੇਰੀ ਛੁੱਟੀ ਹੁੰਦੀ ਔਰ ਤੇਰੇ ਅੱਬੂ ਨਾਰਾਜ਼ ਹੁੰਦੇ ਨੇ, ਇਸ ਲਈ ਨਹੀਂ ਲਿਜਾਂਦੀ ਤੈਨੂੰ। ਭਰਾ ਦੀ ਤਸੱਲੀ ਇਸ ਗੱਲ ਨਾਲ ਪਤਾ ਨਹੀਂ ਹੋਈ ਜਾਂ ਨਹੀਂ, ਪਰ ਬਚਪਨ ਤੋਂ ਜਵਾਨੀ ਤੱਕ ਇਸ ਗੱਲ ਦੇ ਕੰਨੀ ਪੈਂਦੇ ਰਹਿਣ ਨਾਲ ਮੈਨੂੰ ਇਹ ਯਕੀਨ ਜਿਹਾ ਹੋ ਗਿਆ ਕਿ ਮੈਂ ਅੰਮੀ ਨੂੰ ਸਭ ਤੋਂ ਜ਼ਿਆਦਾ ਪਿਆਰਾ ਹਾਂ। ਪਰ ਪਿਆਰ ਤੇ ਅੰਮੀ ਨੂੰ ਆਪਣੇ ਪੇਕੇ ਨਾਲ ਵੀ ਬਹੁਤ ਸੀ। ਨਾਨਕਿਆਂ ਦੀ ਗੱਲ ਨਾਨੇ ਤੋਂ ਟੋਰਾ, ਜਿਹੜੇ ਸਾਡੇ ਨਿੱਕਿਆਂ ਹੁੰਦੇ ਕੈਂਸਰ ਦੇ ਮੋਜ਼ੀ ਰੋਗ ਵਿੱਚ ਮੁਬਤਲਾ ਹੋ ਕੇ ਦੁਨੀਆ ਤੋਂ ਗੁਜ਼ਰ ਗਏ। ਸੁਣਦੇ ਆਏ ਹਾਂ ਕਿ ਅੰਮੀ ਹੋਰਾਂ ਨਾਲ ਉਹਨਾਂ ਦਾ ਤਾਲੁਕ ਬਿਲਕੁਲ ਯਾਰਾਂ ਬੇਲੀਆਂ ਵਾਲਾ ਸੀ। ਉਹਨਾਂ ਦੀ ਮੌਤ ਦਾ ਹਵਾਲ ਅੱਜ ਤੱਕ ਮੇਰੀ ਯਾਦਦਾਸ਼ਤ ਵਿੱਚ ਮਹਿਫੂਜ਼ ਹੈ। ਸ਼ਾਮਾਂ ਵੇਲੇ ਅੰਮੀ ਹੋਰਾਂ ਦੇ ਮਾਮੂ ਨੇ, ਜਿਨ੍ਹਾਂ ਦੀ ਘਰ ਦੀ ਕੰਧ ਸਾਡੇ ਨਾਲ ਸਾਂਝੀ ਸੀ, ਛੱਤ ਤੋਂ ਆਵਾਜ਼ ਲਾ ਕੇ ਦੱਸਿਆ ਕਿ ਬਾਬੇ ਹੋਰਾਂ ਦੀ ਤਬੀਅਤ ਜ਼ਿਆਦਾ ਖਰਾਬ ਹੈ। ਮੈਨੂੰ ਯਾਦ ਹੈ ਅੰਮੀ ਨੇ ਤਵੇ ਤੇ ਪੱਕਦੀ ਰੋਟੀ ਇੰਝ ਛੱਡ ਦਿੱਤੀ ਸੀ। ਬਚਪਨ ਦੇ ਭੋਲਪਨ ਵਿੱਚ ਕੋਈ ਸਮਝ ਨਾ ਆ ਸਕੀ ਕਿ ਅਸੀਂ ਇਸ ਵੇਲੇ ਅਚਾਨਕ ਕਿੱਧਰ ਜਾਣਾ ਹੈ ਔਰ ਕਿਉਂ। ਫਿਰ ਥੋੜੀ ਦੇਰ 'ਚ ਪੈਦਲ ਚੱਲਦੇ ਅਸੀਂ ਮਾਮੂ ਇਮਤਿਆਜ਼ ਹੋਰਾਂ ਦੇ ਘਰ ਦੇ ਨੇੜੇ ਸੀ। ਮਾਮੂ ਦੇ ਘਰ ਵਾਲਾ ਇਲਾਕਾ ਵੀ ਅੱਜ ਤੱਕ ਮੇਰੇ ਚੇਤੇ ਵਿੱਚ ਹੈ। ਤੰਗ ਜਿਹੀ ਗਲੀ ਦੇ ਅਖੀਰ ਤੇ ਇੱਕ ਕਮਰੇ, ਬਰਾਂਡੇ ਔਰ ਨਿੱਕੇ ਜਿਹੇ ਵਿਹੜੇ ਵਾਲਾ ਉਹ ਘਰ ਉਹਨਾਂ ਦਿਨਾਂ ਵਿੱਚ ਮਾਮੂ ਕਿਰਾਏ ਤੇ ਵਰਤ ਰਹੇ ਸਨ। ਗਲੀ ਵਿੱਚ ਵੜਦਿਆਂ ਹੀ ਖੌਰੇ ਅੰਮੀ ਦੇ ਕੰਨਾਂ ਵਿੱਚ ਭੈਣ ਭਰਾਵਾਂ ਦੇ ਵੈਨ ਦੀ ਆਵਾਜ਼ ਪੈ ਗਈ ਸੀ। ਅੰਮੀ ਉਹਨਾਂ ਤੱਕ ਪਹੁੰਚਣ ਦਾ ਇੰਤਜ਼ਾਰ ਵੀ ਨਾ ਕਰ ਸਕੀ ਔਰ ਇੱਕ ਹੋਕੇ ਨਾਲ ਉਹਨਾਂ ਦਾ ਰੋਣਾ ਨਿਕਲ ਪਿਆ। ਅੰਮੀ ਦਾ ਰੋਣਾ ਵੀ ਮੇਰੀ ਸਮਝੋ ਬਾਹਰ ਦੀ ਗੱਲ ਸੀ। ਹੈਰਾਨ ਜਿਹਾ ਮੈਂ ਸਾਰੇ ਵਾਕਿਆਤ ਨੂੰ ਬੀਤਦਾ ਵੇਖ ਰਿਹਾ ਸਾਂ। ਮਾਮੂ ਦੇ ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ। ਨਿੱਕਾ ਜਿਹਾ ਉਹ ਘਰ ਸਾਡੇ ਕਰੀਬੀ ਰਿਸ਼ਤੇਦਾਰਾਂ ਨਾਲ ਭਰਿਆ ਸੀ ਔਰ ਸਭ ਜ਼ਾਰੋ ਕਤਾਰ ਰੋਂਦੇ ਪਏ ਸਨ। ਇਹਨਾਂ ਤੇ ਮੈਨੂੰ ਪਤਾ ਚੱਲ ਗਿਆ ਸੀ ਕਿ ਬਾਬਾ ਜੀ ਫੌਤ ਹੋ ਗਏ ਨੇ, ਪਰ ਮੈਨੂੰ ਕੋਈ ਰੋਣਾ ਨਾ ਆਇਆ ਕਿਉਂ ਜੇ ਮੈਨੂੰ ਉਹਨਾਂ ਨਾਲ ਕੋਈ ਜਜ਼ਬਾਤੀ ਤਾਲੁਕ ਮਹਿਸੂਸ ਨਹੀਂ ਸੀ ਹੁੰਦਾ। ਸਾਲ 2 ਸਾਲ ਪਿੱਛੋਂ ਜਦ ਕਦੀ ਉਹ ਪਿੰਡ ਤੋਂ ਸਾਡੇ ਸ਼ਹਿਰ ਲਾਹੌਰ ਆਉਂਦੇ ਸਨ ਤੇ ਮੈਂ ਖੇਡ ਤੋਂ ਮਿੰਟ ਲਈ ਫਾਰਗ ਹੋ ਕੇ ਉਹਨਾਂ ਨੂੰ ਮਿਲ ਲਈਦਾ ਸੀ ਔਰ ਫਿਰ ਆਪਣੀ ਖੇਡ ਵਿੱਚ ਮਸਰੂਫ ਹੋ ਜਾਂਦਾ। ਲੇਕਿਨ ਅੰਮੀ ਬਹੁਤ ਰੋਏ। ਉਹਨਾਂ ਦੇ ਮਰਨੇ ਤੋਂ ਕਾਫੀ ਚਿਰ ਤੱਕ ਜਦ ਵੀ ਕੋਈ ਪਿੰਡ ਚੋਂ ਆਉਂਦਾ ਤੇ ਅੰਮੀ ਉਹਦੇ ਸਾਹਮਣੇ ਬਹਿ ਕੇ ਘੁੰਡ ਕੱਢ ਲੈਂਦੇ ਔਰ ਕੁਝ ਮਿੰਟ ਰੋਂਦੇ ਰਹਿੰਦੇ। ਮੈਨੂੰ ਖੇਡਣ ਦੇ ਸਿਵਾ ਕੋਈ ਦੂਜਾ ਕੰਮ ਨਹੀਂ ਸੀ, ਪਰ ਜਦ ਕਦੀ ਅੰਮੀ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪੈਂਦੀ, ਮੈਂ ਸਾਰੇ ਕੰਮ ਛੱਡ ਕੇ ਨੱਸ ਕੇ ਅੰਮੀ ਵੱਲ ਆਉਂਦਾ ਔਰ ਦੂਰ ਖਲੋਤਾ ਉਹਨਾਂ ਨੂੰ ਰੋਂਦਾ ਵੇਖਦਾ। ਥੈਂਕ ਯੂ। ਮੈਂ ਵੀ ਅੱਜ ਕੱਲ ਕਾਫੀ ਅਫਲਾਤਾਂ ਵੇਖ ਰਿਹਾ ਤੇ ਮੇਰੇ ਦਿਲ ਤੇ ਕਾਫੀ ਇਸ ਕਹਾਣੀ ਦਾ ਅਸਰ ਹੋਇਆ। ਮੈਂ ਪੁੱਛਣਾ ਚਾਹਾਂਗਾ ਕਿ ਬਾਕੀ ਦੋਸਤਾਂ ਨੂੰ ਇਹਦੇ 'ਚ ਜਾਸਿਰ ਈਵਨ ਦੋ ਤਾਏ ਸਾਹਿਬ ਨੇ ਪਹਿਲੇ ਦੱਸ ਦਿੱਤਾ ਸੀ ਕਿ ਸਿਰਫ ਇੰਟਰੋਡਕਸ਼ਨ ਹੈ, ਪਰ ਮੈਨੂੰ ਕਹਾਣੀ 2 ਵਜ੍ਹਾ ਤੋਂ ਬਹੁਤ ਅੱਛੀ ਲੱਗੀ। ਇੱਕ ਤੇ ਇਹ ਕਿ ਜਿਹੜਾ ਵੀ ਕਹਾਣੀਆਂ ਦਾ ਨਾਰਮਲੀ ਪਰਸਪੈਕਟਿਵ ਹੁੰਦਾ ਉਹ ਇੱਕ ਗਰੋਨ ਅਪ ਦੀ ਨਜ਼ਰੀਏ ਤੋਂ ਹੁੰਦਾ ਤੇ ਉਹ ਚੀਜ਼ਾਂ ਨੂੰ ਜਾਂ ਫਲਸਫੇ ਨੂੰ ਜਾਂ ਉਸ ਤਰ੍ਹਾਂ ਵੇਖ ਰਿਹਾ ਹੁੰਦਾ। ਤੇ ਜਿਹੜੀਆਂ ਵੀ ਕਹਾਣੀਆਂ ਬੱਚੇ ਦੇ ਪਰਸਪੈਕਟਿਵ ਤੋਂ ਲਿਖੀਆਂ ਜਾਂਦੀਆਂ ਨੇ ਉਹ ਇਸ ਲਈ ਬੜੀਆਂ ਇੰਟਰਸਟਿੰਗ ਹੁੰਦੀਆਂ ਨੇ ਬਿਕੋਜ਼ ਉਦੋਂ ਉਹਦੀ ਅੱਖਾਂ ਤੋਂ ਵੇਖ ਕੇ ਤੁਹਾਨੂੰ ਲੱਗਦਾ ਕਿ ਕਈ ਚੀਜ਼ਾਂ ਕਿੰਨੀਆਂ ਨੌਨਸੈਂਸਿਕਲ ਬੱਚਿਆਂ ਨੂੰ ਲੱਗ ਰਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਬੜੀਆਂ ਲੱਗ ਰਹੀਆਂ। ਜਿਵੇਂ ਅਕਸਰ ਫੌਤਗੀਆਂ ਤੇ ਅਸੀਂ ਵੇਖਦੇ ਹਾਂ ਕਿ ਬੱਚਿਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੁੰਦਾ ਕਿ ਕੌਣ ਮਰ ਗਿਆ ਜਾਂ ਕੀ ਹੋ ਗਿਆ, ਉਹ ਆਪਣਾ ਖੇਡ ਰਹੇ ਹੁੰਦੇ। ਤੇ ਇੱਕ ਤੇ ਉਹ ਮੈਨੂੰ ਬੜੀ ਚੰਗੀ ਲੱਗੀ। ਦੂਸਰਾ ਮੈਨੂੰ ਜਿਹੜਾ ਮੈਨੂੰ ਇਹ ਵੀ ਹੈ ਕਿ ਤਾਹਿਰ ਸਾਹਿਬ ਪੂਰੀ ਕਰਨ ਹੈ ਕਹਾਣੀ, ਕਿਉਂਕਿ ਮੈਨੂੰ ਵਾਕਈ ਹੈ ਕਿ ਉਹ ਕਿਉਂ ਨਹੀਂ ਦੂਜੇ ਭਰਾ ਨੂੰ ਲੈ ਕੇ ਜਾਂਦੇ ਸਨ ਉਹਨਾਂ ਦੇ ਨਾਨਕੇ ਜਿਹੜਾ, ਤੇ ਮੈਨੂੰ ਬਹੁਤ ਚੰਗੀ ਲੱਗੀ ਸਟੋਰੀ। ਨਹੀਂ ਥੈਂਕ ਯੂ ਫॉर दैट। ਹਾਂ ਇਹਦੀ ਲੈਂਗੁਏਜ ਬੜੀ ਅੱਛੀ ਲੱਗੀ ਹੈ ਪੰਜਾਬੀ ਜ਼ਬਾਨ। ਨਹੀਂ ਲੈਂਗੁਏਜ ਸਿੰਪਲ ਹੈ, ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਹਰ ਬੰਦਾ ਉਹਦੇ ਨਾਲ ਖਾਸ ਤੌਰ ਤੇ ਇਹ ਜਿਹੜਾ ਇਹਨੇ ਕਿ ਵਾਕਈ ਬੱਚੇ ਜਿਹੜੇ ਹੁੰਦੇ ਨੇ ਜਨਾਜ਼ਿਆਂ ਤੇ ਮਤਲਬ ਉਹਨਾਂ ਨੂੰ ਐਕਸਪੈਕਟੇਸ਼ਨ ਨਹੀਂ ਹੁੰਦੀ ਹੈ ਕਿ ਵੱਡੇ ਰੋ ਰਹੇ ਉਹ ਵੀ ਰੋਣ ਜਾਂ ਦੁਖੀ ਹੋਣ, ਲੇਕਿਨ ਤੁਸੀਂ ਹਮੇਸ਼ਾ ਵੇਖਿਆ ਹੋਏਗਾ ਕਿ ਅੱਜ ਤੇ ਵੀ ਲੱਗੀ ਹੋਏਗੀ ਤੇ ਅੱਜ ਦੇ ਬੱਚੇ ਜਿਹੜੇ ਨੇ ਉਹ ਖੇਡ ਰਹੇ ਹੋਣਗੇ ਜਾਂ ਆਪਣੇ ਜੋ ਕੰਮ ਕਰਦੇ ਨੇ ਬੱਚੇ ਉਹ ਕਰ ਰਹੇ ਨੇ। ਮਰੀਮ ਤੁਹਾਡੀ ਕੋਈ ਇਹਦੇ ਬਾਰੇ ਚ? ਬਹੁਤ ਚੰਗੀ ਲੱਗੀ ਕਹਾਣੀ ਔਰ ਖਾਸ ਤੌਰ ਤੇ ਜਿਹੜਾ ਇਹਦੀ ਆਖਰੀ ਲਾਈਨ ਹੈ ਉਹ ਮੈਨੂੰ ਇਸ ਲਈ ਵੀ ਬੜੀ ਚੰਗੀ ਲੱਗੀ ਕਿ ਇੱਕ ਤੇ ਮਾਂ ਤੇ ਬੇਟੇ ਦਾ ਰਿਸ਼ਤਾ ਜਿਹੜਾ ਦੱਸਿਆ ਤੇ ਫੀਲਿੰਗਸ, ਉਸਦੇ ਬਾਅਦ ਫਿਰ ਇਹ ਕਿ ਮੈਂ ਉਹਨਾਂ ਦੇ ਵੱਲ ਨੱਸ ਕੇ ਆਂਦਾ ਲੇਕਿਨ ਦੂਰ ਖਲੋਤਾ ਉਹਨਾਂ ਨੂੰ ਵੇਖ ਕੇ
ਉਹਨਾਂ ਨੂੰ ਰੋਂਦਾ ਵੇਖਦਾ ਕਿ ਉਹ ਇੱਕ ਜਿਹੜਾ ਰਿਸ਼ਤਿਆਂ ਦੇ ਵਿੱਚ ਇੱਕ ਹੁੰਦਾ ਹੈ ਫਰਕ ਔਰ ਖਾਸ ਤੌਰ ਤੇ ਕਿਸੇ ਨੂੰ ਚੁੱਪ ਕਰਾਉਣ ਲਈ ਔਰ ਕਿਸੇ ਦੇ ਦੁੱਖ ਨੂੰ ਸ਼ੇਅਰ ਕਰਨ ਲਈ ਇੱਕ ਜਿਹੜੀ ਕੈਪੈਸਿਟੀ ਹੈ ਉਹ ਇਹਦੇ ਵਿੱਚ ਆ ਗਈ ਹੈ ਇਸ ਲਾਈਨ ਵਿੱਚ। ਹਾਂ ਨਹੀਂ ਆਖਰੀ ਲਾਈਨ ਵਾਕਈ ਬਹੁਤ ਇਫੈਕਟਿਵ ਹੈ। ਮੈਂ ਵੀ ਪਹਿਲੀ ਰੀਡਿੰਗ ਵਿੱਚ ਮੈਂ ਇਹਨੂੰ ਮਿਸ ਕਰ ਗਿਆ ਸਾਂ, ਹੁਣ ਮੈਂ ਦੁਬਾਰਾ ਜਦੋਂ ਪੜ੍ਹੀ ਹੈ ਤੇ ਮੈਨੂੰ ਸੁਣੀ ਹੈ ਉਹਨਾਂ ਕੋਲੋਂ ਤੇ ਮੈਨੂੰ ਮਤਲਬ ਲੱਗਾ ਹੈ ਕਿ ਇਹ ਤੇ ਬਹੁਤ ਹੀ ਇੱਕ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਿਹੜਾ ਕੰਸੋਲ ਕਰਨ ਦਾ ਹੁੰਦਾ ਨਾ ਤਰੀਕਾ ਕਿ ਅਸੀਂ ਦੂਸਰੇ ਨੂੰ ਚੁੱਪ ਕਿਵੇਂ ਕਰਾਉਣਾ ਜਾਂ ਕੰਫਰਟ ਕਿਵੇਂ ਕਰਨਾ, ਤੇ ਔਰ ਇਸ ਸਿਚੁਏਸ਼ਨ ਵਿੱਚ ਉਹ ਜਿਹੜਾ ਉਹਨੂੰ ਸਟ੍ਰੇਂਜਨੈਸ ਕਿ ਮਤਲਬ ਜਿਹੜੀ ਹੈ ਉਹ ਬੱਚੇ ਲਈ ਮਤਲਬ ਇੱਕ ਆਲਮੋਸਟ ਇੰਝ ਹੀ ਹੈ ਕਿ ਜਿਵੇਂ ਬੱਚਾ ਸਪੈਕਟੀਕਲ ਵੇਖ ਰਿਹਾ, ਕੋਈ ਤਮਾਸ਼ਾ ਵੇਖ ਰਿਹਾ ਕਿ ਹੁਣੇ ਮਾਂ ਬੈਠੀ ਸੀ ਤੇ ਹੁਣੇ ਜਿਹੜਾ ਹੈ ਉਹ ਕੋਈ ਆਇਆ ਹੈ, ਉਹਨੇ ਆਪਣਾ ਕੌਣ ਚੁੱਕਿਆ ਤੇ ਉਹ ਰੋਣਾ ਸ਼ੁਰੂ ਕਰਤਾ। ਉਹ ਬਹੁਤ ਮੈਨੂੰ ਕਾਫੀ ਉਹ ਇਮੇਜ ਜਿਹੜਾ ਹੈ ਉਹ ਕਾਫੀ ਪਾਵਰਫੁਲ ਮੈਨੂੰ ਵੀ ਲੱਗਾ। ਆਪਣਾ ਅਬਾਸ ਸਾਹਿਬ ਹੋਰ ਕੋਈ? ਸ਼ੇਖ ਸਾਹਿਬ ਮੇਰਾ ਖਿਆਲ ਹੈ ਜਿਹੜੀਆਂ ਗੱਲਾਂ ਤੁਸੀਂ ਆ ਕੀਤੀਆਂ ਨੇ ਮੇਰਾ ਖਿਆਲ ਹੈ ਉਹੀ ਸਾਰੀ ਹੈਗੀ ਹੈ, ਬਹੁਤ ਸਿੰਪਲ ਤੇ ਬਹੁਤ ਇਫੈਕਟਿਵ, ਵੈਰੀ ਇਮੋਸ਼ਨਲ ਸਾਰੀਆਂ ਚੀਜ਼ਾਂ ਨੇ। ਡੈਫੀਨੇਟਲੀ ਇੰਟਰੋਡਕਸ਼ਨ ਹੈਗਾ ਤੇ ਇੰਟਰੋਡਕਸ਼ਨ ਬਹੁਤ ਪਾਵਰਫੁਲ ਹੈਗਾ। ਬਾਕੀ ਇਹ ਗੱਲ ਤੇ ਬਿਲਕੁਲ ਠੀਕ ਹੈਗੀ ਕਿ ਜਿਹੜੀ ਨਫਸੀਆਤ ਹੈਗੀ, ਨਫਸੀਆਤ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? ਕੋਈ ਕਹੇਗਾ ਨਹੀਂ ਸਾਡੀ ਨਹੀਂ ਹੁੰਦੀ, ਲੇਕਿਨ ਹਾਂ ਜਿਹੜੀ ਬੱਚੇ ਦੀ ਜਿਹੜੀ ਸਾਈਕੋਲੋਜੀ ਹੈਗੀ ਹੈ ਉਹ ਬੜੀ ਇੰਪੋਰਟੈਂਟ ਹੈਗੀ ਹੈ ਆਖਰੀ ਲਾਈਨ ਦੇ ਵਿੱਚ, ਕਿ ਬੱਚਾ ਵੀ ਸਿੱਖ ਰਿਹਾ ਹੁੰਦਾ ਹੈ ਚੀਜ਼ਾਂ ਨੂੰ, ਦੁੱਖ ਨੂੰ ਤੇ ਉਹਨਾਂ ਦੇ ਇਜ਼ਹਾਰ ਨੂੰ, ਤੇ ਉਹਨੂੰ ਐਕਸਪ੍ਰੈਸ ਜਿਹੜਾ ਹੈ ਨਾ, ਜਿਹੜਾ ਵੱਡਾ ਬੰਦਾ ਜਿਹੜਾ ਸਿੱਖ ਕੇ ਕਰ ਲੈਂਦਾ ਕਿ ਇਸ ਮੌਕੇ ਤੇ ਕੀ ਕਰਨਾ ਚਾਹੀਦਾ, ਉਹ ਬੱਚੇ ਨੂੰ ਨਹੀਂ ਸਮਝ ਆ ਰਹੀ ਹੁੰਦੀ ਕਿ ਇਸ ਵੇਲੇ ਕੀ ਕਰਨਾ ਚਾਹੀਦਾ ਮਾਂ ਦੇ ਨਾਲ। ਉਹਨੂੰ ਦੁੱਖ ਵੀ ਹੈਗਾ ਤੇ ਨਾਲ ਹੈਜ਼ਿਟੇਟ ਵੀ ਕਰ ਰਿਹਾ ਕਿ ਮੈਂ ਕਿਸ ਤਰ੍ਹਾਂ ਜਾਵਾਂ ਮਾਂ ਦੇ ਕੋਲ, ਤੇ ਅੱਛੀ ਮਤਲਬ ਅੱਛਾ ਲਿਖਿਆ ਤੇ ਸਭ ਤੋਂ ਵੱਡੀ ਚੀਜ਼ ਹੈ ਦੋ ਤਿੰਨ ਚੀਜ਼ਾਂ ਮਾਸਟਰਾਂ ਨੇ ਕਹਿਣਾ ਹੁੰਦਾ ਹੈ, ਕੁਛ ਨਾ ਕੁਛ ਕੀੜਾ ਕੱਢਣਾ ਹੁੰਦਾ ਹੈ ਕੁਛ, ਤੇ ਮੈਂ ਉਹਦੇ ਚ ਦੋਸਤ ਇੱਕ ਤੇ ਆਪਣਾ ਉਹ ਜਾਸਰ ਨੇ ਜਿਹੜੀ ਗੱਲ ਕੀਤੀ ਹੈ ਕਿ ਅੱਗੇ ਕਹਾਣੀ ਟੁਰੇਗੀ, ਨੋਟ ਅ ਸਟੋਰੀ, ਮਤਲਬ ਇੱਕ ਸ਼ੁਰੂਆਤ ਹੈ ਜਾਂ ਉਹਦੇ ਚੋਂ ਕਹਾਣੀ ਚੋਂ ਇੱਕ ਸੀਨ ਹੈ। ਤੇ ਬਾਅਦ ਦਫਾ ਉਹ ਜਦੋਂ ਬੰਦਾ ਲਿਖ ਰਿਹਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ, ਲੇਕਿਨ ਉਹ ਆਪਣੇ ਆਪ ਲਈ ਅੱਗੇ ਕਹਾਣੀ ਦੇ ਮਤਲਬ ਚਲਾਉਣ ਲਈ ਉਹ ਚੀਜ਼ਾਂ ਸੁੱਟ ਰਿਹਾ ਹੁੰਦਾ, ਉਹਨੂੰ ਅਜੇ ਪਤਾ ਨਹੀਂ ਕਿ ਕੀ ਹੋਇਆ। ਤੇ ਆਈ ਥਿੰਕ ਜਾਸਰ ਨੇ ਚੰਗਾ ਪਿਕ ਕੀਤਾ ਹੈ ਕਿ ਉਹ ਕਿਉਂ ਨਹੀਂ ਜਾਂਦਾ ਦੂਸਰੇ ਭਰਾ ਨੂੰ ਲੈ, ਠੀਕ ਹੈ ਨਾ। ਇਹ ਜਿਹੜੀ ਹੈ ਸ਼ਾਇਦ ਅੱਗੇ ਜਾ ਕੇ ਕਿਤੇ ਆਏਗੀ। ਦੂਸਰਾ ਗੱਲ ਹੈ ਕਿ ਬੱਚੇ ਦਾ ਪਰਸਪੈਕਟਿਵ ਬਹੁਤ ਅੱਛਾ ਹੈ, ਲੇਕਿਨ ਅਗਰ ਬੱਚੇ ਦਾ ਪਰਸਪੈਕਟਿਵ ਹੈ ਤੇ ਉਹ ਫਿਰ ਬੱਚੇ ਦਾ ਪਰਸਪੈਕਟਿਵ ਰਹਿਣਾ ਚਾਹੀਦਾ ਹੈ ਥਰੂ ਆਊਟ। ਇਹਦੇ 'ਚ ਮੈਨੂੰ ਇੰਝ ਲੱਗਾ ਕਿ ਜਿਵੇਂ ਜਾ ਕੇ ਵੇਖਦਾ ਹੈ ਨਾ ਜਨਾਜ਼ਾ ਕੇ ਅੰਦਰੋਂ, ਉਦੋਂ ਤੱਕ ਬਿਲਡਅਪ ਬਹੁਤ ਸਹੀ ਹੈ ਕਿ ਉਹ ਅਜੇ ਘਰ ਨਹੀਂ ਪਹੁੰਚੇ, ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਰਸਤੇ 'ਚ, ਮਾਂ ਉਸ ਤੋਂ ਪਹਿਲਾਂ ਹੀ ਰੋਣ ਲੱਗ ਪੈਂਦੀ ਹੈ ਕਿ ਪਤਾ ਲੱਗ ਗਿਆ ਕਿ ਮਤਲਬ ਉਹ ਮਰ ਗਿਆ। ਲੇਕਿਨ ਉਹ ਜਨਾਜ਼ੇ ਤੇ ਹਰ ਬੰਦਾ ਜਿਹੜਾ ਹੈ ਉਹ ਇੱਕ ਤਰੀਕੇ ਨਾਲ ਤੇ ਨਹੀਂ ਰੋਂਦਾ, ਠੀਕ ਹੈ ਨਾ। ਤੇ ਬੱਚਾ ਜਿਹੜਾ ਹੈ ਉਹਦੇ ਵਿੱਚ ਸਾਰੇ ਲੋਕਾਂ ਦਾ ਜਿਹੜਾ ਰੋਣ ਹੈ ਉਹਦੇ 'ਚ ਪੋਟੈਂਸ਼ੀਅਲ ਹੈ। ਮੈਂ ਸਿਰਫ ਇਹ ਪੁਆਇੰਟ ਆਊਟ ਕਰ ਰਿਹਾ ਉਹਦੇ 'ਚ ਪੋਟੈਂਸ਼ੀਅਲ ਹੈ ਕਿ ਤੁਸੀਂ ਉਹਦਾ ਜਿਹੜਾ ਬੱਚੇ ਦਾ ਪਰਸਪੈਕਟਿਵ ਹੈ ਉਹਦੇ ਤੋਂ ਹੋਰ ਉਹਨੂੰ ਹੋਰ ਇਸਤੇਮਾਲ ਕਰ ਸਕਦੇ ਹੋ ਕਿ ਉਹ ਬੱਚਾ ਜਿਹੜਾ ਹੈ ਉਹ ਮੁਖਤਲਿਫ ਤਰੀਕੇ ਨਾਲ ਲੋਕ ਰੋਂਦੇ ਨੇ, ਮੁਖਤਲਿਫ ਤਰੀਕੇ ਨਾਲ, ਮਤਲਬ ਜ਼ਾਰੋ ਕਤਾਰ ਰੋਣਾ ਜਿਹੜਾ ਹੈ ਉਹ ਨਹੀਂ, ਹਰ ਬੰਦੇ ਦਾ ਜ਼ਾਰੋ ਕਤਾਰ ਆਪਣਾ ਹੁੰਦਾ ਜਨਾਜ਼ੇ। ਤੁਸੀਂ ਵੇਖਿਆ ਹੋਏਗਾ ਜਾਂ ਕਿਸੇ ਪੂੜੀ ਤੇ ਬੈਠੇ ਹੋਣਗੇ ਲੋਕ, ਉਹਦੇ 'ਚ ਬੱਚਾ ਜਿਹੜਾ ਉਹਨੂੰ ਚੀਜ਼ਾਂ ਅਜੀਬੋ ਗਰੀਬ ਨਜ਼ਰ ਆਉਣਗੀਆਂ। ਉਹ ਇਸ ਤੋਂ ਵੀ ਪਤਾ ਲੱਗਦਾ ਕਿ ਜਦੋਂ ਤੁਸੀਂ ਆਖਰੀ ਜਿੱਥੇ ਮੁਕਾਈ ਇਹ ਗੱਲ, ਉਸ ਤੋਂ ਬਾਅਦ ਵੀ ਜਿਹੜੀ ਹੈ ਮਾਂ ਉਹ ਜਦੋਂ ਕਦੀ ਕੋਈ ਮਿਲਣ ਆਉਂਦਾ ਤੇ ਮਾਂ ਰੋਂਦੀ ਹੈ ਤੇ ਬੱਚਾ ਦੂਰੋਂ ਖੇਡ ਛੱਡ ਕੇ, ਠੀਕ ਹੈ ਨਾ, ਤੇ ਬੱਚਾ ਇਨਡਿਫਰੈਂਟ ਨਹੀਂ ਹੈ, ਬੱਚਾ ਇੰਟਰਸਟਡ ਹੈ, ਉਹ ਖੇਡ ਛੱਡ ਕੇ ਜਾਂਦਾ ਹੈ ਤੇ ਵੇਖਦਾ ਹੈ ਸਿਰਫ ਮਾਂ ਨੂੰ ਰੋਂਦਿਆਂ ਹੋਇਆ। ਤੇ ਆਈ ਥਿੰਕ ਉਹਦੇ 'ਚ ਕਾਫੀ ਪੋਟੈਂਸ਼ੀਅਲ ਅਜੇ ਉਹਦੇ 'ਚ ਹੋਰ ਹੈ ਆਪਣਾ ਐਕਸਪਲੋਰ ਕਰਨ ਵਾਲਾ। ਜਨਾਜ਼ੇ ਦੇ ਸੀਨ
ਔਰ ਉਹਦੇ 'ਚ ਵੀ, ਔਰ ਇਹਦੇ 'ਚ ਇੱਕ ਹੋਰ ਪੋਟੈਂਸ਼ੀਅਲ ਮੈਨੂੰ ਕਾਫੀ ਨਜ਼ਰ ਆਇਆ। ਮੈਂ ਕਿਤੇ ਪੜ੍ਹ ਰਿਹਾ ਸਾਂ ਕੱਲ ਹੀ, ਕਹਾਣੀ ਕੀ ਹੁੰਦੀ ਹੈ ਕਿ ਮਤਲਬ ਇੱਕ ਤੁਸੀਂ ਸ਼ਾਰਟ ਸਟੋਰੀ ਖਾਸ ਤੌਰ ਤੇ, ਕਿ ਤੁਸੀਂ ਉਹਦੀਆਂ ਹੋਰ ਵੀ ਬਹੁਤ ਸਾਰੇ ਉਹਦੇ ਹੁੰਦੇ ਹੋਣਗੇ ਡੈਫੀਨੇਸ਼ਨ, ਕੰਮ ਕਿ ਤੁਸੀਂ ਇੱਕ ਕੈਰੈਕਟਰ ਨੂੰ ਪੜ੍ਹਨਾ ਸ਼ੁਰੂ ਕੀਤਾ ਉਹਦੇ ਬਾਰੇ, ਔਰ ਉਹਨਾਂ ਦਾ ਕਹਾਣੀ ਮੁੱਕੀ, ਉਹ ਕੈਰੈਕਟਰ ਚੇਂਜ ਹੋ ਗਿਆ, ਉਹ ਨਹੀਂ ਰਿਹਾ ਜਿਹੜਾ, ਔਰ ਤੁਸੀਂ ਉਹ ਸਫ਼ਰ ਉਹਦੇ ਨਾਲ ਕੀਤਾ ਇੱਕ। ਤੇ ਇਹਦੇ ਵਿੱਚ ਉਹ ਬੱਚਾ ਬਿਲਕੁਲ ਫਿਜ਼ੀਕਲੀ ਮਾਂ ਦੇ ਨਾਲ ਸਫ਼ਰ ਕਰ ਰਿਹਾ, ਠੀਕ ਹੈ ਨਾ, ਔਰ ਉਹ ਪਹਿਲੇ ਉਸ ਤੋਂ ਮਾਂ ਕੈਸੀ ਸੀ ਜਿਹੜੀ 2 ਬੱਚਿਆਂ ਨੂੰ ਸਮਝਾ ਰਹੀ ਹੈ ਕਿ ਵੀ ਪਿਆਰ ਮੈਂ ਪੂਰਾ ਕਰਨੀ, ਔਰ ਉਸ ਤੋਂ ਬਾਅਦ ਇੱਕ ਸਫ਼ਰ ਹੁੰਦਾ ਹੈ, ਜਨਾਜ਼ੇ ਤੇ ਜਾਂਦੀ ਹੈ, ਉਸ ਤੋਂ ਬਾਅਦ ਉਹ ਰੋਂਦੀ ਹੈ। ਲੇਕਿਨ ਮੇਰਾ ਖਿਆਲ ਹੈ ਉਹਦੇ ਨਾਲ ਅਗਰ ਕੋਈ ਹੋਰ ਵੀ ਸ਼ੈ ਹੋਵੇ ਜਿਹੜੀ ਉਹਦੇ 'ਚ ਚੇਂਜ ਹੋਵੇ, ਕਿਉਂਕਿ ਰੋਂਦਾ ਤੇ ਹਰ ਬੰਦਾ ਹੈ, ਪਿਓ ਮਰੇਗਾ, ਮਾਂ ਮਰੇਗੀ ਤੇ ਰੋਏਗਾ ਤੇ ਬੰਦਾ, ਤੇ ਉਹ ਜਾਂ ਤੇ ਬੱਚੇ 'ਚ ਚੇਂਜ ਆਏਗੀ, ਉਹ ਆਈ ਹੈ, ਤੁਸੀਂ ਉਹਦੇ ਤੇ ਹਿੰਟ ਕੀਤਾ ਕਿ ਆਖਰ ਤੇ ਆ ਕੇ ਪਹਿਲੇ ਉਹਨੂੰ ਕੋਈ ਜ਼ਿਆਦਾ ਰੋਣਾ ਨਹੀਂ ਆਇਆ ਜਦੋਂ ਉਹਨੇ ਉੱਥੇ ਜਨਾਜ਼ੇ ਤੇ ਗਿਆ, ਲੇਕਿਨ ਬਾਅਦ 'ਚ ਉਹ ਆਪਣੀ ਮਾਂ ਨੂੰ ਰੋਂਦੇ ਵੇਖਦਾ। ਤੇ ਮੈਂ ਸਿਰਫ ਇਹ ਪੁਆਇੰਟ ਆਊਟ ਕਰ ਰਿਹਾ ਕਿ ਅਗਰ ਇਹ ਚੀਜ਼ਾਂ ਤੁਸੀਂ ਅੱਗੇ ਲੈ ਕੇ ਚੱਲਣੀਆਂ ਨੇ ਤੇ ਇਹਦੇ 'ਚ ਇਹ ਚੀਜ਼ਾਂ ਤੁਸੀਂ ਜ਼ਿਹਨ 'ਚ ਰੱਖਣਾ ਜਾਂ ਬਿਲਕੁਲ ਵੀ ਨਾ ਰੱਖਣਾ, ਲੇਕਿਨ ਮੇਰਾ ਬਾਹਰ ਇਹ ਆਪਣਾ ਇਹ ਖਿਆਲ ਹੈ। ਲੇਕਿਨ ਥੈਂਕ ਯੂ, ਤੁਸੀਂ ਸਾਡੇ ਨਾਲ ਸ਼ੇਅਰ ਕੀਤੀ, ਠੀਕ ਹੈ ਜੀ, ਥੈਂਕ ਯੂ ਸਰ। ਤੇ ਤੁਸੀਂ ਕੋਈ ਸ਼ੈ ਪੁੱਛਣਾ ਚਾਹੋ, ਕਿਸੇ ਨੂੰ ਦੱਸਣਾ ਚਾਹੋ, ਹੋਰ ਕੋਈ? ਹਾਲਾਂਕਿ ਮੈਂ ਰਾਈਟਰ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿ ਪਹਿਲੇ ਕਹਾਣੀ ਦੱਸੇ। ਮੈਨੂੰ ਇਸ ਕਹਾਣੀ ਦੀ ਇੰਸਪੀਰੇਸ਼ਨ ਜਿਹੜੀ ਹੈ ਉਹ ਅਸਦ ਮੁਹੰਮਦ ਖਾਨ ਦੀ ਕਹਾਣੀ ਬਸੂਦੇ ਕੀ ਮਰੀਮ, ਪਤਾ ਨਹੀਂ ਦੋਸਤਾਂ ਨੇ ਸ਼ਾਇਦ ਪੜ੍ਹੀ ਹੋਏ, ਮੈਨੂੰ ਉੱਥੋਂ ਮਿਲੀ ਸੀ। ਜਿਨ੍ਹਾਂ ਨੇ ਪੜ੍ਹੀ ਨਹੀਂ ਉਹਨਾਂ ਨੇ ਸੁਣੀ ਹੋਈ। ਹਾਂਜੀ, ਹਾਂ, ਮੈਂ ਉਹ ਕਹਾਣੀ ਪੜ੍ਹੀ ਤੇ ਮੈਨੂੰ ਉਹ ਕਹਾਣੀ ਅੱਛੀ ਲੱਗੀ ਸੀ, ਔਰ ਮੈਨੂੰ ਉਸੇ ਟਾਈਮ ਫੀਲ ਹੋਇਆ ਕਿ ਜਿਵੇਂ ਏਦਾਂ ਆਪਣੀ ਬੂਆ ਨਾਲ ਜਿਸ ਤਰ੍ਹਾਂ ਦਾ ਤਾਲੁਕ ਦੀ ਇਹਨੇ ਇੱਕ ਕਹਾਣੀ ਬਣਾਈ ਹੈ, ਤੇ ਮੈਂ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਹੈ ਉਹ ਮਤਲਬ ਕ੍ਰਾਫਟ ਕਰ ਸਕਦਾ ਵਾਂ ਕੋਸ਼ਿਸ਼ ਕਰਕੇ। ਆਲਦੋ ਮੇਰੀ ਪਹਿਲੀ ਅਟੈਂਪਟ ਹੈ, ਉਹ ਤੇ ਬਹੁਤ ਬੜੇ ਕਹਾਣੀਕਾਰ ਨੇ, ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਕਹਾਣੀ ਬਣਾਉਣਾ ਸਿੱਖ ਸਕਦਾ, ਕੋਸ਼ਿਸ਼ ਕਰ ਸਕਦਾ ਵਾਂ, ਤੇ ਉਹ ਇੱਕ ਐਫਰਟ ਸੀ, ਔਰ ਮੈਂ ਉਹਨੂੰ ਨਾ ਖੁਦ ਹੀ ਇਨਕੰਪਲੀਟ ਛੋੜਿਆ। ਮੈਂ ਕਿਹਾ ਕਿ ਮੈਂ ਦਿਖਾਵਾਂ ਕੈਸੀ ਬਣ ਰਹੀ ਹੈ, ਤੇ ਫਿਰ ਮੈਂ ਦੇਖਾਂਗਾ ਕਿ ਕੰਪਲੀਟ ਕਰਾਂਗਾ। ਦੋ ਵਜ੍ਹਾ ਹੁੰਦੀਆਂ ਨੇ, ਇੱਕ ਬੰਦਾ ਸੁਸਤੀ ਦੀ ਵਜ੍ਹਾ ਤੋਂ ਛੱਡ ਦਿੰਦਾ, ਇੱਕ ਬੰਦਾ ਕਹਿੰਦਾ ਹੈ ਕਿ ਬਸ ਅੱਗੇ ਨਹੀਂ ਟੁਰ ਰਹੀ, ਤੇ ਲੇਕਿਨ ਮੇਰਾ ਖਿਆਲ ਹੈ ਅੱਗੇ ਟੁਰਨੀ ਚਾਹੀਦੀ ਕਹਾਣੀ, ਜਾਂ ਪਿੱਛੇ ਟੁਰਨੀ ਚਾਹੀਦੀ, ਆਈ ਡੋਂਟ ਨੋ ਕਹਾਣੀ ਅੱਗੇ ਟੁਰਦੀ ਹੈ ਜਾਂ ਪਿੱਛੇ ਟੁਰਦੀ ਹੈ, ਸਾਈਡ ਤੇ ਕਿਸੇ ਪਾਸੇ ਜੀ। ਹਾਂ, ਟੁਰਨੀ ਲੇਕਿਨ ਤਾਹਿਰ ਸਾਹਿਬ ਤੁਸੀਂ ਜ਼ਰੂਰ ਇਹਨੂੰ ਕੰਪਲੀਟ ਕਰੋ। ਹਾਂ ਜੀ, ਥੈਂਕ ਯੂ, ਜ਼ਰੂਰ। ਹੋਰ ਲਿਖੋ। ਅੱਜ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਰਾਈਟਰ ਬਲੌਕ ਹੁੰਦਾ ਲੋਕਾਂ ਨੂੰ, ਅੱਜ ਮੈਂ ਕਿਸੇ ਰਾਈਟਰ ਦਾ ਇੰਟਰਵਿਊ ਸੁਣਿਆ ਤੇ ਮੈਨੂੰ ਰਾਈਟਰ ਬਲੌਕੇਡ ਹੋਇਆ, ਇਹ ਵੀ ਬਾਤ ਹੋ ਜਾਂਦਾ, ਲੇਕਿਨ ਉਹਨੂੰ ਆਪਣਾ। ਅੱਛਾ ਜੀ, ਕੁਇਕਲੀ ਮੂਵਿੰਗ ਔਨ, ਫਰੀਦ ਸਾਹਿਬ, ਪੈਸੇ ਦੀ ਮੱਤ ਸਭ ਤੋਂ ਚੰਗੀ ਤੇ ਵੱਡੀ ਮੱਤ, ਠੀਕ ਹੈ, ਜਿਹੜੀ ਹੋਣੀ ਚਾਹੀਦੀ ਹੈ, ਸੁਣਾਓ ਕੁਛ ਆਪਣਾ। ਜੀ, ਸਾਡਾ ਪਿੰਡ ਸਿਆਲਕੋਟ ਦੇ ਕੋਲ ਹਿੰਦੁਸਤਾਨ ਦੇ ਬਾਰਡਰ ਵਾਲੇ, ਜਿੰਨੀਆਂ ਵੀ ਹਿੰਦੁਸਤਾਨ ਨਾਲ ਪਾਕਿਸਤਾਨ ਦੀਆਂ ਲੜਾਈਆਂ ਹੋਈਆਂ, ਫੌਜ ਨੇ ਪਿੰਡ ਨੂੰ ਖਾਲੀ ਕਰਵਾ ਲਿਆ ਸੀ। ਤੇ ਆਪਣੇ ਵੱਡਿਆਂ ਕੋਲੋਂ ਸੁਣਿਆ ਹੈ ਕਿ ਜਦੋਂ ਵੀ ਜੰਗ ਹੁੰਦੀ ਸੀ, ਪਿੰਡ ਦੇ ਸ਼ਰਾਰਤੀ ਮੁੰਡੇ ਰਾਤਾਂ ਨੂੰ ਵਾਪਸ ਆ ਜਾਂਦੇ ਸਨ ਤੇ ਜਸ਼ਨ ਮਨਾਉਂਦੇ ਸਨ। ਕਦੀ ਕਿਸੇ ਦੀ ਕੰਧ ਟੱਪੀ ਤੇ ਮੁਰਗੀਆਂ ਜ਼ਿਬਾ ਕੀਤੀਆਂ ਤੇ ਖਾ ਲਈਆਂ, ਕਦੀ ਕਿਸੇ ਮੱਝ ਨੂੰ ਚੋ ਲਿਆ। ਮੈਂ ਬਹੁਤ ਘੱਟ ਪਿੰਡ ਜਾਂਦਾ ਸੀ, ਤੇ ਜਦੋਂ ਵੀ ਪਿੰਡ ਜਾਣਾ, ਪਿੰਡ ਬਿਲਕੁਲ ਬਦਲਿਆ ਦਿਸਣਾ। ਬਚਪਨ ਵਿੱਚ ਪਿੰਡ ਦੀਆਂ ਗਲੀਆਂ ਬਿਲਕੁਲ ਕੱਚੀਆਂ ਤੇ ਗੰਦੀਆਂ ਜਾਪਦੀਆਂ ਸਨ, ਪਰ ਵਕਤ ਦੇ ਨਾਲ ਨਾਲ ਪਿੰਡ ਦਾ ਤੇ ਪਿੰਡ ਦੇ ਵਸਨੀਕਾਂ ਦਾ ਚੱਜ ਚਾਲਾ ਬਦਲਦਾ ਗਿਆ। ਅਸੀਂ 80 ਦੀ ਦਹਾਈ ਵਿੱਚ ਇੱਕ ਕੱਪੜੇ ਬਣਾਉਣ ਵਾਲੀ ਫੈਕਟਰੀ ਲੱਗ ਗਈ। ਮੈਂ 10 ਸਾਲ ਬਾਅਦ ਪਿੰਡ ਗਿਆ ਤੇ ਪਿੰਡ ਦੀ ਸ਼ਕਲ ਹੀ ਬਦਲੀ ਦੀ ਸੀ। ਪਹਿਲੇ ਪਿੰਡ ਦੇ ਜਵਾਕਾਂ ਦਾ ਹੁਲੀਆ ਵੱਖ ਹੁੰਦਾ ਸੀ, ਧੋਤੀ ਕੁਰਤਾ ਜਾਂ ਬਨੈਣ ਹੁੰਦੀ ਸੀ, ਕੱਪੜੇ ਮੈਲੇ ਤੇ ਮੂੰਹ ਵੀ ਘੱਟ ਹੀ ਸਾਫ਼ ਦਿਸਦੇ ਸਨ। ਪਰ ਹੁਣ ਜ਼ਿਆਦਾ ਲੋਕਾਂ ਸਪੋਰਟਸ ਟਰਾਊਜ਼ਰ ਤੇ ਟੀ-ਸ਼ਰਟ ਪਾਈ ਹੋਈ ਸੀ, ਸ਼ਾਇਦ ਸਾਗਾ ਸਪੋਰਟਸ ਦੀ ਫੈਕਟਰੀ ਦੀ ਬਰਕਤ ਸੀ। ਵੈਸੇ ਸ਼ਕਲਾਂ ਅਜੇ ਵੀ ਮੈਲੀਆਂ ਹੀ ਸਨ, ਪਰ ਫੇਰ ਵੀ ਚੰਗਾ ਹੀ ਲੱਗਿਆ। ਮੈਂ ਜਦੋਂ ਵੀ ਪਿੰਡ ਜਾਣਾ, ਪਿੰਡ ਦੇ ਇੱਕ ਬਜ਼ੁਰਗ ਉਸਤਾਦ, ਜਿਨ੍ਹਾਂ ਦਾ ਅਸਲ ਨਾਂ ਤੇ ਪਤਾ ਨਹੀਂ ਕੀ ਸੀ,
ਪਰ ਲੋਕ ਉਹਨਾਂ ਨੂੰ ਫਰਿਸ਼ਤਾ ਸਾਹਿਬ ਹੀ ਸੱਦਦੇ ਸਨ। ਚਿੱਟੀ ਨੂਰਾਨੀ ਦਾੜੀ, ਗੋਰਾ ਚਮਕਦਾਰ ਰੰਗ, ਹਮੇਸ਼ਾ ਚਿੱਟਾ ਕੁਰਤਾ ਤੇ ਧੋਤੀ ਹੀ ਵਿੱਚ ਵੇਖਿਆ ਉਹਨਾਂ ਨੂੰ। ਪਿੰਡ ਦੇ ਸਭ ਤੋਂ ਮੁਤਬਰ ਤੇ ਸਭ ਤੋਂ ਸਿਆਣੇ ਮੰਨੇ ਜਾਣ ਵਾਲੇ ਬਾਬੇ ਸਨ। ਉਹਨਾਂ ਦਾ ਅੰਦਾਜ਼ ਬੜਾ ਫਲਸਫਿਆਨਾ ਤੇ ਸਾਰਾ ਪਿੰਡ ਉਹਨਾਂ ਕੋਲੋਂ ਸਲਾਹ ਲੈਣ ਆਉਂਦਾ ਹੁੰਦਾ ਸੀ। ਪਿੰਡ ਵਿੱਚ ਸਿਰਫ ਇੱਕ ਹੀ ਬੜੀ ਨਿਮਾਣੀ ਤਬੀਅਤ ਤੇ ਵੱਧਦੀ ਮਿਲਣਸਾਰ ਬੰਦੇ ਸਨ। ਬੜਾ ਹੀ ਸਾਦਾ ਜਿਹਾ ਘਰ ਸੀ। ਘਰ ਦਾ ਦਰਵਾਜ਼ਾ ਲੱਕੜ ਦਾ ਤੇ ਸਾਰੇ ਕਮਰਿਆਂ ਦੇ ਦਰਵਾਜ਼ੇ ਨਹੀਂ ਸਨ, ਸਿਰਫ ਟਾਟ ਦਾ ਇੱਕ ਟੋਟਾ ਦਰਵਾਜ਼ੇ ਦਾ ਕੰਮ ਦਿੰਦਾ ਸੀ। ਵਿਹੜੇ ਦੇ ਵਿੱਚ ਇੱਕ ਝੱਜਰ ਸੀ ਜਿਹਦੇ ਉੱਤੇ ਇੱਕ ਸਿਲਵਰ ਦਾ ਗਲਾਸ ਰੱਖਿਆ ਹੁੰਦਾ ਸੀ। ਉਹਨਾਂ ਦੀ ਸਵਾਣੀ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਜਿਉਂਦੀ ਹੈ ਕਿ ਮਰ ਗਈ। ਫਰਿਸ਼ਤਾ ਸਾਹਿਬ ਹਰ ਕਿਸੇ ਦੇ ਨਾਲ, ਮੇਰੇ ਖਿਆਲ ਮੇਰੇ ਕੋਲੋਂ ਕੁਝ ਲਾਈਨਾਂ ਡਿਲੀਟ ਹੋ ਗਈਆਂ। ਨਹੀਂ, ਸਾਡੇ ਕੋਲ ਹੈ ਨੇ, ਮੈਂ ਪੂਰੀਆਂ ਪੜ੍ਹੀਆਂ ਨੇ, ਤੁਸੀਂ ਅੱਗੇ ਚਲੋ, ਕੋਈ ਨਹੀਂ। ਉਹ ਫਿਰ ਮੈਂ ਇਸ ਟਾਈਮ ਮੇਰੇ ਕੋਲ ਨਹੀਂ ਆ ਗਏ ਤੇ ਉਹ ਸ਼ਾਇਦ ਕੁਝ ਲਾਈਨਾਂ ਡਿਲੀਟ ਹੋਈਆਂ। ਉਹਨਾਂ ਦੇ 2 ਪੁੱਤਰ ਸੀ, ਉਹ ਮੈਂ ਵਿੱਚੋਂ ਫਿਰ ਸਕਿਪ ਕਰ ਰਿਹਾ, ਪੈਰਾ ਪੂਰਾ ਨਹੀਂ ਹੋਇਆ ਦਾ। ਉਹਨਾਂ ਦੇ 2 ਪੁੱਤਰ ਸੀ, ਵੱਡੇ ਦਾ ਨਾਂ ਆਬਦ ਹੁਸੈਨ ਤੇ ਛੋਟੇ ਦਾ ਨਾਂ ਸ਼ਾਹਿਦ ਹੁਸੈਨ ਸੀ। ਆਬਦ ਸ਼ੁਰੂ ਤੋਂ ਹੀ ਬੀਬਾ ਤੇ ਪੜ੍ਹਨ ਵਾਲਾ ਮੁੰਡਾ ਸੀ ਤੇ ਸ਼ਾਹਿਦ ਜ਼ਰਾ ਆਵਾਰਾਗਰਦ। ਉਹਦੀ ਯਾਰੀ ਪਿੰਡ ਦੇ ਰੰਧਾਵਿਆਂ ਨਾਲ ਸੀ। ਰੰਧਾਵਿਆਂ ਬਾਰੇ ਮਸ਼ਹੂਰ ਸੀ ਕਿ ਉਹਨਾਂ ਦੀ ਫੌਜ ਦੇ ਨਾਲ ਬੜੀ ਸੁਰ ਹੈ ਤੇ ਸਮਗਲਿੰਗ ਦਾ ਪੈਸਾ ਵਾਧੂ ਹੈ। ਫਰਿਸ਼ਤਾ ਸਾਹਿਬ ਇਸ ਯਾਰੀ ਤੋਂ ਬਹੁਤ ਰਿੰਝ ਰਹਿੰਦੇ ਸਨ। ਮੈਂ ਜਦੋਂ ਵੀ ਪਿੰਡ ਜਾਣਾ ਫਰਿਸ਼ਤਾ ਸਾਹਿਬ ਨੂੰ ਰੋਜ਼ ਮਿਲਦਾ ਸੀ। ਉਹ ਸ਼ਾਹਿਦ ਦੇ ਨਕਮੇ ਹੋਣ ਤੋਂ ਬਹੁਤ ਦੁਖੀ ਸੀ। ਉਹਦੇ ਆਏ ਦਿਨ ਅਲਾਮੇ ਆਉਂਦੇ ਰਹਿੰਦੇ ਸੀ, ਕਦੀ ਕਿਸੇ ਨਾਲ ਲੜ ਪੈਣਾ ਤੇ ਕਦੀ ਕਿਸੇ ਦੀ ਧੀ ਭੈਣ ਨੂੰ ਛੇੜ ਦੇਣਾ, ਛੇੜਿਆ ਹੁੰਦਾ ਸੀ। ਇਹ ਸਭ ਕੁਝ ਰੰਧਾਵਿਆਂ ਦੇ ਮੁੰਡੇ ਅਸਲਮ ਦਾ ਕਸੂਰ ਗਿਣਿਆ ਜਾਂਦਾ ਸੀ। ਅਕਸਰ ਦੁਖੀ ਹੋ ਕੇ ਕਹਿੰਦੇ ਸੀ ਕਿ ਪੈਸੇ ਦੀ ਵੀ ਆਪਣੀ ਮੱਤ ਹੁੰਦੀ ਹੈ। ਰੰਧਾਵਿਆਂ ਵੱਲ ਇਸ਼ਾਰਾ ਹੁੰਦਾ ਸੀ। ਵੈਸੇ ਇਹ ਫਿਕਰ ਹਰ ਵਾਰੀ ਸੁਣਨ ਨੂੰ ਮਿਲਦਾ ਜ਼ਰੂਰ ਸੀ, ਪੈਸੇ ਦੀ ਵੀ ਆਪਣੀ ਮੱਤ ਹੁੰਦੀ ਹੈ। ਵਕਤ ਗੁਜ਼ਰਦਾ ਗਿਆ ਤੇ ਆਬਦ ਆਪਣੇ ਪਿਓ ਦੇ ਪਿੱਛੇ ਲੱਗ ਕੇ ਪਿੰਡ ਦੇ ਸਕੂਲ ਵਿੱਚ ਮਾਸਟਰ ਲੱਗ ਗਿਆ ਤੇ ਸ਼ਾਹਿਦ ਰੰਧਾਵਿਆਂ ਨਾਲ ਆਵਾਰਾਗਰਦੀ ਕਰਦਾ ਰਿਹਾ। ਤੇ ਫਰਿਸ਼ਤਾ ਸਾਹਿਬ ਬੜੇ ਦੁਖੀ ਹੋ ਜਾਂਦੇ ਤੇ ਸ਼ਾਹਿਦ ਦੇ ਜ਼ਿਕਰ ਦੇ ਉੱਤੇ। ਮੈਂ ਫਿਰ ਕਈ ਸਾਲ ਪਿੰਡ ਨਾ ਜਾ ਸਕਿਆ ਤੇ ਜਦੋਂ ਗਿਆ ਤੇ ਪਤਾ ਚੱਲਿਆ ਕਿ ਸ਼ਾਹਿਦ ਨੂੰ ਰੰਧਾਵਿਆਂ ਪੁਲਿਸ ਵਿੱਚ ਭਰਤੀ ਕਰਾ ਦਿੱਤਾ। ਫਰਿਸ਼ਤਾ ਸਾਹਿਬ ਨੂੰ ਮਿਲਿਆ ਤੇ ਬੜੇ ਖੁਸ਼ ਦਿਸਦੇ ਸਨ। ਜਿੰਨੀ ਦੇਰ ਮੈਂ ਉਹਨਾਂ ਕੋਲ ਬੈਠਾ ਉਹ ਸ਼ਾਹਿਦ ਦੀਆਂ ਹੀ ਗੱਲਾਂ ਕਰਦੇ ਰਹੇ। ਪਤਾ ਲੱਗਾ ਕਿ ਉਹ ਥਾਣੇ ਫਲੋਰ ਵਿੱਚ ਕਾਂਸਟੇਬਲ ਭਰਤੀ ਹੋ ਗਿਆ ਤੇ ਹਰ ਮਹੀਨੇ 5000 ਰੁਪਏ ਭੇਜ ਦਿੰਦਾ। ਬੜਾ ਨੇਕ ਹੋ ਗਿਆ। ਪਿੰਡ ਤੋਂ ਪਤਾ ਚੱਲਿਆ ਕਿ ਸ਼ਾਹਿਦ ਅਕਸਰ ਆਪਣੇ ਪਿਓ ਨੂੰ ਤੋਹਫੇ ਭੇਜਦਾ ਰਹਿੰਦਾ। ਬੜੇ ਸਾਲ ਹੋਰ ਲੰਘ ਗਏ ਤੇ ਮੇਰਾ ਪਿੰਡ ਜਾਣ ਨਾ ਹੋਇਆ, ਪਰ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਸ਼ਾਹਿਦ ਦੀਆਂ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ ਸਨ। ਸੁਣਨ ਵਿੱਚ ਆਇਆ ਕਿ ਉਹ ਤਰੱਕੀ ਕਰ ਗਿਆ ਸੀ ਤੇ ਬੜੇ ਪੈਸੇ ਬਣਾ ਰਿਹਾ ਸੀ। ਉਹ ਤਰੱਕੀ ਕਰਕੇ ਸਬ ਇੰਸਪੈਕਟਰ ਹੋ ਗਿਆ ਸੀ, ਬੜਾ ਮਾਲ ਵੀ ਬਣਾ ਲਿਆ ਸੀ। ਮੇਰਾ ਪਿੰਡ ਚੱਕਰ ਲੱਗਿਆ ਤੇ ਇੱਕ ਫਰਜ਼ ਦੀ ਤਰ੍ਹਾਂ ਮੈਂ ਫਰਿਸ਼ਤਾ ਸਾਹਿਬ ਨੂੰ ਮਿਲਣ ਗਿਆ। ਥੋੜੇ ਬੁੱਢੇ ਤੇ ਮਾੜੇ ਲੱਗ ਰਹੇ ਸਨ, ਪਰ ਘਰ ਦੀ ਸ਼ਕਲ ਹੀ ਬਦਲੀ ਦੀ ਸੀ। ਪੂਰਾ ਫਰਨੀਚਰ ਸੀ, ਉਹ ਵੀ ਮਹਿੰਗਾ ਲੱਗ ਰਿਹਾ ਸੀ। ਟਾਟ ਦੇ ਪਰਦੇ ਦੀ ਜਗ੍ਹਾ ਲੱਕੜੀ ਦੇ ਦਰਵਾਜ਼ੇ ਲੈ ਲਈ ਸੀ। ਫਰਸ਼ ਵੀ ਪੱਕੇ ਤੇ ਨਵੇਂ ਰਿਵਾਜ ਦੇ ਸਨ। ਫਰਿਸ਼ਤਾ ਸਾਹਿਬ ਦੇ ਕੱਪੜੇ ਵੀ ਬਦਲੇ। ਮੈਂ ਸਲਾਮ ਕਰਕੇ ਬੈਠ ਗਿਆ। ਆਬਦ ਬੈਠਾ ਲੱਤਾਂ ਘੁੱਟ ਰਿਹਾ ਸੀ। ਇੰਨੇ ਨੂੰ ਸ਼ਾਹਿਦ ਆ ਕੇ ਬਹਿ ਗਿਆ। ਆਬਦ ਆਪਣਾ ਕੰਮ ਛੱਡ ਕੇ ਸ਼ਾਹਿਦ ਨੂੰ ਘੂਰਨ ਲੱਗ ਪਿਆ ਤੇ ਬੜੇ ਗੁੱਸੇ ਵਿੱਚ ਬੋਲਿਆ ਕਿ ਤੂੰ ਆਪਣੇ ਨੂੰ ਕੀ ਸਮਝਦਾ? ਤੈਨੂੰ ਪਿੰਡ ਦੇ ਕਿਸੇ ਬੰਦੇ ਦਾ ਕੰਮ ਆਖਿਆ ਸੀ ਤੇ ਤੂੰ ਉਹਨਾਂ ਕੋਲੋਂ ਵੀ ਪੈਸੇ ਮੰਗ ਲਏ। ਸ਼ਾਹਿਦ ਦੇ ਮੱਥੇ ਤੇ ਵੱਟ ਜੇ ਪੈ ਗਏ। ਕਹਿਣ ਲੱਗਾ ਕਾਨੂੰਨ ਦਾ ਵੀ ਕੋਈ ਖਰਚਾ ਹੁੰਦਾ ਹੈ। ਆਬਦ ਗੁੱਸੇ ਵਿੱਚ ਕਹਿਣ ਲੱਗੇ ਤੇਰੀ ਬੋਲੀ ਕਿ ਵੱਡੀ ਖਾਣ ਵਾਲੇ ਅਫਸਰ ਦੀ ਬੋਲੀ ਹੈ। ਫਰਿਸ਼ਤਾ ਸਾਹਿਬ ਗੁੱਸੇ ਨਾਲ ਉੱਠ ਕੇ ਚਲੇ ਗਏ। ਦੋਨਾਂ ਭਰਾਵਾਂ ਦੀ ਤੂੰ ਮੈਂ ਹੁੰਦੀ ਰਹੀ ਤੇ ਥਾਣੇਦਾਰ ਵੀ ਉੱਠ ਕੇ ਚਲਾ ਗਿਆ। ਥੋੜੀ ਦੇਰ ਨੂੰ ਫਰਿਸ਼ਤਾ ਸਾਹਿਬ ਆਏ ਤੇ ਬੜੇ ਗੁੱਸੇ ਵਿੱਚ ਆਬਦ ਨੂੰ ਬੋਲੇ, ਹਰਾਮਦਿਆ ਤੈਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਥਾਣੇਦਾਰ ਸਾਹਿਬ ਨਾਲ। ਤੇ ਵਾਪਸੀ ਤੇ ਜੀਟੀ ਰੋਡ ਤੇ ਮੇਰੇ ਕੰਨਾਂ ਵਿੱਚ ਇਹੀ ਬੋਲ ਗੂੰਜਦੇ ਰਹੇ ਕਿ ਪੈਸੇ ਦੀ ਵੀ ਆਪਣੀ ਮੱਤ ਹੁੰਦੀ। ਕਿੰਨੀ ਸਿਆਣੀ ਗੱਲ ਕੀਤੀ ਸੀ ਫਰਿਸ਼ਤਾ ਸਾਹਿਬ। ਠੀਕ ਹੈ, ਮਿਹਰਬਾਨੀ। ਥੱਲਿਓਂ ਸ਼ੁਰੂ ਕਰਨੇ ਆਪਣਾ। ਮਰੀਮ, ਆਪ कैसी लगी ਤੁਹਾਨੂੰ ਕਹਾਣੀ ਇਹਦੇ ਬਾਰੇ ਚ ਕੀ ਆਪਣਾ? ਕਹਾਣੀ ਬਹੁਤ ਅੱਛੀ ਲਿਖੀ ਹੋਈ ਹੈ ਇਹਨਾਂ ਨੇ। ਖਾਸ ਤੌਰ ਤੇ ਇਹ ਵੇਖਣ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ
ਔਰ ਜਿਹੜਾ ਤੁਸੀਂ ਹੁਣ ਕਹਿ ਰਹੇ ਸੀ ਕਿ ਕੈਰੈਕਟਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਕਿ ਜਿਵੇਂ ਕੈਰੈਕਟਰ ਕਹਾਣੀ ਦੇ ਸ਼ੁਰੂ ਵਿੱਚ ਉਹ ਉਸ ਤਰ੍ਹਾਂ ਨਹੀਂ, ਉਹਦੇ ਵਿੱਚ ਤਬਦੀਲੀ ਆਉਣੀ ਚਾਹੀਦੀ। ਤੇ ਇਸ ਕਹਾਣੀ ਦੇ ਵਿੱਚ ਉਹ ਨਜ਼ਰ ਆ ਰਿਹਾ ਸੀ ਕਿ ਜਿਹੜੇ ਫਰਿਸ਼ਤਾ ਸਾਹਿਬ, ਜਿਵੇਂ ਉਹਨਾਂ ਦਾ ਨਾਮ ਹੀ ਫਰਿਸ਼ਤਾ ਹੈ, ਲੇਕਿਨ ਆਖਰ ਤੇ ਜਾ ਕੇ ਉਹਨਾਂ ਨੇ ਉਹਨਾਂ ਦੀ ਡਿਵੈਲਪਮੈਂਟ ਤੋਂ ਬਾਅਦ ਵਿਖਾਇਆ ਕਿ ਬਿਲਕੁਲ ਹੀ ਬਦਲੀ ਹੋਈ ਸ਼ਖਸੀਅਤ ਨੇ। ਹਾਂ ਨਹੀਂ, ਉਹਦੇ ਚ ਇੱਕ ਜਰਨੀ ਜਿਹੜਾ ਹੈ ਉਹ ਬਿਲਕੁਲ ਹੈ, ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਔਰ ਉਹ ਮਤਲਬ ਨਾਲ ਫਿਜ਼ੀਕਲੀ ਵੀ ਉਹ ਪਿੰਡ ਵੀ ਚੇਂਜ ਹੁੰਦਾ, ਔਰ ਉਹ ਬੰਦੇ ਵੀ ਚੇਂਜ ਹੁੰਦੇ ਨੇ। ਉਹਦੇ ਚ ਫੈਕਟਰੀ ਵੀ ਲੱਗਦੀ। ਹੋਰ ਕੋਈ ਇਹਦੇ ਬਾਰੇ ਚ, ਔਰ ਇਹਦੇ ਚ ਟਾਈਮ ਸਕੇਲ ਵੀ ਇੱਕ ਜਿਹੜਾ ਹੈ ਨਾ, ਕਹਾਣੀ ਚ ਇੱਕ ਕਿਰਦਾਰ ਟਾਈਮ ਵੀ ਹੁੰਦਾ, ਵਕਤ ਜਿਹੜਾ ਹੈ ਉਹ ਵੀ ਇੱਕ ਕਿਰਦਾਰ ਹੁੰਦਾ। ਔਰ ਇਹਦੇ ਚ ਉਹ ਵਕਤ ਜਿਹੜਾ ਹੈ ਉਹ ਗੁਜ਼ਰਦਾ ਵਿਖਾਇਆ ਗਿਆ ਕਿ ਮਤਲਬ ਜਿਹੜਾ ਹੈ ਪਿੰਡ ਬਦਲ ਰਿਹਾ ਹੈ, ਫੈਕਟਰੀ ਲੱਗਦੀ ਹੈ, ਔਰ ਕਹਾਣੀ ਜਿਹੜਾ ਹੈ ਆਊਟਸਾਈਡਰ ਦੱਸ ਰਿਹਾ, ਬਾਹਰੋਂ ਜਿਹੜਾ ਬੰਦਾ ਜਿਹੜਾ ਕਿ ਕਾਫੀ ਕਾਮਨ ਨੇ, ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰ ਮਾਈਗ੍ਰੇਟ ਹੋਏ ਨੇ, ਉਹ ਸਾਲ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਪਿੰਡ ਜਾਂਦੇ ਨੇ, ਔਰ ਉਹਨਾਂ ਦੀ ਉਮੀਦ ਇੰਝ ਹੁੰਦੀ ਕਿ ਪਿੰਡ ਉੱਥੇ ਦਾ ਉੱਥੇ ਹੀ ਹੋਏਗਾ। ਲੇਕਿਨ ਉਹ ਜ਼ਾਹਿਰ ਹੈ ਪਿੰਡ ਵੀ ਬਦਲਦਾ ਰਹਿੰਦਾ ਹੈ, ਲੋਕ ਵੀ ਉਹਦੇ ਜਿਹੜੇ ਉਹ ਕੈਰੈਕਟਰ ਜਿਹੜੇ ਨੇ ਉਹ ਵੀ ਚੇਂਜ। ਮੈਨੂੰ ਇਹਨਾਂ ਦੀ ਕਹਾਣੀ ਪੜ੍ਹਨ ਦਾ ਸਟਾਈਲ ਬੜਾ ਚੰਗਾ ਲੱਗਾ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੂੰਹ ਜ਼ੁਬਾਨੀ ਪੜ੍ਹ ਰਹੇ, ਵੈਰੀ ਈਜ਼ੀ ਸਟਾਈਲਸ, ਬਿਲਕੁਲ ਕੋਈ ਈਜ਼ੀ ਹੋ ਗਿਆ, ਕੋਈ ਟੈਂਸ ਨਹੀਂ, ਬੜਾ ਆਰਾਮ ਨਾਲ ਇਹਨਾਂ ਨੇ ਪੜ੍ਹਿਆ। ਨਹੀਂ, ਕਹਾਣੀ ਚ ਫਲੋ ਵੀ ਹੈ, ਲਿਖੀ ਵੀ ਉਹਦੇ ਚ ਨੈਚੁਰਲ ਹੈ। ਬਲਕਿ ਮੈਨੂੰ ਲੱਗਾ ਕਿ ਇਹ ਜਿਹੜੀ ਹੈ ਕਰਪਸ਼ਨ ਦੇ ਬਾਰੇ ਸ਼ਾਇਦ ਪਹਿਲੀ ਕਹਾਣੀ ਕਲਾਸ ਪੜ੍ਹੀ ਕਿ ਅੱਜ ਕੱਲ ਪਾਕਿਸਤਾਨ ਬਹੁਤ ਕਰਪਸ਼ਨ ਦਾ ਸਿੱਖਾ ਇੱਕ ਬੜੀ ਲਿਖੀ ਆਪਣਾ ਕਿ ਜਿਹੜੀ ਕਹਾਣੀ ਹੈ ਨਾ ਅਨੀਸ ਸਾਹਿਬ, ਮੇਰਾ ਖਿਆਲ ਹੈ ਜਿਹੜੀ ਕਹਾਣੀ ਹੈ ਉਹ ਟਾਈਮ ਦੀ ਹੁੰਦੀ ਹੈ। ਕਹਾਣੀ ਜਿਹੜੀ ਮੋਮੈਂਟ ਦੀ ਕਹਾਣੀ ਲਿਖਣਾ ਬੜਾ ਔਖਾ ਹੁੰਦਾ ਹੈ, ਲੇਕਿਨ ਜਿਹੜੀਆਂ ਸਾਰੀਆਂ ਕਹਾਣੀਆਂ ਨੇ ਪੁਰਾਣੀਆਂ, ਉਹ ਵਕਤ ਦੀਆਂ ਕਹਾਣੀਆਂ, ਜਵਾਨੀ ਤੋਂ ਬੁੱਢਾ, ਛੋਟਾ ਵੱਡਾ, ਬੁੱਢਾ ਮਰਨ ਤੱਕ, ਜੀਵਨ ਤੋਂ ਜੰਮਣ ਤੋਂ ਮਰਨ ਤੱਕ। ਇਹਦੇ ਵਿੱਚ ਇਹਨਾਂ ਦੇ ਐਲੀਮੈਂਟ, ਫਰੀਦ ਸਾਹਿਬ ਦੀ ਐਲੀਮੈਂਟ ਹੈ ਕਿ ਇਹਨਾਂ ਨੇ ਟਾਈਮ ਦੀ ਕਹਾਣੀ ਕੀਤੀ। ਹਾਂ, ਉਹੀ ਮੈਂ ਇਸ ਲਈ ਕਹਿ ਰਿਹਾ ਸੀ ਕਿ ਟਾਈਮ ਕਿਰਦਾਰ। ਔਰ ਦੂਸਰੀ ਜਿਹੜੀ ਮੈਨੂੰ 2 ਗੱਲਾਂ ਲੱਗੀਆਂ ਨੇ ਥੋੜੀਆਂ ਜਿਹੀਆਂ ਮਜ਼ੇਦਾਰ ਨੇ। ਇੱਕ ਤੇ ਇਹ ਕਿ ਜਿਹੜਾ ਛੋਟਾ ਭਰਾ ਹੈ ਉਹਨੂੰ ਵੀ ਇਤਰਾਜ਼ ਜਿਹੜਾ ਹੈ, ਬਿਕੋਜ਼ ਇਹ ਕਲਾਸ ਬਦਲਣਾ ਜਾਂ ਕਰਪਸ਼ਨ ਜਿਹੜਾ ਹੈ ਉਹ ਏਡਾ ਸਿੱਧਾ ਮਸਲਾ ਤੇ ਨਹੀਂ ਜਿਹੜਾ ਉਹ ਇਮਰਾਨ ਖਾਨ ਕਹਿੰਦਾ ਹੈ, ਬਾਕੀ ਲੋਕ ਕਹਿੰਦੇ ਨੇ। ਉਹਨੂੰ ਵੀ ਇਤਰਾਜ਼ ਇਹ ਹੈ ਕਿ ਸਾਡੇ ਪਿੰਡ ਦੇ ਬੰਦੇ ਦਾ ਕੰਮ ਕਿਹਾ ਸੀ, ਤੂੰ ਉਹਦੇ ਕੋਲੋਂ ਪੈਸੇ ਮੰਗ ਰਿਹਾ। ਉਹ ਜਨਰਲ ਇਤਰਾਜ਼ ਇਹ ਨਹੀਂ ਕਿ ਵੀ ਤੂੰ ਵੱਡੀ ਲੈਣਾ ਹੈ, ਰਿਸ਼ਵਤਖੋਰ ਹੈ। ਇਤਰਾਜ਼ ਉਹਦਾ ਸਪੈਸੀਫਿਕ ਹੈ ਕਿ ਪਿੰਡ ਦੇ ਬੰਦੇ ਦਾ ਕੰਮ ਕਿਹਾ ਸੀ, ਤੂੰ ਉਹਦੇ ਕੋਲੋਂ ਵੀ ਪੈਸੇ ਮੰਗ। ਠੀਕ ਹੈ ਨਾ। ਤੇ ਉਹ ਜਿਹੜਾ ਹੈ ਉਹ ਉਹਦੇ ਚ ਮੈਨੂੰ ਕਾਫੀ ਇੰਟਰਸਟਿੰਗ ਇੱਕ ਐਲੀਮੈਂਟ ਲੱਗਾ। ਅਬਾਸ ਸਾਹਿਬ, मैं माइक एक दो चीज़ां कहानी दी अपनी खूबसूरती ते गल होई और बहुत अच्छी। मैं रहा कदी किसी थानेदार नाल। मैं सिर्फ 2-3 गल्लां शेयर करांगा ਜਿਹੜੀਆਂ। ਇੱਕ ਪਹਿਲੀ ਗੱਲ ਤੇ ਕਿ ਹੈ ਪੁਰਾਣੀ ਗੱਲ ਹੈ, ਪੁਰਾਣਾ ਥੀਮ ਹੈ ਕਿ ਜੀ ਪੈਸਾ ਬੰਦੇ ਨੂੰ ਬਦਲ ਦਿੰਦਾ, ਉਹਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਬਦਲ ਦਿੰਦਾ, ਔਰ ਜਿਹੜਾ ਕਿਸੇ ਕਰਪਸ਼ਨ ਦੇ ਜ਼ਰੀਏ ਖੱਟਿਆ ਹੋਇਆ ਪੈਸਾ ਹੈ ਉਹ ਬੰਦੇ ਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਮਤਲਬ ਹੈ ਕਿ ਵਿਗਾੜ ਦਿੰਦਾ, ਉਹ ਚੰਗੇ ਤੋਂ ਬੁਰਾ ਕਰ ਦਿੰਦਾ। ਇੱਕ ਗੱਲ ਹੈ ਡਿਸਟਿੰਕਸ਼ਨ ਇਹਦੀ ਇੱਕ ਦੱਸੋ ਕਿ ਇਹ ਜਿਹੜਾ ਹਲਾਲ ਦਾ ਪੈਸਾ ਹੁੰਦਾ ਹੈ ਉਹ ਬੰਦੇ ਦੀਆਂ ਵੈਲਿਊਜ਼ ਨਹੀਂ ਬਦਲਦਾ, ਜਿਹਨੂੰ ਹਲਾਲ ਦਾ ਕਹਿੰਦੇ ਨੇ ਲੋਕ। ਕਿਉਂਕਿ ਮੈਂ ਤੇ ਨਹੀਂ ਵੇਖਿਆ ਕਿਸੇ ਕਹਿੰਦੇ ਕਿ ਮੈਂ ਹਰਾਮ ਖਾਨਾ, ਮੈਂ ਤੇ ਸਾਰਾ। ਮੇਰਾ ਖਿਆਲ ਹੈ ਕਿ ਹਲਾਲ ਦਾ ਪੈਸਾ ਹੁੰਦਾ ਹੀ ਨਹੀਂ, ਪੈਸਾ ਹਲਾਲ ਦਾ ਨਹੀਂ ਹੋ ਸਕਦਾ। हाँ, और मैं बड़ा मैं मतलब संजीदगी नाल। दूसरी है कि इनकी रेपिटेशन है जिहड़ी कि घटाई जा सकती है कि जदों फरिश्ता साहब दी डिस्क्रिप्शन दे रहा है कि बड़े सादा लोग ने तो ਉਹਦੇ बहुत बहुत ज़्यादा कुछ है कि जी भांडे ਇੱਥੇ ने या दरवाजे इंज हो गए तो ਉਹਨੂੰ ਘਟਾਇਆ ਜਾ ਸਕਦਾ ਹੈ। और दूसरा ਉਹਨੂੰ फरिश्ता कहना भी एक टिचकर है, ਜਿਹੜਾ ਨਾ ਵੀ ਕੀਤੀ ਜਾਂਦੀ ਤੇ ਫਿਰ ਵੀ ਠੀਕ ਸੀ ਕਿ जो फरिश्ता बड़ा नेक है। और ਜਿਹੜੀ ਇਹਦਾ ਟੌਪਿਕ ਹੈ ਕਿ ਜੀ ਪੈਸੇ ਦੀ ਵੀ ਆਪਣੀ ਮੱਤ ਹੁੰਦੀ ਹੈ।
ਹੁਣ ਜਦੋਂ ਪੈਸਾ ਨਵੇਂ ਤਰੀਕੇ ਨਾਲ ਆਇਆ ਹੈ ਤੇ ਉਹਨੇ ਮੱਤ ਬਦਲ ਦਿੱਤੀ ਹੈ। ਇਹ ਜਿਹੜੀ ਟ੍ਰਾਂਜੀਸ਼ਨ ਹੋਈ, ਟ੍ਰਾਂਸਫਰਮੇਸ਼ਨ ਹੋਈ ਹੈ, ਕਹਾਣੀ ਉਹਦੇ ਬਾਰੇ ਨਹੀਂ ਕੁਝ ਦੱਸਦੀ ਪਈ। ਪਹਿਲੇ ਨਹੀਂ ਸੀ ਤੇ ਇੱਕ ਤਰ੍ਹਾਂ ਦੀਆਂ ਵੈਲਿਊਜ਼ ਸਨ। ਅਸਲ 'ਚ ਉਸ ਬੰਦੇ ਨਾਲ ਹੋਇਆ ਕੀ ਹੈ, ਉਹ ਟ੍ਰਾਂਸਫਰਮੇਸ਼ਨ ਦਾ ਜਿਹੜਾ ਅਮਲ ਹੈ ਉਹ ਕਹਾਣੀ ਨਹੀਂ ਦੱਸਦੀ ਪਈ। ਕਹਾਣੀ ਸਿਰਫ ਇਹ ਦੱਸਦੀ ਹੈ ਕਿ ਜੀ ਬਸ ਇਹ ਹੋ ਗਿਆ। ਔਰ ਇਹ ਪੁਰਾਣਾ ਇੱਕ ਥੀਮ ਹੈ ਜਿਹਦੇ ਤੇ ਬਹੁਤ ਪੁਰਾਣੀ ਚੀਜ਼ ਹੈ। ਤੇ ਮੈਨੂੰ ਇਹਦੇ ਮੇਰਾ ਨਹੀਂ ਖਿਆਲ ਕਿ ਇਹਦੇ ਤੇ ਐਡਾ ਹੈ ਥੀਮ ਤੇ ਪੁਰਾਣਾ ਜ਼ਾਹਿਰ, ਲੇਕਿਨ ਮੇਰਾ ਨਹੀਂ ਖਿਆਲ ਕਿ ਮੈਂ ਜ਼ਾਹਿਰ ਐਡੀ ਪੰਜਾਬੀ ਨਹੀਂ ਪੜ੍ਹੀ, ਲੇਕਿਨ ਮੇਰਾ ਨਹੀਂ ਖਿਆਲ ਕਿ ਇਹਦੇ ਤੇ ਇੰਨਾ ਜਿੰਨਾ ਲਿਖਿਆ, ਮਤਲਬ ਪਾਰਟੀਸ਼ਨ ਤੇ ਲਿਖਿਆ ਜਾਂਦਾ ਹੈ, ਪਿਆਰ ਤੇ ਲਿਖਿਆ ਜਾਂਦਾ ਹੈ, ਲੇਕਿਨ ਮਤਲਬ ਕਲਾਸ ਜਿਹੜੀ ਹੈ ਉਹ ਤੋਂ ਵੱਡਾ ਥੀਮ ਤੇ ਕੋਈ ਨਹੀਂ। ਠੀਕ ਹੈ ਨਾ, ਕਿ ਮਤਲਬ ਲੋਕ ਜਿਹੜੇ ਨੇ ਕਿਵੇਂ ਰਹਿੰਦੇ ਨੇ, ਜਾਂ ਮਤਲਬ ਕਿਵੇਂ ਆਪਣਾ ਦਿਨ ਰਾਤ ਗੁਜ਼ਾਰਾ ਕਰਦੇ ਨੇ, ਜਾਂ ਆਪਣੀ ਜ਼ਿੰਦਗੀ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ ਨਾ, ਇਹਦੇ 'ਚ ਮੇਰੇ ਖਿਆਲ ਦੋ ਚੀਜ਼ਾਂ ਜਿਹੜੀਆਂ ਮੈਨੂੰ ਮਿਸਿੰਗ ਲਿੰਕਸ ਲੱਗੇ ਨੇ। ਇੱਕ ਵਿੱਚ ਲਾਈਨ ਹੈ ਕਿ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹਦੀ ਬੁੱਢੀ ਹੈ ਕਿ ਨਹੀਂ ਹੈ। ਠੀਕ ਹੈ, ਇਹ ਹੋ ਸਕਦਾ ਹੈ ਜਨਰਲ ਇੰਪ੍ਰੈਸ਼ਨ ਬਾਹਰੋਂ ਜਿਹੜਾ ਆਉਂਦਾ ਹੈ, ਕਿਸੇ ਨੂੰ ਸਲਾਮ ਕਰਨ ਜਾਂਦਾ ਉਹਨੂੰ ਨਾ ਪਤਾ ਹੋਵੇ। ਤੇ ਮੇਰੇ ਖਿਆਲ ਸੀ ਕਿ ਉੱਥੇ ਇਸ ਬੰਦੇ ਨੇ ਪਲਾਂਟ ਕੀਤਾ ਹੈ ਕਿ ਅੱਗੇ ਜਾ ਕੇ ਜਦੋਂ ਬਦਲੀ ਕਲਾਸ ਕਿ ਉਹ ਨਿਕਲੇਗੀ। ਠੀਕ ਹੈ, ਉਹਦਾ ਕੋਈ ਵਿੱਚ ਰੋਲ ਹੋਏਗਾ ਉਹਦੇ ਵਿੱਚ, ਜਦੋਂ ਫਰਨੀਚਰ ਬਦਲਿਆ ਜਾਂ ਤੇ ਮਤਲਬ ਇੱਕ ਵਿਜ਼ਿਬਿਲਿਟੀ ਜਿਹੜੀ ਹੈ ਨਾ ਉਹ ਇੱਕਦਮ ਉਹ ਆਈ ਹੈ, ਤੇ ਉਹਦੇ ਵਿੱਚ ਉਹ ਆਏਗੀ। ਔਰ ਇਹ ਮਤਲਬ ਤੁਸੀਂ ਕਰ ਨਹੀਂ ਸਕਦੇ ਇੰਜ ਕਿ ਵੀ ਇੱਕ ਘਰ ਹੈ, ਦੋ ਪੁੱਤਰ ਨੇ, ਜੋ ਹੈ ਮਾਂ ਹੈ ਤੇ ਲੇਕਿਨ ਉਹ ਕਿਤੇ ਨਜ਼ਰ ਨਹੀਂ ਆਉਂਦੀ। ਔਰ ਖਾਸ ਤੌਰ ਤੇ ਪਿੰਡਾਂ ਵਿੱਚ ਔਰਤਾਂ ਜਨਰਲੀ ਮੇਰਾ ਖਿਆਲ, ਮੇਰੇ ਐਕਸਪੀਰੀਅੰਸ ਜ਼ਿਆਦਾ ਵਿਜ਼ਿਬਲ ਹੁੰਦੀਆਂ ਸ਼ਹਿਰ ਦੇ ਨਿਸਬਤ 'ਚ, ਲੋਅਰ ਮਿਡਲ ਕਲਾਸ ਸ਼ਹਿਰ ਦੀ ਨਿਸਬਤ ਉਹ ਜ਼ਿਆਦਾ ਵਿਜ਼ਿਬਲ ਹੁੰਦੀਆਂ ਨੇ। ਬਾਜ਼ ਦਫਾ ਉਹਨਾਂ ਦਾ ਰੋਲ ਵੀ ਉਹ ਘੱਟ ਹੋਵੇ ਵੱਧ ਹੋਵੇ ਜਿਸ ਤਰ੍ਹਾਂ ਦਾ ਵੀ ਹੋਵੇ। ਤੇ ਮੇਰਾ ਖਿਆਲ ਇੱਕ ਤੇ ਉਹ ਤੁਸੀਂ ਆਪਣੇ ਆਪ ਲਈ ਪਲਾਨ ਕੀਤਾ ਹੈ ਕਿ ਵੀ ਇਹ ਇੱਕ ਉੱਥੇ ਹੈ ਜਿਹੜੀ ਔਰਤ ਜਿਹੜੀ ਨਜ਼ਰ ਨਹੀਂ ਆ ਰਹੀ, ਦੈਟ ਉਹ ਜਿਹੜੀ ਉਹ ਉਹਦੇ ਵਿੱਚ ਉਹਨੂੰ ਥੋੜਾ ਹੋਰ ਰੀਅਲ ਬਣਾਉਣ ਲਈ ਉਹ ਉਹਦੇ 'ਚ ਰੋਲ ਇੱਕ ਕਰ ਸਕਦੀ। ਨਾਲ ਇਹਨਾਂ ਨੇ ਕਿਹਾ ਬਾਦ ਸਾਹਿਬ ਨੇ ਕਿ ਉਹ ਤੁਸੀਂ ਜ਼ਿਆਦਾ ਵਿਖਾਇਆ ਫਰਿਸ਼ਤਾ ਸਾਹਿਬ ਨੂੰ, ਪਹਿਲੇ ਉਹਨਾਂ ਦਾ ਸਫੈਦ ਲਿਬਾਸ, ਬਿਲਕੁਲ ਸਾਲ ਕੋਟੀ ਕਸ਼ਮੀਰੀ, ਗੋਰਾ ਚਿੱਟਾ ਸਫੈਦ ਦਾੜੀ। ਮੇਰਾ ਖਿਆਲ ਹੈ ਕਿ ਉਹਨਾਂ ਦਾ ਮਤਲਬ ਜਿਹੜਾ ਉਹ ਆਖਰ 'ਚ ਉਹਨਾਂ ਦਾ ਵੀ ਕੁਛ ਚੇਂਜ, ਉਹਨਾਂ ਦੀ ਕੋਈ ਫਿਜ਼ੀਕਲ ਵੀ ਚੇਂਜ ਹੋ ਸਕਦੀ ਹੈ, ਮਤਲਬ ਅਪੀਅਰੈਂਸ। ਸੌਰੀ ਮੇਰੇ ਕੋਲ 2% ਰਹਿ ਗਿਆ, ਇਸ ਲਈ ਮੈਂ ਛੇਤੀ ਆਪਣੀ ਉਸਤਾਦੀ ਖਤਮ ਕਰਾਂ। ਇੱਕ ਖਬਲ ਜਿਹੜੀ ਪੜ੍ਹੀ ਅਸੀਂ ਕਹਾਣੀ, ਉਹਦੇ 'ਚ ਵੀ ਮੈਨੂੰ ਇਹ ਸ਼ਾਇਦ ਲੱਗੀ ਕਿ ਉਹਨੇ ਪੂਰੀ ਗੱਲ ਕਰਕੇ ਜਿਹੜੀ ਸ਼ਾਇਦ ਪਹਿਲੇ ਕੀਤੀ ਸੀ, ਆਖਰ ਤੇ ਉਹਨੇ ਕਨਕਲੂਡ ਕਰਕੇ ਕਿ ਜਿਵੇਂ ਕਿ ਜੀ ਉਹ ਜਿਹੜਾ ਹੁੰਦਾ ਹੈ ਉਹਨੂੰ ਜੋ ਹਲਵਾਈ ਹੈ ਜਿੰਨਾ ਉਹ ਫਿਰ ਵਾਪਸ ਆ ਜਾਂਦਾ। ਮੇਰਾ ਆਪਣਾ ਐਜ਼ ਅ ਰੀਡਰ ਮੇਰਾ ਖਿਆਲ ਉਹਦੀ ਕੋਈ ਲੋੜ ਨਹੀਂ, ਸਾਨੂੰ ਗੱਲ ਜਿਹੜੀ ਹੈ ਉਹ ਸਮਝ ਆ ਗਈ ਸੀ। ਇਹਦੇ 'ਚ ਵੀ ਜਿਹੜੀ ਤੁਸੀਂ ਪੈਸੇ ਵਾਲੀ ਦੀ ਮੱਤ ਦੀ ਗੱਲ ਕੀਤੀ, ਉਹ ਜਦੋਂ ਤੁਸੀਂ ਸਾਨੂੰ ਪੂਰਾ ਵਿਖਾ ਦਿੱਤਾ ਜਾਂ ਜਦੋਂ ਵਿਖਾ ਦਿਓਗੇ, ਠੀਕ ਹੈ ਨਾ, ਆਪਣੀ ਕਹਾਣੀ ਲਿਖ ਕੇ, ਉਹ ਸਾਨੂੰ ਆਪੇ ਹੀ ਸਮਝ ਆ ਜਾਏਗੀ। ਉਹ ਆਖਰ ਤੇ ਜਿਹੜੀ ਗੱਲ ਤੁਸੀਂ ਕੀਤੀ ਨਾ ਰਿਪੀਟ, ਕਿ ਉਹਨਾਂ ਨੇ ਬੜੀ ਸਿਆਣੀ ਗੱਲ ਕੀਤੀ, ਹਾਲਾਂਕਿ ਤੁਸੀਂ ਬਹੁਤ ਕੈਜੂਅਲੀ ਲਿਖਿਆ, ਇਟ ਕੈਨ ਵਰਕ, ਲੇਕਿਨ ਮੇਰਾ ਜ਼ਾਤੀ ਖਿਆਲ ਹੈ ਕਿ ਥੋੜਾ ਜਿਹਾ ਜਿਹੜਾ ਰੀਡਰ ਦੀ ਇੰਟੈਲੀਜੈਂਸ ਹੈ ਉਹਦੇ ਤੇ ਵੀ ਗੱਲ ਛੱਡਣੀ ਚਾਹੀਦੀ ਹੈ, ਕਿਉਂਕਿ ਮੈਂ ਪਹਿਲੇ ਵੀ ਕਿਹਾ ਸੀ ਕਿ ਰੀਡਰ ਜਿਹੜਾ ਉਹ ਚਾਹੁੰਦਾ ਹੈ ਅਸਲ ਕਿ ਉਹਨੂੰ ਇੱਕ ਇੰਟੈਲੀਜੈਂਟ ਬੰਦਾ ਸਮਝਿਆ ਜਾਵੇ ਜਾਂ ਜ਼ਾਤ ਸਮਝਿਆ ਜਾਵੇ। ਕੋਈ ਹੋਰ ਕਿਸੇ ਦੇ ਕੋਲ ਇਸ ਕਹਾਣੀ ਦੇ ਬਾਰੇ ਗੱਲ ਕਰਨ ਵਾਲੀ ਹੋਵੇ? ਮੇਰਾ ਖਿਆਲ ਹੈ ਕਹਾਣੀ ਬਹੁਤ ਪ੍ਰੈਡਿਕਟੇਬਲ ਹੈਗੀ ਸ਼ੁਰੂ ਹੀ ਤੋਂ। ਜਦੋਂ ਕੋਈ ਸ਼ਾਰਟ ਸਟੋਰੀ ਬੰਦਾ ਲਿਖਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੇ ਮੈਂ ਨਹੀਂ ਕਰ ਸਕਿਆ ਹਾਲੇ ਤੱਕ, ਕਿਉਂਕਿ ਮੇਰੇ ਕੋਲ ਸ਼ਾਰਟ ਸਟੋਰੀ ਨਹੀਂ ਲਿਖੀ ਜਾਂਦੀ, ਮੈਂ ਡਰਾਮਾ ਲਿਖ ਸਕਦਾ। ਇਹ ਮੈਨੂੰ ਲੱਗਦਾ ਕਿ ਸ਼ਾਰਟ ਸਟੋਰੀ ਦੇ ਵਿੱਚ ਕੋਸ਼ਿਸ਼ ਕਰੋ ਕਿ ਅਨਨੈਸੈਸਰੀਆਂ ਚੀਜ਼ਾਂ ਨਾ ਲਿਖੋ। ਜਿਹੜਾ ਪਹਿਲਾ ਪੈਰਾਗ੍ਰਾਫ ਹੈਗਾ ਨਾ, ਮੈਨੂੰ ਲੋੜ ਨਹੀਂ ਲੱਗ ਰਹੀ ਸੀ। ਜਿਹੜਾ ਬਾਰਡਰ ਤੇ ਸ਼ਰਾਰਤਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ, ਉਹ ਕੋਈ ਅੱਗੇ ਜਾ ਕੇ ਉਹਦਾ ਇਸਤੇਮਾਲ ਨਹੀਂ ਹੋਇਆ। ਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਸ਼ਬਦ ਸੀ ਉਹਨਾਂ ਨੂੰ ਸੇਵ ਕਰਕੇ ਦਰਮਿਆਨ ਦੇ ਵਿੱਚ ਜਿਹੜੀਆਂ ਕਮੀਆਂ ਨੇ ਨਾ ਉਹਦੇ ਵਿੱਚ। ਅੱਛਾ, ਮੈਨੂੰ ਖੈਰ ਮੈਨੂੰ ਉਹ ਇਹ ਤੁਹਾਡੀ ਅੱਧੀ ਗੱਲ ਸਹੀ ਹੈ ਮੇਰੇ ਖਿਆਲ ਕਿ ਉਹਨਾਂ ਅੱਗੇ ਜਾ ਕੇ ਇਸਤੇਮਾਲ ਨਹੀਂ ਹੋਇਆ, ਉਹ ਬਿਲਕੁਲ ਠੀਕ। ਮੈਂ ਵੀ ਅੱਜ ਕੱਲ ਕੁਝ ਚੈਕऑफ ਦੇ ਬਾਰੇ ਪੜ੍ਹ ਰਿਹਾ ਹਾਂ, ਕੁਝ ਉਸकी, ਫਿਰ ਉਹ ਕਹਿੰਦੇ ਕਿ ਨਹੀਂ ਅਗਰ ਸ਼ੈ ਨਜ਼ਰ ਆਈ ਹੈ तो ਉਹਦਾ ਇਸਤੇਮਾਲ ਅੱਗੇ ਕਰਨਾ ਪਏਗਾ ਰਾਈਟਰ ਨੂੰ। ਲੇਕਿਨ ਖੈਰ ਇਹ ਕੋਈ ਮਜ਼ਹਬੀ ਫਰੀਜ਼ਾ ਵੀ ਨਹੀਂ ਹੈ,
ਲੇਕਿਨ ਜਨਰਲੀ ਮਤਲਬ ਐਜ਼ ਅ ਸੈਟਅਪ ਕਿ ਇੱਕ ਬਾਰਡਰ ਦਾ ਟਾਊਨ ਹੈ, ਉੱਥੇ ਝੜਪਾਂ ਹੁੰਦੀਆਂ ਨੇ, ਉਹ ਮਤਲਬ ਉਹ ਸੈਟਅਪ ਦੇ ਤੌਰ ਤੇ ਪਸੰਦ ਆਇਆ ਤੇ ਉੱਥੇ ਮੁੰਡੇ ਸ਼ਰਾਰਤਾਂ ਕਰਦੇ ਨੇ। ਜਾਸਿਰ ਸਾਹਿਬ ਤੁਸੀਂ ਚੇਖੋਵ ਕਹਿੰਦਾ ਜਿਹੜੇ ਪਿਸਤੌਲ ਆਵੇ ਨਾ, ਪਿਸਤੌਲ ਆਵੇ ਜਦ ਸਾਹਮਣੇ, ਉਹਨੂੰ ਚਲਾ ਦੇਣਾ ਚਾਹੀਦਾ। ਤੀਸਰੇ ਹੈਡ ਚ ਨਹੀਂ, ਉਹਦੇ ਉਹ ਡਰਾਮਿਆਂ ਚ ਕਰਦਾ, ਕਹਾਣੀਆਂ ਚ ਉਹਦੇ ਕਦੀ ਨਹੀਂ ਚੱਲਦਾ। ਡਰਾਮਿਆਂ ਲਈ ਉਹ ਸ਼ੋਏਬ ਸਾਹਿਬ ਲਈ ਉਹਨਾਂ ਨੇ ਕਿਹਾ ਕਿ ਪਹਿਲੇ ਐਕਟ ਪਿਸਤੌਲ ਵਿਖਾਓ ਤੇ ਤੀਸਰੇ ਕਹਾਣੀ ਤੋਂ ਉਹਦੇ ਬਗੈਰ ਵੀ ਕੰਮ ਚੱਲ ਸਕਦਾ। ਜੀ ਜਾਸਿਰ। ਮੈਨੂੰ ਸਟੋਰੀ ਤੇ ਬਹੁਤ ਚੰਗੀ ਲੱਗੀ, ਕਿਉਂਕਿ ਜਿਵੇਂ ਤੁਸੀਂ ਵੀ ਕਿਹਾ ਕਿ ਇਸ ਟੌਪਿਕ ਤੇ ਘੱਟ ਲਿਖੇ ਗਏ ਤੇ ਖਾਸ ਤੌਰ 'ਤੇ ਜਿਵੇਂ ਪਿੰਡਾਂ ਥਾਵਾਂ ਤੇ ਜ਼ਿਆਦਾ ਲੋਕ ਪੁਲਿਸ ਵਿੱਚ ਹੁੰਦੇ ਨੇ, ਤੇ ਪੁਲਿਸ ਨੂੰ ਬੜਾ ਇੱਜ਼ਤਦਾਰ ਇੱਕ ਪੇਸ਼ਾ ਸਮਝਿਆ ਜਾਂਦਾ ਹੈ। ਸ਼ਹਿਰਾਂ 'ਚ ਨਹੀਂ ਐਡਾ ਸਮਝਿਆ ਜਾਂਦਾ ਕਿ ਕੋਈ ਪੁਲਿਸ ਇਸ ਲੇਕਿਨ ਪਿੰਡਾਂ 'ਚ ਬੜੀ ਵੱਡੀ ਗੱਲ ਹੁੰਦੀ। ਇੱਕ ਗੱਲ ਮੈਨੂੰ ਜਿਹੜੀ ਨਿੱਕੀ ਜਿਹੀ ਲੱਗੀ ਹੋਈ ਕਿ ਜਿਹੜੀਆਂ ਸਟੋਰੀਜ਼ ਹੁੰਦੀਆਂ ਨੇ ਜਿਹਦੇ 'ਚ ਅਸੀਂ ਕੋਈ ਪੁਆਇੰਟ ਬਣਾਉਣਾ ਹੁੰਦਾ ਹੈ, ਸਾਡੀ ਆਵਾਜ਼ ਇਕੋ ਆ ਰਹੀ ਹੈ, ਇਕੋ ਆ ਰਹੀ ਹੈ, ਬਹੁਤ ਇਕੋ ਹੈਗੀ। ਬਾਕੀਆਂ ਨੂੰ ਆਪਣਾ ਮਾਈਕ ਮਿਊਟ ਕਰਨਾ ਪਏਗਾ ਜਿਹੜੇ ਨਹੀਂ ਬੋਲ ਰਹੇ। ਤੁਸੀਂ ਆਪਣਾ ਕੋਲ, ਤੁਹਾਡੇ ਕੋਲ ਕੋਈ ਮੋਬਾਈਲ ਰੱਖਿਆ ਸਪੀਕਰ ਹੈ ਤੇ ਹੁਣ ਸਹੀ ਆ ਰਹੀ ਹੈ? ਨਹੀਂ ਜੀ, ਆ ਰਹੀ ਹੈ ਇੱਕੋ। ਹੁਣ ਸਹੀ ਆ ਰਹੀ ਹੈ ਆਵਾਜ਼? ਹੁਣ ਠੀਕ ਹੈ। ਤੇ ਉਹ ਜਿਹੜਾ ਕਿ ਜਦੋਂ ਇੱਕ ਰਾਈਟਰ ਨੇ ਪਹਿਲੇ ਜ਼ੇਨ ਵਿੱਚ ਸੋਚਿਆ ਹੁੰਦਾ ਕਿ ਮੈਂ ਕਹਾਣੀ ਦੇ ਐਂਡ ਤੇ ਇੱਕ ਪੁਆਇੰਟ ਬਣਾਉਣਾ ਹੈ, ਕੰਕਲੂਜਨ ਥੋਟ ਬਣਾਉਣੀ, ਤਾਂ ਆਈ ਥਿੰਕ ਉਹ ਫਿਰ ਉਹਨੂੰ ਵੀ ਇੱਕ ਬਹੁਤ ਹੀ ਇੱਕ ਥੋੜੀ ਜਿਹੀ ਜਲਦੀ ਹੋ ਜਾਂਦੀ ਹੈ ਉਹ ਪੁਆਇੰਟ ਤੱਕ ਪਹੁੰਚਣ ਲਈ। ਮਤਲਬ ਉਸ ਪੁਆਇੰਟ ਨੂੰ ਤੱਕ ਪਹੁੰਚਣ ਦੀ ਥੋੜੀਆਂ ਵਿੱਚ ਮੇਰੇ ਖਿਆਲ ਨਾਲ ਹੋਰ ਗੱਲਾਂ ਹੋਣੀਆਂ ਚਾਹੀਦੀਆਂ। ਜਿਵੇਂ ਦੋਵੇਂ ਭਰਾ ਨੇ ਤੇ ਤੁਸੀਂ ਉਹਨਾਂ ਦਾ ਥੋੜਾ ਜਿਹਾ ਡਿਫਰੈਂਸ ਐਸਟੈਬਲਿਸ਼ ਕਰੋ ਕਿ ਪਿਓ ਦੋਵਾਂ ਨੂੰ ਕਿਸ ਤਰ੍ਹਾਂ ਟਰੀਟ ਕਰਦਾ ਹੈ, ਕਿ ਜੇ ਮੰਜੀ ਤੇ ਬੈਠੇ ਹੋਏ ਨੇ ਤੇ ਇੱਕ ਪੁਆਂਦੀ ਵੱਲ ਬੈਠਿਆ ਹੋਇਆ ਹੈ, ਇੱਕ ਸਰਾਣੇ ਵੱਲ ਬੈਠਿਆ ਹੋਇਆ, ਜਾਂ ਹੋਰ ਵੀ ਕਿਸੇ ਤਰੀਕੇ ਨਾਲ, ਕਿ ਇੱਕੋ ਬੜਾ ਐਬਰਪਟ ਜਿਹਾ ਆ ਜਾਂਦਾ ਹੈ ਕਿ ਕਿਵੇਂ ਜਿਹੜੇ ਫਰਿਸ਼ਤਾ ਸਾਹਿਬ ਨੇ ਉਹ ਹੁਣ ਦੂਜੇ ਭਰਾ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ, ਜਿਹੜਾ ਹੁਣ ਸਾਨੂੰ ਇੱਕ ਉਹ ਤੇ ਗਿਵਨ ਸੀ ਕਿ ਜੇ ਉਹ ਪੁਲਿਸ 'ਚ ਆ ਗਏ ਤਾਂ ਉਹਦੀ ਪੈਸੇ ਦੀ ਮਤ ਆ ਗਈ। ਮੈਨੂੰ ਥੋੜਾ ਜਿਹਾ ਲੱਗਿਆ ਕਿ ਜਿਹੜੇ ਦੋਵੇਂ ਭਰਾਵਾਂ ਦੀ ਆਪਸ ਵਿੱਚ ਜਿਹੜੀ ਇੱਕ ਰਿਲੇਸ਼ਨਸ਼ਿਪ ਹੈ, ਜਾਂ ਜਿਹੜਾ ਪਿਓ ਦਾ ਉਹਨਾਂ ਦੇ ਵੱਲ ਟਰੀਟਮੈਂਟ ਹੈ, ਉਹਨੂੰ ਥੋੜਾ ਜਿਹਾ ਸਟੋਰੀ 'ਚ ਹੋਰ ਐਸਟੈਬਲਿਸ਼ ਮੇ ਬੀ ਕੀਤਾ ਜਾ ਸਕਦਾ। डिस्कनेक्ट हो गए हनीफ साहब। ਮੈਨੂੰ ਲੱਗਦਾ ਸਰ ਦੀ ਬੈਟਰੀ ਡ੍ਰੌਪ ਹੋ ਗਈ ਔਰ ਸਰ ਡਿਸਕਨੈਕਟ ਹੋ ਗਏ। हाँ फरीद साहब वकार सिपरा अर्ज कर रहे हैं। एक सवाल थोड़ा जिहा पूछना चाहना, ਤੁਹਾਡਾ ਜਿਹੜਾ ਆਖਰੀ ਤੁਸੀਂ ਕਹਿੰਦੇ ਪੈਸੇ ਦੀ ਆਪਣੀ ਮੱਤ ਹੁੰਦੀ ਹੈ ਜੀ, ਇਹ ਮਤਲਬ ਇਸ ਗੱਲ ਦੀ ਮੈਨੂੰ ਸਹੀ ਸਮਝ ਨਹੀਂ ਲੱਗੀ, ਤੁਸੀਂ ਕੀ ਇਹਦੀ ਡੈਫੀਨੇਸ਼ਨ ਹੋਏਗੀ, ਇਹ ਮਤਲਬ ਹੋਏਗਾ? ਮਤਲਬ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹਦਾ ਤੁਹਾਡਾ ਚੱਜ ਚਾਲਾ ਸਭ ਕੁਝ ਬਦਲ ਜਾਂਦਾ ਜਦੋਂ ਕੈਸ਼ ਆਂਦਾ ਹੈ ਜਾਂ ਇਲੀਗਲ ਕੈਸ਼ ਆਂਦਾ ਹੈ, ਤੇ ਉਹ ਤੁਹਾਡੀ ਵਿਜ਼ਡਮ ਤੇ ਅਸਰ ਅੰਦਾਜ਼ ਕਰਦਾ, ਤੁਹਾਡੇ ਲਾਈਫ ਸਟਾਈਲ ਤੇ ਅਸਰ ਅੰਦਾਜ਼ ਕਰਦਾ, ਤੁਹਾਡੇ ਐਕਟਸ ਤੇ ਅਸਰ ਅੰਦਾਜ਼ ਹੁੰਦਾ। ਫਰੀਦ ਸਾਹਿਬ ਤੁਹਾਡੀ ਕਹਾਣੀ ਬੜੀ ਅੱਛੀ ਲੱਗੀ ਮੈਨੂੰ। ਮੈਂ ਅਸੀਂ ਪਹਿਲੇ ਦਿਨ ਖਾਚਰ ਗੁਚਰ ਦੀ ਗੱਲ ਕਰਦੇ ਪਏ ਸੀ, ਤੇ ਉਹਦੇ ਵਿੱਚ ਵੀ ਨਾ ਪੈਸਾ ਉਹਨਾਂ ਦੀ ਲਾਈਫ ਨੂੰ ਥੋੜਾ ਕੰਪਲਿਕੇਟ ਕਰਦਾ ਹੈ ਔਰ ਚੇਂਜ ਕਰਦਾ ਹੈ, ਔਰ ਇਹਦਾ ਟਾਈਟਲ ਜਿਹੜਾ ਉਹ ਬੜਾ ਰੈਲੇਵੈਂਟ ਹੈ। ਔਰ ਜਿਹੜੀ ਇੱਕ ਇਨਸਾਨ ਦੇ ਅੰਦਰ ਜਿਹੜੀ ਇੱਕ ਹਿਪੋਕ੍ਰਿਟਿਕ ਨੇਚਰ ਹੈ ਉਹਨੂੰ ਵੀ ਜ਼ਰਾ ਸਾਹਮਣੇ ਦਿਖਾ ਰਿਹਾ ਕਿ ਜਦੋਂ ਕੁਛ ਨਹੀਂ ਸੀ ਤੇ ਉਹ ਫਰਿਸ਼ਤਾ ਸਾਹਿਬ ਜਿਹੜੇ ਨੇ ਉਹ ਬੜੇ ਨੇਕ ਸਿਫਤ ਲੱਗਦੇ ਸਨ, ਤੇ ਜਦੋਂ ਫਿਰ ਪੈਸਾ ਵਗੈਰਾ ਉਹਨਾਂ ਕੋਲ ਆਇਆ ਤੇ ਫਿਰ ਉਹਨਾਂ ਦੀ ਅਸਲ ਜਿਹੜੀ ਹੈ ਨਜ਼ਰ ਆ ਰਹੀ ਹੈ। ਬਸ ਉਹ ਫਸਟ ਪੈਰਾਗ੍ਰਾਫ ਦਾ ਮੈਨੂੰ ਵੀ ਥੋੜਾ ਫੀਲ ਹੋਇਆ, ਜਿਵੇਂ ਸ਼ੋਏਬ ਸਾਹਿਬ ਨੇ ਦੱਸਿਆ ਕਿ ਉਹ ਫਸਟ ਪੈਰਾਗ੍ਰਾਫ ਜਿਹੜਾ ਉਹ ਬਾਅਦ ਚੋਂ ਅੱਗੇ ਕਿਤੇ ਯੂਜ਼ ਨਹੀਂ ਹੋਇਆ, ਉਹਦਾ ਨਾ ਕਹਾਣੀ ਦੇ ਨਾਲ ਕਿਧਰ ਲਿੰਕ ਨਹੀਂ ਹੋਇਆ। ਬਾਕੀ ਕਹਾਣੀ ਮਜ਼ੇ ਦੀ ਸੀ ਤੇ ਅੱਛੀ ਲੱਗੀ। ਥੈਂਕ ਯੂ। मैं जी गल कर रहा था ना वो ऐसी कि देखो पैसे की अपनी मत होंगी है, पैसा आया तो इस तरह के हो गए, जिहो जी पैसे ने मत दी उस तरह के हो गए। पहले जिहड़ियां वो गल्लां करदे सन जदों पैसा नहीं सी, उदों भी उन्हां कोल एक मत सी, उदों भी उन्हां कोल एक मत सी। अच्छा वो मत जिहड़ी है वो कित्थों आई सी? वो ते पैसे तो बगैर मतलब थोड़े पैसे दे विच असीं कह लैंदे चलो अपनी मत हुंदी, लेकिन वो बंदा जिहड़ा है ਜਿਹੜੀ ਇਹ ਤਬਦੀਲੀ ਹੋਈ ਤੇ ਉਹਦਾ ਨਤੀਜਾ ਕੀ ਨਿਕਲਿਆ? ਉਹ ਕਰਪਸ਼ਨ ਦੇ ਪੈਸੇ ਆਉਣ ਦੇ ਨਾਲ ਉਹ ਨਤੀਜਾ ਕਹਾਣੀ ਦੱਸ ਰਹੀ ਹੈ। ਲੇਕਿਨ ਉਹ ਬੰਦਾ
ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਉਹ ਸੋਚਣ ਸਮਝਣ ਵਾਲਾ ਥੋੜਾ ਬੰਦਾ ਹੈ ਔਰ ਚੰਗਾ ਨਹੀਂ ਸਮਝਦਾ ਭੈੜਿਆਂ ਕੰਮਾਂ ਨੂੰ, ਔਰ ਇਹ ਮੁੰਡਾ ਜਿਹੜਾ ਉਸ ਪਾਸੇ ਪੈ ਗਿਆ ਰੰਧਾਵਿਆਂ ਦੇ ਨਾਲ ਸਮਗਲਿੰਗ, ਉਹਦੇ ਤੋਂ ਵੀ ਪਰੇਸ਼ਾਨ ਨੇ, ਉਹ ਵੀ ਚੰਗਾ ਨਹੀਂ ਸਮਝਦੇ। ਯਾਨੀ ਇੱਕ ਉਹਨਾਂ ਦੀ ਆਪਣੀ ਕਦਰਾਂ ਨੇ, ਕੁਝ ਵੈਲਿਊਜ਼ ਨੇ, ਕੁਝ ਸੋਚ ਸਮਝ ਉਹਨਾਂ ਦੀ ਆਪਣੀ ਹੈ ਚੰਗੇ ਔਰ ਬੁਰੇ ਦੀ, ਠੀਕ ਹੈ। ਅੱਛਾ, ਪੈਸੇ ਨੇ ਆ ਕੇ ਉਹਨਾਂ ਨੂੰ ਬਦਲ ਦਿੱਤਾ, ਬਦਲਿਆ ਬੰਦਾ ਤੁਸੀਂ ਦਿਖਾ ਰਹੇ ਆ, ਲੇਕਿਨ ਇਹ ਕਿਉਂ ਕਿਵੇਂ ਬਦਲਿਆ, ਉਹਦੇ ਅੰਦਰ ਇਹ ਕੀ ਹੋਇਆ, ਉਹਦੇ ਅੰਦਰ ਵੜ ਕੇ ਨਹੀਂ ਸੀ ਦੇਖਿਆ। ਉਹਦੀਆਂ ਬੁਨਿਆਦੀ ਜਿਹੜੀਆਂ ਵੈਲਿਊਜ਼ ਸਨ ਉਹ ਬਦਲੀਆਂ ਨੇ, ਬੰਦੇ ਦੇ ਬਦਲਣ ਦੇ ਨਾਲ ਉਹਦੀਆਂ ਵੈਲਿਊਜ਼ ਹੀ ਬਦਲੀਆਂ ਨੇ। ਉਹ ਅਸੀਂ ਉਹਦੇ ਅੰਦਰ ਨਹੀਂ ਵੜੇ ਕਿ ਇਹ ਕਿਵੇਂ ਹੋਇਆ, ਕਿਉਂ ਹੋਇਆ। ਜੋ ਪਹਿਲੇ ਕਹਿੰਦਾ ਸੀ ਕਿਆ ਉਹ ਐਵੇਂ ਹੀ ਮਤਲਬ ਕੱਚਾ ਪੱਕਾ ਕਹਿੰਦਾ ਸੀ, ਕਦੀ ਚੰਗਾ ਪਹਿਲੇ ਕ੍ਰਿਟਿਸਾਈਜ਼ ਕਰਦਾ ਸੀ ਰੰਧਾਵਿਆਂ ਦੇ ਇਲੀਗਲ ਪੈਸੇ ਨੂੰ, ਮੁੜ ਕੇ ਜਦੋਂ ਆਪਣੇ ਘਰ ਇਲੀਗਲ ਆਇਆ ਤੇ ਆਪਣੀ ਵੀ ਉਹਦੀ ਬਦਲ ਗਈ, ਉਸੇ ਤਰ੍ਹਾਂ ਦਾ ਹੀ ਹੋ ਗਿਆ। ਕਿ ਜੋ ਪਹਿਲੇ ਸੋਚ ਸੀ ਉਹ ਵੀ ਕੋਈ ਉਹਦੀ ਕੋਈ ਬਹੁਤ ਪਕਾਈ ਹੋਈ ਸੋਚ ਨਹੀਂ ਸੀ, ਉਹ ਐਵੇਂ ਹੀ ਬਣੀ ਹੋਈ ਸੀ। ਜਿਹੜੀ ਪਹਿਲੀ ਸੋਚ ਸੀ, ਸਵਾਲ ਹੈ ਕਿਉਂ ਬਦਲੀ, ਪੈਸੇ ਨੇ ਕਿਉਂ ਬਦਲਵਾਈ, ਇਹ ਸਵਾਲ। ਜਿਹੜੀ ਪਹਿਲੀ ਸੋਚ ਸੀ ਉਹ ਮਿਰਰ ਇਮੇਜ ਹੋਈ ਉਹਦੀ ਆਪਣੀ ਜ਼ਾਤ ਦੇ ਉੱਤੇ। ਉਹ ਤੇ ਬਿਲਕੁਲ ਪਰਫੈਕਟ ਸੋਚ ਸੀ ਨਾ, ਕਿ ਉਹ ਕ੍ਰਿਟਿਸਾਈਜ਼ ਕਰਦਾ ਸੀ ਉਹ ਰੰਧਾਵਿਆਂ ਦੇ ਇਲੀਗਲ ਪੈਸੇ ਨੂੰ। ਜਦੋਂ ਆਪਣੇ ਘਰ ਇਲੀਗਲ ਪੈਸਾ ਆਇਆ ਤੇ ਆਪਣਾ ਆਪ ਵੀ ਉਦਾਂ ਦਾ ਹੀ ਹੋ ਗਿਆ, ਆਪਣਾ ਆਪ ਵੀ ਬਦਲ ਗਿਆ। ਹਾਂਜੀ, ਜਿਹੜਾ ਪੈਸੇ ਦੀ ਗੱਲ ਚੱਲ ਰਹੀ ਹੈ ਨਾ, ਕਹਿੰਦੇ ਵੀ ਸ਼ਾਇਦ ਹਨੀਫ ਸਾਹਿਬ ਨੇ ਹੀ ਬੋਲਿਆ ਸੀ ਵੀ ਜਿਹੜਾ ਲੀਗਲ ਪੈਸਾ ਕਿ ਉਹ ਵੀ ਬੰਦੇ ਨੂੰ ਬਦਲਦਾ ਹੈ। ਹੈਲੋ ਜੀ ਜੀ, ਹਾਂਜੀ, ਜਿਵੇਂ ਹਨੀਫ ਸਾਹਿਬ ਨੇ ਪੁੱਛਿਆ ਸੀ ਵੀ ਅਗਰ ਤੁਸੀਂ ਪੈਸਾ ਲੀਗਲ ਤਰੀਕੇ ਨਾਲ ਕਮਾ ਰਹੇ ਹੋ, ਇਮਾਨਦਾਰੀ ਨਾਲ, ਕਿ ਉਹ ਵੀ ਬੰਦੇ ਨੂੰ ਬਦਲਦਾ ਹੈ। ਤੇ ਪੈਸੇ ਬਾਰੇ ਆਪਣਾ ਇੱਕ ਬਹੁਤ ਵੱਡੇ ਫਿਲੋਸਫਰ ਦਾ ਇੱਕ ਕੋਟ ਹੈ ਵੀ ਜਿਹੜਾ ਪੈਸਾ ਹੈ ਉਹ ਬੰਦੇ ਦੀ ਆਤਮਾ ਤੇ ਕਬਜ਼ਾ ਕਰ ਲੈਂਦਾ ਹੈ। ਉਹ ਮਤਲਬ ਜਿਹੜਾ ਬੰਦਾ ਹੈ ਉਹਦੀ ਜਿਹੜੀ ਰਿਐਲਿਟੀ ਖਤਮ ਹੋਣ ਤੋਂ ਬਾਅਦ ਉਹ ਫਿਰ ਉਹੀ ਚੱਲਦੀ ਹੈ, ਉਹ ਇੱਕ ਆਪਣੇ ਰਾਹ, ਉਹਦਾ ਇੱਕ ਅਲੱਗ ਰਾਹ, ਉਹ ਉਦਾਂ ਹੀ ਹੁੰਦਾ ਫਿਰ, ਚਾਹੇ ਲੀਗਲ ਹੋਵੇ। ਪੈਸਾ ਲੀਗਲ ਤਾਂ ਹੁੰਦਾ ਨਹੀਂ, ਅਨਲੀਗਲ ਹੁੰਦਾ ਹੈ। ਲੀਗਲ ਤਰੀਕੇ ਨਾਲ ਪੈਸਾ ਨਹੀਂ ਕਮਾਇਆ ਜਾ ਸਕਦਾ। ਸਹੀ ਕਹਿ ਰਹੇ ਹੋ। ਹਾਂਜੀ, ਇਹ ਮਤਲਬ ਥਿਉਰੀ ਜਿਹੜੀ ਲੇਟੈਸਟ ਬੜੀ ਥਿਉਰੀ ਇਹ ਹੀ ਹੈ। ਗੁਜ਼ਾਰਾ ਕਰ ਸਕਦੇ ਹੋ ਤੁਸੀਂ, ਅਗਰ ਜ਼ਿਆਦਾ ਪੈਸਾ ਆ ਰਿਹਾ, ਕਿਤੇ ਨਾ ਕਿਤੇ ਤੁਸੀਂ ਲੁੱਟ ਰਹੇ ਹੋ ਕਿਸੇ ਨੂੰ, ਕਿਸੇ ਦੀ ਕਿਸੇ ਲੇਬਰ ਨੂੰ ਲੁੱਟ ਕੇ ਹੀ ਪੈਸਾ ਕਮਾ ਰਹੇ ਹੋ, ਅਦਰਵਾਈਜ਼ ਨਹੀਂ। ਅੱਛਾ ਦੋਸਤੋ, ਹਨੀਫ ਸਾਹਿਬ ਦਾ ਜਿਹੜਾ ਲੈਪਟਾਪ ਉਹਦੀ ਬੈਟਰੀ ਖਤਮ ਹੋ ਗਈ ਸੀ ਤੇ ਉਹਨਾਂ ਨੇ ਕੁਝ ਗਰੁੱਪ ਦੇ ਵਿੱਚ ਦੱਸਿਆ ਹੈ ਔਰ ਕੁਝ ਦੋਸਤਾਂ ਨੂੰ ਕਿਹਾ ਵੀ ਕਿ ਉਹ ਸ਼ੇਅਰ ਇਸ ਤਰ੍ਹਾਂ ਈਮੇਲ ਤੇ ਕਰ ਦੇਣ, ਔਰ ਉਹ ਹੁਣ ਨਹੀਂ ਆਣਗੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ ਨੈਕਸਟ ਵੀਕ ਮਿਲਾਂਗੇ। ਉਹ ਮਤਲਬ ਹੈ ਕਿ ਹੁਣ ਸਾਡੀ ਮੀਟਿੰਗ ਤੋਂ ਜਾ ਚੁੱਕੇ ਨੇ ਤੇ ਅਸੀਂ ਹੁਣ ਤੁਸੀਂ ਦੱਸੋ, ਅਸੀਂ ਇਹਨੂੰ ਕਨਕਲੂਡ ਵਾਈਂਡ ਅਪ ਕਰ ਦਈਏ ਜਾਂ ਕੋਈ ਗੱਲਬਾਤ ਕਰਨੀ ਹੈ ਮਜ਼ੀਦ, ਜਾਂ ਜਿਵੇਂ ਤੁਸੀਂ ਕਹਿੰਦੇ ਹੋ? ਖਿਆਲ ਹੈ ਵਾਈਂਡ ਅਪ ਕਰ ਦਿੰਦੇ, ਆਲਰੇਡੀ ਅਸੀਂ ਟਾਈਮ ਤੋਂ 20 ਮਿੰਟ ਅੱਗੇ ਹਾਂ। ਠੀਕ ਹੈ, ਵਾਈਂਡ ਅਪ ਕਰ ਦਈਏ, ਇਜਾਜ਼ਤ ਲਈਏ ਫਿਰ। ਹਾਂਜੀ ਜੀ, ਬਿਲਕੁਲ, ਬੜੀ ਮਿਹਰਬਾਨੀ। ਉਹਨਾਂ ਨੇ ਲਿਖਿਆ ਹੋਇਆ ਮੈਸੇਜ, ਉਹ ਦੇਖ ਕੇ ਫਿਰ ਅੱਗੇ ਨੈਕਸਟ ਥੋੜੀ ਤਿਆਰੀ ਕਰ ਲੈਣੀ। ਠੀਕ ਹੈ ਜੀ, ਬਹੁਤ ਠੀਕ ਹੈ ਜੀ, ਬਹੁਤ ਠੀਕ ਹੈ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।